कवर करना। ਅੱਜ ਦਾ ਸਾਡਾ ਟੌਪਿਕ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਤੋਂ ਲੈ ਕੇ ਉਹਨਾਂ ਦੇ ਅਕਾਲ ਚਲਾਣੇ ਤੱਕ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਸਬੰਧਾਂ 'ਚ ਕੀ ਉਤਾਰ ਚੜਾਵ ਆਏ। ਪੂਰੇ ਦਾ ਪੂਰਾ ਲੈਕਚਰ ਇੰਗਲਿਸ਼ ਤੇ ਪੰਜਾਬੀ ਦੋਵਾਂ ਮੀਡੀਅਮਸ ਦੇ ਵਿੱਚ ਹੋਊਗਾ। PCS ਪ੍ਰੀ ਤੋਂ ਲੈ ਕੇ ਪੰਜਾਬ ਦੇ ਕਿਸੇ ਵੀ ਐਗਜ਼ਾਮ 'ਚ ਜੇ ਤੁਸੀਂ ਇਸ ਪੁਆਇੰਟ ਤੋਂ ਸਵਾਲ ਆਉਂਦਾ ਹੈ, ਜਿਵੇਂ ਆਬਜੈਕਟਿਵ ਟਾਈਪ ਸਵਾਲ ਵੀ ਬਹੁਤ ਬਣਦੇ ਆ, ਜਿਵੇਂ ਪਿੱਛੇ ਜੇ PPSC ਦੇ ਇੱਕ ਪੇਪਰ 'ਚ ਸਵਾਲ ਆਇਆ ਸੀ ਕਿ ਗਵਰਨਰ ਜਨਰਲ ਲੌਕ ਆਕਲੈਂਡ ਨੇ ਦੋਸਤ ਮੁਹੰਮਦ ਖਾਨ ਨਾਲ ਨੈਗੋਸ਼ੀਏਟ ਕਰਨ ਵਾਸਤੇ ਕਿਸ ਆਫੀਸਰ ਨੂੰ ਭੇਜਿਆ ਸੀ। ਸੋ ਅਲੈਗਜ਼ੈਂਡਰ ਬਰਨਸ ਉਹਦਾ ਆਨਸਰ ਸੀ। ਸੋ ਸਿਮਿਲਰਲੀ ਇਸ ਤਰੀਕੇ ਦੇ ਹੋਰ ਵੀ ਬਹੁਤ ਸਵਾਲ ਪੇਪਰ 'ਚ ਬਣ ਸਕਦੇ ਆ। ਯੂਸਫ ਅਲੀ ਮਿਸ਼ਨ ਜਿਹੜਾ ਹੈ ਉਹਦਾ ਸੰਬੰਧ ਕਿਸ ਨਾਲ ਆ। ਸੋ ਇਸ ਤਰੀਕੇ ਦੇ ਕੋਈ ਵੀ ਸਵਾਲ ਜਿਹੜੇ ਤੁਹਾਡੇ ਹੋਣਗੇ ਉਹਨਾਂ ਦੇ ਸਹੀ ਠੀਕ ਆਨਸਰ ਜਿਹੜੇ ਆ ਉਹ ਬੇਸਿਕਲੀ ਆਪਾਂ ਨੂੰ ਤਾਂ ਮਿਲਣਗੇ ਜੇਕਰ ਸਾਡੀ ਇਸ ਟੌਪਿਕ ਪ੍ਰਤੀ ਸਮਝ ਚੰਗੀ ਤਰ੍ਹਾਂ ਬਣੀ ਹੋਊਗੀ। ਸੋ ਜ਼ਿਆਦਾ ਸਮਾਂ ਨਹੀਂ ਖਰਾਬ ਕਰਦਾ ਮੈਂ। ਸੋ ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਆਹ ਕੁਝ ਸਵਾਲ ਨੇ ਜਿਹੜੇ ਮੈਂ ਮੰਨਦਾ ਕਿ ਤੁਹਾਨੂੰ ਇਸ ਟੌਪਿਕ ਨੂੰ ਕਰਨ ਤੋਂ ਬਾਅਦ ਕਲੀਅਰ ਹੋ ਜਾਣਗੇ ਮੇਨਸ ਐਂਗਲ ਤੋਂ। ਆਬਜੈਕਟਿਵ ਟਾਈਪ ਐਂਗਲ ਤੋਂ MCQs ਟਾਈਪ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਆ, ਪਰ ਸਬਜੈਕਟਿਵ ਟਾਈਪ ਕਿਹੜੇ ਸਵਾਲ ਕਵਰ ਹੋਣਗੇ ਕਿ ਉਹ ਕਿਹੜੇ ਕਾਰਕ ਸਨ ਜਿਹੜੇ ਅੰਮ੍ਰਿਤਸਰ ਦੀ ਸੰਧੀ ਜੋ ਕਿ 25 ਅਪ੍ਰੈਲ 1809 ਨੂੰ ਹੋਈ ਸੀ ਉਹਦੇ ਹੋਣ ਵਾਸਤੇ ਜ਼ਿੰਮੇਵਾਰ ਸੀ। ਸੋ ਤੁਸੀਂ 100 ਸ਼ਬਦਾਂ 'ਚ ਇਹ ਆਨਸਰ ਲਿਖਣ ਦੀ ਕੋਸ਼ਿਸ਼ ਕਰਨੀ ਹੈ ਇਸ ਪੂਰੇ ਟੌਪਿਕ ਨੂੰ ਦੇਖਣ ਤੋਂ ਬਾਅਦ। ਜੋ 5 ਮਾਰਕਸ ਦਾ ਕੁਐਸਚਨ ਜਿਹੜਾ ਹੈ ਪੇਪਰ 'ਚ ਪੁੱਛਿਆ ਜਾਂਦਾ ਹੈ। ਅਗਲਾ, ਅੰਮ੍ਰਿਤਸਰ ਦੀ ਸੰਧੀ ਜਿਹੜੀ ਕਿ 25 ਅਪ੍ਰੈਲ 1809 ਨੂੰ ਹੋਈ ਸੀ ਉਹ ਰਣਜੀਤ ਸਿੰਘ ਤੇ ਅੰਗਰੇਜ਼ ਦੋਵਾਂ ਵਾਸਤੇ ਹੀ ਫਾਇਦੇ ਦਾ ਸੌਦਾ ਸੀ। ਕੀ ਤੁਸੀਂ ਇਸ ਧਾਰਨਾ ਨਾਲ ਸਹਿਮਤ ਹੋ ਤੇ ਆਪਣੇ ਜਵਾਬ ਦੇ ਸਮਰਥਨ ਵਿੱਚ ਤਰਕ ਦਿਓ। ਜੇ ਤੁਸੀਂ ਇਸ ਦੇ ਹੱਕ 'ਚ ਹੋ ਤਾਂ ਵੀ ਤਰਕ ਦਿਓ, ਨਹੀਂ ਤਾਂ ਤੁਸੀਂ ਇਹਨੂੰ ਤਰਕ ਦੇ ਆਧਾਰ ਤੇ ਹੀ ਨਗੇਟ ਕਰਨਾ। ਇਹਦਾ ਮਤਲਬ ਇਹ ਹੁੰਦਾ ਹੈ। ਸੋ 200 ਸ਼ਬਦਾਂ ਦੇ ਵਿੱਚ ਤੁਸੀਂ 10 ਮਾਰਕਸ ਦਾ ਇਹ ਕੁਐਸਚਨ ਲਿਖਣਾ ਹੈ ਇਸ ਲੈਕਚਰ ਨੂੰ ਲਾਉਣ ਤੋਂ ਬਾਅਦ। ਅਗਲਾ ਸਵਾਲ, ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ 1831 ਤੋਂ ਲੈ ਕੇ 1839 ਜਦੋਂ ਤੁਸੀਂ ਇਹ ਲੈਕਚਰ ਲਾਓਗੇ ਤਾਂ ਤੁਹਾਨੂੰ ਬਹੁਤ ਕੁਝ ਕਲੀਅਰ ਹੋਊਗਾ ਕਿ ਸਿੰਧ ਦਾ ਰੌਲਾ ਵੀ ਇੱਕ ਬੜਾ ਵੱਡਾ ਰੌਲਾ ਪਿਆ। ਫਿਰ ਉਸ ਵੇਲੇ ਸ਼ਿਕਾਰਪੁਰ ਦਾ ਰੌਲਾ ਬਹੁਤ ਪਿਆ। ਠੀਕ ਆ, ਤੇ ਇਹ ਇੱਕ ਸਵਾਲ ਜਿਹੜਾ ਇਹ ਹੋਰ ਪੇਪਰ 'ਚ ਇਹ PCS ਦਾ ਆਫੀਸ਼ੀਅਲ ਸਵਾਲ ਆ ਜਿਹੜਾ ਪੇਪਰ 'ਚ ਆਇਆ ਹੋਇਆ। ਸੋ ਇਹਦਾ ਮਤਲਬ ਇਹ ਆ ਕਿ ਰਣਜੀਤ ਸਿੰਘ ਦੇ ਟੌਪਿਕ ਨੂੰ ਜੇ ਅਸੀਂ PCS ਦੇ ਐਂਗਲ ਤੋਂ ਪੜ੍ਹੀਏ ਤਾਂ ਕਈ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ। ਰਣਜੀਤ ਸਿੰਘ ਦੇ ਮਿਸਲਾਂ ਨਾਲ ਸੰਬੰਧ, ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧ, ਰਣਜੀਤ ਸਿੰਘ ਦੇ ਅਫਗਾਨਾਂ ਤੇ ਹੋਰ ਮੁਸਲਿਮ ਇਲਾਕਿਆਂ ਦੇ ਰਾਜਿਆਂ ਨਾਲ ਸੰਬੰਧ, ਫਿਰ ਉਸ ਤੋਂ ਬਾਅਦ ਰਣਜੀਤ ਸਿੰਘ ਦਾ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ, ਫਿਰ ਉਸ ਤੋਂ ਬਾਅਦ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ ਦੇ 10 ਸਾਲ ਜਾਨੀ ਕਿ ਪਹਿਲੀ ਤੇ ਦੂਜੀ ਐਂਗਲੋ ਸਿੱਖ ਜੰਗ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਸਵਾਲਾਂ ਦੇ ਜਵਾਬਾਂ ਤੋਂ ਇਹ ਸਮਝ ਆ ਜਾਊਗਾ ਕਿ ਸਿਵਲਸ ਦੀ ਤਿਆਰੀ ਨੂੰ ਕਿਸ ਐਂਗਲ ਤੋਂ। ਜਿਹੜੇ ਬੱਚਿਆਂ ਕੋਲ ਮਾਸਟਰ ਕਲਾਸਿਸ ਦਾ ਆਲਰੇਡੀ PCS IAS ਦਾ ਪ੍ਰੀਲਿਮਸ ਦਾ ਕੋਰਸ ਆ ਉਹ ਆਪਣੇ ਕੋਰਸ 'ਚ ਜਾ ਕੇ ਦੇਖਣ। ਉੱਪਰ ਇੱਕ ਫੋਲਡਰ ਬਣਿਆ ਹੈ ਨਵਾਂ ਨਿਊ ਕਲਾਸਿਸ, ਉਹਦੇ 'ਚ ਅਸੀਂ ਨਵੀਆਂ ਸਾਇੰਸ ਟੈਕ ਨਵੀਆਂ ਪੰਜਾਬ ਦੀਆਂ PCS ਲੈਵਲ ਦੀਆਂ, ਇੱਕ ਤਾਂ ਨੋਰਮਲ ਪੰਜਾਬ GK ਪੜ੍ਹਾਈ ਹੈ ਗਰੁੱਪ B ਲੈਵਲ ਦੀ, ਉਹ ਵੀ ਬਹੁਤ ਡਿਟੇਲ 'ਚ ਪੜ੍ਹਾਈ ਹੈ। ਪਰ ਜਿਹੜੀ ਹੁਣ ਪੰਜਾਬ PCS ਦੇ ਕੋਰਸ ਦੇ ਵਿੱਚ ਪੰਜਾਬ GK ਆਈ ਆ ਉਹ ਨੈਕਸਟ ਲੈਵਲ ਪੰਜਾਬ GK ਆ। ਉਹਦੇ 'ਚ ਇਕਨੋਮਿਕਸ ਦੇ ਵੀ ਤਕਰੀਬਨ 125 ਦੇ ਨੇੜੇ ਲੈਕਚਰ ਬਣਨਗੇ। 75 ਲੈਕਚਰ ਹੋ ਚੁੱਕੇ ਆ, ਬਿਲਕੁਲ ਨੈਕਸਟ ਲੈਵਲ ਦੀ ਇਕਨੋਮਿਕਸ ਤੇ ਉਸੇ ਲੈਵਲ ਤੇ ਸਾਇੰਸ ਟੈਕ। ਸੋ ਜਿਹੜੇ ਵੀ ਬੱਚੇ PCS ਦੇ ਕੋਰਸ ਪ੍ਰੀਲਿਮਸ ਦੇ ਕੋਰਸ ਨਾਲ ਜੁੜਨਾ ਚਾਹੁੰਦੇ ਉਹਨਾਂ ਨੂੰ ਸਮਝ ਆ ਗਈ ਕਿ ਕਿਸ ਤਰੀਕੇ ਦਾ ਸਾਡਾ ਕੋਰਸ ਹੁਣ ਨਵੰਬਰ ਦੇ ਲਾਸਟ ਵੀਕ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰੀ ਕਮ ਮੇਨਸ ਇੰਗਲਿਸ਼ ਤੇ ਪੰਜਾਬੀ ਮੀਡੀਅਮ ਪੰਜਾਬ PCS ਐਂਡ IAS ਇੰਗਲਿਸ਼ ਤੇ ਪੰਜਾਬੀ ਦੋਵਾਂ ਮੀਡੀਅਮਸ ਦੇ ਵਿੱਚ ਹੋਊਗਾ। ਜਰਨਲ ਸਟੱਡੀਜ਼ ਦੇ ਚਾਰੇ ਸਬਜੈਕਟ ਸਾਰੇ ਪੇਪਰ, ਐਸੇ ਰਾਈਟਿੰਗ, ਇੰਗਲਿਸ਼, ਪੰਜਾਬੀ ਤੇ ਪ੍ਰੀਲਿਮਸ ਦੀ ਸਾਰੀ ਤਿਆਰੀ। ਠੀਕ ਹੈ, ਇਹ ਪੂਰੇ ਦਾ ਪੂਰਾ ਪੈਕੇਜ ਜਿਹੜਾ ਹੈ IAS ਐਂਡ PCS 2025-26 ਆਫਲਾਈਨ ਐਜ਼ ਵੈਲ ਐਜ਼ ਆਨਲਾਈਨ ਦੋਵੇਂ ਤਰੀਕੇ ਨਾਲ ਇਹ ਕੋਰਸ ਜਿਹੜਾ ਹੈ ਉਹ ਸਟਾਰਟ ਹੋਊਗਾ। ਸੋ ਜਿਹੜੇ ਬੱਚੇ ਸਾਡੇ ਕੋਲ IAS ਐਂਡ PCS ਦਾ ਕੋਰਸ ਲੈਂਦੇ ਆ ਉਹਨਾਂ ਨੂੰ ਇਹ ਸ਼ੋਰ ਹੋ ਜੇ
ਕਿ ਜਿਹੜਾ ਨਵਾਂ ਬੈਚ ਆਊਗਾ ਉਹਦੇ ਨਾਲ ਤੁਹਾਨੂੰ ਪੁਰਾਣੇ ਬੈਚਿਸ ਦਾ ਫੋਲਡਰ ਵੀ ਨਾਲ ਹੀ ਮਿਲੂਗਾ। ਤੁਹਾਨੂੰ ਗਰੁੱਪ ਬੀ ਦੀ ਤਿਆਰੀ ਕਰਨ ਵਾਸਤੇ ਤੇ ਪ੍ਰੀ ਦੀ ਤਿਆਰੀ ਕਰਨ ਵਾਸਤੇ ਪ੍ਰੀ ਰਿਕਾਰਡਡ ਤੁਹਾਡਾ ਜਿਹੜਾ ਆਪਣਾ ਕੋਰਸ ਸ਼ੁਰੂ ਹੋਊਗਾ ਉਹਦਾ ਫੋਲਡਰ, ਜਿਹੜਾ ਪੁਰਾਣਾ ਚੱਲ ਰਿਹਾ ਹੈ ਉਹਦੇ। ਸੋ ਤੁਹਾਨੂੰ ਸਾਰੇ ਫੋਲਡਰਸ ਵਿੱਚ ਇਸੇ ਕਰਕੇ ਹੀ ਪ੍ਰੋਵਾਈਡ ਕਰਾਏ ਜਾਂਦੇ ਆ। ਜਿਹੜੇ ਬੱਚੇ ਸਾਡੇ ਨਾਲ ਕਿਸੇ ਤਰੀਕੇ ਨਾਲ ਹੋਰ ਵੀ ਜੁੜਨਾ ਚਾਹੁੰਦੇ ਆ ਤੇ ਉਹ ਗਰੁੱਪ ਬੀ ਦੀ ਤਿਆਰੀ ਕਰ ਰਹੇ ਆ, ਉਹ ਅਜੇ ਜਸਟ ਸਾਡੇ ਕੰਟੈਂਟ ਨੂੰ ਹੀ ਦੇਖਣਾ ਚਾਹੁੰਦੇ ਆ, ਉਹਨਾਂ ਨੂੰ ਬੇਨਤੀ ਹੈ ਕਿ ਮਾਸਟਰ ਕਲਾਸਿਸ ਪਟਿਆਲਾ ਦੀ ਨਵੀਂ ਲਾਂਚ ਹੋਈ ਕਿਤਾਬ ਇਲਮੇ ਪੰਜਾਬ, ਤੁਸੀਂ ਜਦੋਂ ਇਸ ਕਿਤਾਬ ਦਾ ਕੰਟੈਂਟ ਪੜ੍ਹੋਗੇ, ਗਰੁੱਪ ਬੀ ਹੋਵੇ, ਪੰਜਾਬ PCS ਦਾ ਪੇਪਰ ਹੋਵੇ, ਪਰ ਪ੍ਰੀਲਿਮਸ ਦਾ, ਮੇਨਸ ਨਹੀਂ, ਮੇਨਸ ਦਾ ਜੋ ਤੁਸੀਂ ਹੁਣ ਲੈਕਚਰ ਦੀ ਸਕਰੀਨ ਤੇ ਚੱਲਦਾ ਦੇਖੋਗੇ ਦੈਟ ਇਜ਼ ਮੇਨਸ ਪੁਆਇੰਟ ਆਫ ਵਿਊ, ਪਰ ਜੋ ਇਸ ਕਿਤਾਬ 'ਚ ਉਹ ਪ੍ਰੀਲਿਮਸ ਲੈਵਲ ਦਾ ਹੈ। ਹਰ ਇੱਕ ਚੈਪਟਰ ਖਤਮ ਹੋਣ ਤੇ ਤਕਰੀਬਨ 5 ਚੈਪਟਰ ਓਵਰਆਲ ਬਣਾਏ ਗਏ ਆ, 5 ਯੂਨਿਟ ਬਣਾਏ ਗਏ, ਚੈਪਟਰ ਨਹੀਂ, ਹਰ ਇੱਕ ਯੂਨਿਟ ਖਤਮ ਹੋਣ ਦੇ ਮਗਰ ਜਾ ਕੇ ਗਰੁੱਪ ਬੀ ਲੈਵਲ ਦੇ ਤੇ ਪ੍ਰੀ ਲੈਵਲ ਦੇ ਕੁਐਸਚਨਸ ਵਿਦ ਐਕਸਪਲੇਨੇਸ਼ਨ ਆ। ਤੇ ਜਿੰਨੇ ਅੱਜ ਤੱਕ ਪੰਜਾਬ PCS ਤੇ ਗਰੁੱਪ ਬੀ ਦੇ ਪੇਪਰਾਂ 'ਚ ਸਵਾਲ ਆਏ ਆ ਉਹਨਾਂ ਸਾਰਿਆਂ ਨੂੰ ਸਟੇਟਮੈਂਟ 'ਚ ਕਨਵਰਟ ਕਰਕੇ ਮਿਸਲੀਨੀਅਸ ਫੈਕਟਸ ਦੇ ਰੂਪ 'ਚ ਕਿਤਾਬ ਦੇ ਐਂਡ 'ਚ ਰੱਖਤਾ ਹੈ। ਸੋ ਇਹ ਤੇ ਇੱਕ ਪੰਜਾਬੀ ਪੇਪਰ ਇਹ ਬਹੁਤ ਅੱਛੀ ਕਿਤਾਬ ਆ, ਮੀਨਸ ਇਸ ਕਿਤਾਬ ਤੇ ਕਾਫੀ ਕੰਮ ਹੋਇਆ ਏ। ਇਸ ਕਿਤਾਬ 'ਚ ਪੁਰਾਣੇ ਜਿੰਨੇ ਪੰਜਾਬੀ ਪੇਪਰ ਇਹ ਹੁਣ ਤੱਕ ਹੋਏ ਆ ਉਹ, ਪਲੱਸ ਜੋ ਇਸ ਕਿਤਾਬ ਦਾ ਕੰਟੈਂਟ ਆ ਉਹ ਜਦੋਂ ਤੁਸੀਂ ਕਿਤਾਬ ਨੂੰ ਪੜ੍ਹੋਗੇ ਤਾਂ ਤੁਹਾਨੂੰ ਇਸ ਕਿਤਾਬ ਦਾ ਲੈਵਲ ਆਪਣੇ ਆਪ ਸਮਝ ਆਊਗਾ। ਹੁਣ ਤੁਸੀਂ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਸੰਬੰਧਾਂ ਨੂੰ ਲੈ ਕੇ ਜੋ ਅਸੀਂ ਟੌਪਿਕ, ਹਾਂਜੀ, ਸੋ ਅੱਜ ਦਾ ਆਪਣਾ ਜਿਹੜਾ ਟੌਪਿਕ ਆ ਦੈਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਐਂਗਲੋ ਸਿੱਖ ਰਿਲੇਸ਼ਨਸ ਜਿਹੜੇ ਆ ਨਾ ਉਹ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਆ। ਜਦੋਂ ਜਿੱਥੋਂ ਅੱਗੇ ਦਾ ਇਤਿਹਾਸ, ਵੈਸੇ ਦੇਖੋ ਜਦੋਂ ਇੰਡੀਆ ਦੀ ਹਿਸਟਰੀ ਦੀ ਗੱਲ ਕਰੀਏ ਨਾ ਉਦੋਂ ਵੀ ਤੇ ਪੰਜਾਬ ਦੀ ਹਿਸਟਰੀ ਦੀ ਗੱਲ ਕਰੀਏ ਉਦੋਂ ਵੀ ਐਂਗਲੋ ਸਿੱਖ ਰਿਲੇਸ਼ਨਸ ਜਿਹੜੇ ਆ ਉਹ ਇੱਕ ਬਹੁਤ ਇੰਡੀਪੈਂਡੈਂਟ ਟੌਪਿਕ ਮੰਨਿਆ ਜਾਂਦਾ ਹੈ। ਕਿਉਂਕਿ ਅਸੀਂ ਅਕਸਰ ਕਹਿੰਦੇ ਆ ਕਿ ਜਦੋਂ ਵੀ ਅਸੀਂ ਮਾਡਰਨ ਹਿਸਟਰੀ ਐਜ਼ ਏ ਸਬਜੈਕਟ ਪੜ੍ਹਦੇ ਆ, ਅਸੀਂ ਉਦੋਂ ਪੜ੍ਹਦੇ ਆ ਨਾ ਐਂਗਲੋ ਮਰਾਠਾ ਰਿਲੇਸ਼ਨਸ, ਐਂਗਲੋ ਗੋਰਖਾ ਰਿਲੇਸ਼ਨਸ, ਉਸ ਤੋਂ ਬਾਅਦ ਅਸੀਂ ਭਾਵੇਂ ਕਰਨਾਟਕ ਦੀਆਂ ਵਾਰਸ ਪੜ੍ਹੀਏ ਉਦੋਂ ਵੀ ਅਸੀਂ ਸਾਊਥ ਇੰਡੀਅਨ ਰੂਲਰਸ ਦੇ ਨਾਲ ਅੰਗਰੇਜ਼ਾਂ ਦੇ ਸੰਬੰਧਾਂ ਬਾਰੇ ਪੜ੍ਹਦੇ ਹਾਂ। ਫਿਰ ਅਸੀਂ ਐਂਗਲੋ ਮੈਸੂਰ ਰਿਲੇਸ਼ਨਸ ਵੀ ਪੜ੍ਹਦੇ ਹਾਂ। ਉਵੇਂ ਇੱਕ ਇੰਡੀਪੈਂਡੈਂਟ ਟੌਪਿਕ ਆ ਐਂਗਲੋ ਸਿੱਖ ਰਿਲੇਸ਼ਨਸ। ਕਦੋਂ ਸ਼ੁਰੂ ਹੁੰਦੇ ਆ? 1800 ਤੋਂ, ਤੇ ਕਦੋਂ ਖਤਮ ਹੁੰਦੇ ਆ? ਆਲਮੋਸਟ 1850 'ਚ, ਕਿਉਂਕਿ ਜਦੋਂ ਸਿੱਖ ਰਾਜ ਖਤਮ ਹੋ ਗਿਆ ਤਾਂ ਐਂਗਲੋ ਸਿੱਖ ਰਿਲੇਸ਼ਨਸ ਆਲਮੋਸਟ ਜ਼ੀਰੋ ਹੋ ਜਾਂਦੇ ਆ। ਤੋ ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਤੋਂ ਲੈ ਕੇ ਉਹਨਾਂ ਦੇ ਅਕਾਲ ਚਲਾਣੇ ਤੋਂ 10 ਸਾਲ ਬਾਅਦ ਤੱਕ, ਜਦੋਂ ਤੱਕ ਪੰਜਾਬ ਪੂਰੇ ਤਰੀਕੇ ਨਾਲ ਅੰਗਰੇਜ਼ਾਂ ਦੇ ਅੰਡਰ ਨਹੀਂ ਹੋ ਜਾਂਦਾ, ਉਸ ਵੇਲੇ ਤੱਕ ਦੇ ਦੌਰ ਨੂੰ ਜਿਹੜੇ ਅੰਗਰੇਜ਼ਾਂ ਦੇ ਤੇ ਸਿੱਖਾਂ ਦੇ ਆਪਸੀ ਸੰਬੰਧ ਆ ਉਹਨਾਂ ਨੂੰ ਜਿਸ ਅੰਬਰੇਲਾ 'ਚ ਪੜ੍ਹਿਆ ਜਾਣਾ ਚਾਹੀਦਾ ਹੈ, ਜਿਸ ਚੈਪਟਰ 'ਚ ਪੜ੍ਹਿਆ ਜਾਣਾ ਚਾਹੀਦਾ ਹੈ, ਉਸ ਚੈਪਟਰ ਦਾ ਨਾਮ ਆ ਐਂਗਲੋ ਸਿੱਖ ਰਿਲੇਸ਼ਨਸ। ਐਂਗਲੋ ਸਿੱਖ ਰਿਲੇਸ਼ਨਸ ਦੇ ਚੈਪਟਰ ਨੂੰ ਸਮਝਣ ਤੋਂ ਪਹਿਲਾਂ ਕੁਝ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਇਹ ਮੰਨਣਾ ਪਊਗਾ ਤੁਹਾਨੂੰ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਰਾਜਾ ਹੈ, ਠੀਕ ਹੈ। ਜਦੋਂ ਇਸ ਦੇਸ਼ ਦੇ ਵਿੱਚ ਜਾਂ ਇਸ ਇਲਾਕੇ ਦੇ ਵਿੱਚ ਜਿਸ ਖਿੱਤੇ ਦੀ ਮੈਂ ਗੱਲ ਕਰ ਰਿਹਾ, ਜਿਸ ਏਰੀਏ ਦੀ ਮੈਂ ਗੱਲ ਕਰ ਰਿਹਾ, ਇੱਥੇ 1747 ਤੋਂ 1747 ਤੋਂ ਅਹਿਮਦ ਸ਼ਾਹ ਅਬਦਾਲੀ 1767 ਤੱਕ 8 ਹਮਲੇ ਕਰਦਾ ਹੈ। ਉਹ ਪਹਿਲੇ 5 ਹਮਲਿਆਂ ਦੇ ਵਿੱਚ ਇਸ ਏਰੀਏ ਦੇ ਵਿੱਚੋਂ ਪਹਿਲੇ 4 ਹਮਲਿਆਂ 'ਚ ਮੁਗਲਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰਦਾ ਹੈ। 5ਵੇਂ ਹਮਲੇ 'ਚ ਉਹ ਮਰਾਠਿਆਂ ਨੂੰ ਡਿਸਟਰੋਏ ਕਰਦਾ ਹੈ ਪੰਜਾਬ 'ਚੋਂ, ਤੇ 6ਵੇਂ 7ਵੇਂ ਤੇ 8ਵੇਂ ਹਮਲੇ 'ਚੋਂ ਸਿੱਖਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਨਫੋਰਚੂਨੇਟਲੀ ਉਹ ਜੋ ਕਰਨ ਆਇਆ ਸੀ ਉਹ ਹੋਇਆ ਨਹੀਂ। ਇਸੇ ਕਰਕੇ ਤਾਂ ਉਹਦੇ ਜਾਣ ਤੋਂ ਬਾਅਦ 67 ਤੋਂ ਲੈ ਕੇ 99 1767 ਤੋਂ ਲੈ ਕੇ 1799 ਦੇ ਯੁੱਗ ਨੂੰ ਮਿਸਲ ਯੁੱਗ ਕਿਹਾ ਗਿਆ, ਠੀਕ ਹੈ ਨਾ, ਕਿਉਂਕਿ ਇਹ ਉਹ ਦੌਰ ਸੀ ਜਦੋਂ ਸਿੱਖ ਮਿਸਲਾਂ ਨੇ ਕੇਵਲ ਬਾਹਰਲੇ ਧਾੜਵੀਆਂ ਦਾ ਮੁਕਾਬਲਾ ਹੀ ਨਹੀਂ ਕੀਤਾ, ਇੱਥੋਂ ਦੇ ਲੋਕਾਂ ਨੂੰ ਬਾਹਰਲੇ ਧਾੜਵੀਆਂ ਤੋਂ ਬਚਾਇਆ ਵੀ। ਰਾਖੀ ਪ੍ਰਣਾਲੀ ਦੇ ਤਹਿਤ ਉਹਨਾਂ ਨੇ ਇੱਕ ਯਕੀਨੀ ਬਣਾਇਆ ਕਿ ਜੇ ਤੁਸੀਂ ਆਪਣੇ ਕਰ ਦਾ ਕੁਝ ਹਿੱਸਾ ਸਾਨੂੰ ਦਿਓਗੇ ਤਾਂ ਅਸੀਂ ਤੁਹਾਡੀ ਸੁਰੱਖਿਆ ਨਿਸ਼ਚਿੰਤ ਕਰਾਂਗੇ। ਫਿਰ ਉਹਨਾਂ ਨੇ ਇੱਕ ਅਜਿਹਾ ਮਿਸਲਦਾਰੀ ਪੱਟੇਦਾਰੀ ਸਿਸਟਮ ਚਲਾਇਆ ਜਿਹਦੇ ਨਾਲ ਇਹ ਸੀ ਕਿ ਪ੍ਰਸ਼ਾਸਨ ਸਿਰਫ ਸੈਂਟਰਲਾਈਜ਼ਡ ਨਹੀਂ ਰਿਹਾ, ਡੀਸੈਂਟਰਲਾਈਜ਼ ਵੀ ਕੀਤਾ ਤਾਂ ਕਿ ਗਵਰਨੈਂਸ ਜਿਹੜੀ ਆ, ਸੁਸ਼ਾਸਨ ਜਿਹੜਾ ਹੈ ਉਹ ਅਖੀਰਲੇ ਪੱਧਰ ਤੱਕ ਪਹੁੰਚ ਸਕੇ। ਫਿਰ ਉਹਨਾਂ ਨੇ ਗੁਰੀਲਾ ਵਾਰਫੇਅਰ ਦੇ ਟੈਕਟਿਕਸ ਦੇ ਨਾਲ ਵਿਦੇਸ਼ੀ ਧਾੜਵੀਆਂ 'ਚ ਇੱਕ ਖੌਫ ਪੈਦਾ ਕੀਤਾ, ਜਿਹਦੇ ਕਰਕੇ 1767 ਤੋਂ ਬਾਅਦ ਉਹਨਾਂ ਦੇ ਹਮਲੇ ਰੁਕੇ। ਇੱਕ ਹੋਰ ਗੱਲ ਬੜੀ ਇੰਪੋਰਟੈਂਟ ਆ ਜਿਹੜੀ ਦੱਸਣੀ ਆ,
ਇਹਨਾਂ ਦੀ ਆਪਸੀ ਏਕਤਾ, ਬਾਹਰਲੇ ਧਾੜਵੀਆਂ ਦੇ ਬਾਹਰਲੇ ਹਮਰਾਵਰ ਆਉਣ ਤੋਂ ਬਾਅਦ ਇਹਨਾਂ ਦੀ ਆਪਸੀ ਏਕਤਾ ਨੇ ਵੀ ਬਾਹਰਲਿਆਂ ਦੇ ਦਿਮਾਗ 'ਚ ਇੱਕ ਖੌਫ ਪੈਦਾ ਕਰੀ ਰੱਖਿਆ। ਕੁੱਲ ਮਿਲਾ ਕੇ ਇਹਨਾਂ ਦੀ ਆਪਸੀ ਏਕਤਾ, ਇਹਨਾਂ ਦੀ ਰਾਖੀ ਪ੍ਰਣਾਲੀ, ਇਹਨਾਂ ਦਾ ਪੱਟੇਦਾਰੀ ਮਿਸਲਦਾਰੀ ਵਰਗਾ ਗਵਰਨੈਂਸ ਸਿਸਟਮ, ਠੀਕ ਆ, ਤੇ ਇਹ 3-4 ਚੀਜ਼ਾਂ ਇਹਨਾਂ ਦੀਆਂ ਜਿਹੜੀਆਂ ਸੀ, ਇਹ 3 ਚੀਜ਼ਾਂ ਨੇ ਬਾਹਰਲੇ ਧਾੜਵੀਆਂ ਤੋਂ ਇੱਥੋਂ ਦੇ ਲੋਕਾਂ ਨੂੰ ਤਕਰੀਬਨ 30 ਸਾਲ ਬਚਾ ਕੇ ਰੱਖਿਆ। ਤੇ ਮੈਨੂੰ ਐਵੇਂ ਲੱਗਦਾ ਕਿ ਮਿਸਲਾਂ ਦਾ ਹੀ ਪ੍ਰਸ਼ਾਸਨ ਤੰਤਰ ਸੀਗਾ, ਮਿਸਲਾਂ ਦਾ ਹੀ ਐਡਮਿਨਿਸਟ੍ਰੇਟਿਵ ਸਿਸਟਮ ਸੀਗਾ, ਜਿਹਨੂੰ ਅੱਗੇ ਰਣਜੀਤ ਸਿੰਘ ਫੋਲੋ ਕਰਦਾ ਹੈ। ਠੀਕ ਹੈ ਨਾ। ਜੇ ਤੁਹਾਨੂੰ ਕੋਈ ਇਹ ਪੁੱਛਣ ਦੀ ਕੋਸ਼ਿਸ਼ ਕਰੇ ਕਿ ਸਿੱਖ ਮਿਸਲਾਂ ਦੇ ਦੌਰ 'ਚ ਬਾਹਰਲੇ ਧਾੜਵੀਆਂ ਤੋਂ ਸਿੱਖਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਨੂੰ ਦੀ ਸੁਰੱਖਿਆ ਨੂੰ ਲੈ ਕੇ ਉਹਨੂੰ ਤੁਸੀਂ ਐਨਾਲਾਈਜ਼ ਕਰਕੇ ਦੱਸੋ, ਤਾਂ ਤੁਸੀਂ ਦੱਸ ਸਕਦੇ ਹੋ ਕਿ ਆਹ 3-4 ਗੱਲਾਂ ਸਾਨੂੰ ਸਮਝ ਆ ਰਹੀਆਂ। ਪਰ ਅੱਜ ਦਾ ਸਾਡਾ ਮੁੱਦਾ ਟੋਟਲੀ ਡਿਫਰੈਂਟ ਆ। ਅੱਜ ਅਸੀਂ ਗੱਲ ਕਰਨੀ ਆ 1800 ਚ ਮਹਾਰਾਜਾ ਰਣਜੀਤ ਸਿੰਘ ਰਾਜਾ ਬਣ ਚੁੱਕਿਆ ਹੈ। ਅਫਗਾਨਿਸਤਾਨ ਚ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਗਈ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਉਹਦੇ ਮੁੰਡੇ ਤੈਮੂਰ ਸ਼ਾਹ ਅਬਦਾਲੀ ਦੀ ਵੀ ਮੌਤ ਹੋ ਗਈ। ਤੈਮੂਰ ਸ਼ਾਹ ਅਬਦਾਲੀ ਤੋਂ ਬਾਅਦ ਉਹਦਾ ਬੇਟਾ ਯਮਨ ਸ਼ਾਹ ਅਬਦਾਲੀ 1800 ਦੇ ਨੇੜੇ ਤੇੜੇ ਉੱਥੋਂ ਦੇ ਦਰਬਾਰ ਦਾ ਰਾਜਾ ਹੈ। ਠੀਕ ਹੈ ਨਾ। ਅਫਗਾਨਿਸਤਾਨ ਦਾ ਰਾਜਾ ਯਮਨ ਸ਼ਾਹ ਅਬਦਾਲੀ ਆ, 1799 ਦੀ ਗੱਲ। ਤੇ ਇਹ ਦੌਰ ਆ ਜਦੋਂ ਅੰਗਰੇਜ਼ ਸਿੱਖਾਂ ਦੇ ਨਾਲ ਪਹਿਲੀ ਵਾਰ ਸਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਉਮੀਦ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਐਟਲੀਸਟ ਪਤਾ ਹੋਣਾ ਚਾਹੀਦਾ ਕਿ ਸਿੱਖਾਂ ਦੇ ਨਾਲ ਪਹਿਲਾ ਜਿਹੜਾ ਅੰਗਰੇਜ਼ਾਂ ਦਾ ਨਾਤਾ ਹੈ ਉਹ ਕਦੋਂ ਜੁੜਦਾ ਹੈ। ਸਿੱਖਾਂ ਦੇ ਅੰਗਰੇਜ਼ਾਂ ਦੇ ਨਾਲ ਜੋ ਸਬੰਧ ਨੇ ਉਹਨਾਂ ਨੂੰ ਕਈ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ ਪਹਿਲਾ ਪੜਾਅ ਜਿਹੜਾ ਹੈ 1800 ਤੋਂ ਲੈ ਕੇ 1806 ਦਾ, ਇਹਨੂੰ ਜਸਟ ਪ੍ਰੀ ਮੈਚਿਓਰ ਫੇਜ਼ ਕਵਾਂਗੇ। ਮਤਲਬ ਇਹ ਉਹ ਫੇਜ਼ ਆ ਜਦੋਂ ਹਜੇ ਰਿਸ਼ਤੇ ਪੁੰਗਰਨ ਲੱਗੇ ਆ, ਜਿਹਨੂੰ ਆਪਾਂ ਕਹਿ ਦਿੰਦੇ ਆ। ਫਿਰ 1806 ਤੋਂ ਲੈ ਕੇ 1809 ਦਾ ਦੌਰ, ਜਦੋਂ ਉਹ ਰਿਸ਼ਤੇ ਜਿਹੜੇ ਆ ਉਹ ਇੱਕ ਬਚਕਾਨਾ ਰੂਪ ਲੈ ਚੁੱਕੇ ਆ। ਤੇ 1809 ਦੇ ਵਿੱਚ ਅੰਮ੍ਰਿਤਸਰ ਦੀ ਟ੍ਰੀਟੀ ਤੋਂ ਬਾਅਦ ਰਿਸ਼ਤੇ ਮੈਚਿਓਰ ਹੋ ਚੁੱਕੇ ਆ। ਮੈਚਿਓਰ ਹੋਏ ਰਿਸ਼ਤਿਆਂ ਦੀ ਖੂਬੀ ਹੁੰਦੀ ਆ ਕਿ ਉਹਨਾਂ ਰਿਸ਼ਤਿਆਂ ਨੇ ਉਤਾਰ ਚੜਾਅ ਦੇਖਣੇ ਆ। 1809 ਤੋਂ ਲੈ ਕੇ 1839 ਤੱਕ ਰਿਸ਼ਤੇ ਜਿਹੜੇ ਆ ਉਹ ਹਮੇਸ਼ਾ ਉਤਰਾ ਚੜਾਅ ਵਾਲੇ ਰਹੇ ਆ। ਰਣਜੀਤ ਸਿੰਘ ਦੇ ਅਕਾਲ ਚਲਾਣੇ ਤੱਕ 1839 ਤੋਂ ਲੈ ਕੇ 1849 ਤੱਕ ਮੈਂ ਚੌਥਾ ਫੇਜ਼ ਵੀ ਮੰਨਦਾ, ਉਹ ਸੀ ਲੜਾਈਆਂ ਦਾ ਫੇਜ਼, ਜਿਹਦੇ ਚ 2 ਐਂਗਲੋ ਸਿੱਖ ਜੰਗਾਂ ਲੜੀਆਂ ਗਈਆਂ। 2 ਐਂਗਲੋ ਸਿੱਖ ਵਾਰ, ਇੱਕ 45-46 1845 ਸ਼ਹਿਰੀ, ਜਦੋਂ ਅੰਗਰੇਜ਼ਾਂ ਦਾ ਗਵਰਨਰ ਜਨਰਲ ਉਹ ਸੀ ਵੱਡੀ ਬਾਂਹ ਵਾਲਾ ਟੁੰਡੀ ਲਾਟ, ਲਾਰਡ ਹਡਿੰਗੇ। ਠੀਕ ਆ। ਉਹ ਨਪੋਲੀਅਨ ਦੀਆਂ ਲੜਾਈਆਂ 'ਚ ਲੜਦਾ ਹੋਇਆ ਫੱਟੜ ਹੋ ਗਿਆ ਸੀ। ਮੈਂ ਮਤਲਬ ਕਿ ਕਿਸੇ ਦੇ ਅਪਾਹਜ ਹੋਣ ਦਾ ਮਜ਼ਾਕ ਨਹੀਂ ਸੀ ਉਡਾ ਰਿਹਾ। ਮੈਂ ਇੱਕ ਪੇਪਰਾਂ 'ਚ ਆ ਰਹੇ ਸਵਾਲ ਦਾ ਜਵਾਬ ਦੇ ਰਿਹਾ, ਕਿਉਂਕਿ ਪੇਪਰਾਂ 'ਚ ਕਈ ਵਾਰੀ ਇਹ ਪੁੱਛਿਆ ਜਾਂਦਾ ਕਿ ਕਿਸ ਗਵਰਨਰ ਜਨਰਲ ਨੂੰ ਟੁੰਡੀ ਲਾਟ ਦੇ ਨਾਮ ਨਾਲ। ਫਿਰ ਦੂਜਾ 1848-49 ਲਾਰਡ ਡਲਹੌਜ਼ੀ ਦੇ ਵੇਲੇ ਦਾ ਦੌਰ। ਸੋ 4 ਫੇਜ਼ ਹੋ ਗਏ ਨਾ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਹਿਲੇ ਫੇਜ਼ ਦੀ, 1800 ਤੋਂ ਲੈ ਕੇ 1806 ਦਾ ਫੇਜ਼। ਅੰਗਰੇਜ਼ ਆਪਣੇ ਇੱਕ ਵਫਾਦਾਰ ਯੂਸਫ ਅਲੀ ਨੂੰ ਭੇਜਦੇ ਆ ਰਣਜੀਤ ਸਿੰਘ ਕੋਲ। ਵਜ੍ਹਾ ਅਫਗਾਨਿਸਤਾਨ ਤੋਂ ਮੰਡਰਾ ਰਿਹਾ ਖਤਰਾ। ਅੰਗਰੇਜ਼ਾਂ ਨੂੰ ਹਮੇਸ਼ਾ ਲੱਗਦਾ ਸੀ ਕਿ ਜਿਸ ਤਰੀਕੇ ਨਾਲ ਯਮਨ ਸ਼ਾਹ ਅਗਰੈਸਿਵ ਆ, ਉਹ ਕਿਸੇ ਵੀ ਵੇਲੇ ਅਹਿਮਦ ਸ਼ਾਹ ਮਤਲਬ ਕਿ ਕਿਸੇ ਵੀ ਵੇਲੇ ਜੇ ਭਾਰਤ ਤੱਕ ਆਉਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸਾਈਡ ਤੇ ਕਰਕੇ ਉਹ ਦਿਨ ਦੂਰ ਨਹੀਂ ਜਦੋਂ ਉਹ ਸਾਡੇ ਵਾਸਤੇ ਖਤਰਾ ਬਣ ਸਕਦਾ ਹੈ। ਅੰਗਰੇਜ਼ਾਂ ਨੂੰ ਇਹ ਵੀ ਪਤਾ ਸੀ ਕਿ ਅਫਗਾਨਾਂ ਦੇ ਨਾਲ ਲੜਦੇ ਹੋਏ ਕੋਈ ਸਟ੍ਰੈਟਜੀ ਲੱਗਣੀ ਵੀ ਨਹੀਂ। ਤੁਸੀਂ ਉੱਥੇ ਕੀ ਸਟ੍ਰੈਟਜੀ ਲਾਓਗੇ? ਤੁਸੀਂ ਦਿਮਾਗ ਲਾਓਗੇ, ਉਹਨਾਂ ਨੇ ਜਿਹਾਦ ਕਰ ਦੇਣਾ। ਠੀਕ ਆ। ਤੇ ਉਹ ਉਸ ਵੇਲੇ ਜਿਹਾਦ ਦੇ ਨਾਂ ਤੇ ਇਕੱਠੇ ਹੋ ਵੀ ਰਹੇ ਸੀ। ਇਹ ਨਹੀਂ, ਇਹ ਮੈਂ ਮੁਸਲਿਮਸ ਦੀ ਗੱਲ ਨਹੀਂ ਕਰ ਰਿਹਾ, ਮੈਂ ਅਫਗਾਨਾਂ ਦੀ ਗੱਲ ਕਰ ਰਿਹਾ। ਉਹ ਤਾਂ ਜਿਹਾਦ ਦੇ ਨਾਂ ਤੇ ਐਸੇ ਇਕੱਠੇ ਹੋ ਸਕਦੇ ਆ। 2003 ਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਗਲਤਫਹਿਮੀ ਸੀ ਕਿ ਅਸੀਂ ਮਿਲ ਕੇ ਅਫਗਾਨਾਂ ਤੇ ਹਮਲਾ ਕਰ ਦਾਂਗੇ ਤੇ ਫਤਿਹ ਕਰ ਲਾਂਗੇ। ਉਹ ਟੋਨੀ ਬਲੇਅਰ ਬਾਅਦ ਚ ਮਾਫੀਆਂ ਮੰਗ ਕੇ ਖਹਿੜਾ ਛਡਾਇਆ। ਉਸ ਤੋਂ ਬਾਅਦ ਆਹੀ ਗਲਤੀ ਪਹਿਲਾਂ ਉਹਨੇ ਕੀਤੀ, ਓਬਾਮੇ ਨੇ ਕੀਤੀ। ਫਿਰ ਉਸ ਤੋਂ ਬਾਅਦ ਉਹਦਾ ਉਸਤਾਦ ਆਇਆ ਉਹ ਡੋਨਲਡ ਟਰੰਪ ਕੀਤੀ। ਫਿਰ ਮਹਾਰਾਜ ਹੋਣ ਵਾਲੇ ਜੌਨ ਬਾਈਡਨ ਮਤਲਬ ਹੱਥ ਜੋੜ ਕੇ ਮਾਫੀਆਂ ਮੰਗ ਕੇ ਅਫਗਾਨਿਸਤਾਨ ਚੋਂ ਨਿਕਲੇ ਆ। ਉਹਦੀ ਵਜ੍ਹਾ ਉਹਨਾਂ ਦੀ ਸਭ ਤੋਂ ਬੈਸਟ ਸਟ੍ਰੈਟਜੀ ਆ ਕਿ ਉਹਨਾਂ ਦੀ ਕੋਈ ਸਟ੍ਰੈਟਜੀ ਹੈ ਨਹੀਂ। ਠੀਕ ਆ। ਹੁਣ ਜਾਂ ਤਾਂ ਕੋਈ ਬੰਦਾ ਅੱਗੇ ਤੁਹਾਡੇ ਸਾਹਮਣੇ ਜੰਗ ਨੂੰ ਪਲਾਨ ਕਰੇ, ਫਿਰ ਤਾਂ ਤੁਸੀਂ ਉਹਦੇ ਪਲਾਨ ਨੂੰ ਤੋੜੋ, ਸੇਂਧ ਲਾਓ। ਤੁਹਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਅਗਲਾ ਸਟੈਪ ਕੀ ਚੱਕ ਲੈਣਾ, ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਕਿ ਅਸੀਂ ਅੱਗੇ ਕੀ ਕਰਨਾ। ਸੋ ਉਹਨਾਂ ਨਾਲ ਲੜਨਾ ਹੀ ਬਹੁਤ ਔਖਾ ਸੀਗਾ। ਇਹ ਗੱਲ ਅਫਗਾਨਾਂ ਦੇ ਬਾਰੇ ਹਮੇਸ਼ਾ ਮੰਨੀ ਜਾਂਦੀ ਆ ਕਿ ਉਹਨਾਂ ਨੂੰ ਗੁਲਾਮ ਬਣਾਇਆ ਜਾ ਸਕਦਾ ਹੈ, ਪਰ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਨਹੀਂ ਜਾ ਸਕਦਾ। ਇਹ ਅਫਗਾਨਾਂ ਬਾਰੇ ਇੱਕ ਪ੍ਰਚਲਿਤ ਅਖਾਣ ਆ
ਜੇ ਕੋਈ ਕਵੇ ਕਿ ਇਹ ਪ੍ਰੈਕਟੀਕਲੀ ਸਾਨੂੰ ਲੱਗਦਾ ਨਹੀਂ ਦਿਸਦਾ, ਸੱਚ ਜਿਹਾ ਹੁੰਦਾ, ਤੁਹਾਡੇ ਸਾਹਮਣੇ ਹੀ ਆ। 21ਵੀਂ ਸਦੀ ਦੇ ਵਿੱਚ ਦੇਖ ਲਓ ਅਫਗਾਨਿਸਤਾਨ, ਤੁਸੀਂ ਉਹਨਾਂ ਨੂੰ ਡਿਸਟਰੋਏ ਕਰ ਸਕਦੇ ਹੋ, ਬਰਬਾਦ ਕਰ ਸਕਦੇ ਹੋ, ਪਰ ਤੁਸੀਂ ਉਹਨਾਂ ਨੂੰ ਗੁਲਾਮ ਨਹੀਂ ਕਰ ਸਕਦੇ। ਅਗਲੇ ਆ ਗੱਡੀਆਂ ਭਜਾਉਂਦੇ ਫਿਰਦੇ ਆ ਨਾ, ਨਾਲੇ ਪੂਰੀ ਦੁਨੀਆ 'ਚ ਜੋ ਉਹਨਾਂ ਨੂੰ ਤਾਲੀਬਾਨ ਜੋ ਚਾਹੁੰਦਾ ਹੈ ਉਹ ਕਰ ਰਿਹਾ। ਸੋ ਇਹ ਉਹਨਾਂ ਦੀ ਉਹ ਏਕਤਾ ਹੀ ਆ। ਮੀਨਸ ਉਸ ਇਲਾਕੇ ਦੀ ਜਿਹੜੀ ਉੱਥੋਂ ਦੇ ਟਰਾਈਬਲਸ ਆ ਨਾ ਜਿਹੜੇ, ਉਹ ਵਿਚਾਰਕ ਤੌਰ ਤੇ ਵੰਡੇ ਹੀ ਨਹੀਂ ਹੋਏ। ਜਦੋਂ ਤੁਸੀਂ ਵਿਚਾਰਕ ਤੌਰ ਤੇ ਇੱਕ ਰਹੋਗੇ ਨਾ, ਭਾਵੇਂ ਤੁਹਾਡਾ ਵਿਚਾਰ ਚੰਗਾ ਹੈ ਚਾਹੇ ਮਾੜਾ ਹੈ, ਵਿਚਾਰਾਂ ਦੀ ਯੂਨਿਟੀ। ਹੁਣ ਸਪੋਜ਼ ਕਰੋ ਕਿਸੇ ਵੀ ਹੋਰ ਕਮਿਊਨਿਟੀ ਦੇ ਵਿੱਚ ਕਹਿ ਦਿਓ ਕਿ ਆਪਾਂ ਹਥਿਆਰ ਚੱਕ ਕੇ ਆਪਣੇ ਧਰਮ ਦੀ, ਆਪਣੇ ਪੰਥ ਦੀ, ਆਪਣੇ ਕਲਚਰ ਦੀ ਰਾਖੀ ਕਰਨੀ ਆ, ਤਾਂ ਹਰ ਧਰਮ, ਹਰ ਪੰਥ, ਹਰ ਸੰਪਰਦਾਇ ਦੇ ਲੋਕ 3-4 ਵਿਚਾਰਧਾਰਾਵਾਂ 'ਚ ਵੰਡੇ ਜਾਣਗੇ। ਇੱਕ ਡੈਮੋਕ੍ਰੇਸੀ ਦਾ ਝੰਡਾ ਚੱਕ ਲੂਗਾ, ਇੱਕ ਰਿਲੀਜਨ ਦਾ ਝੰਡਾ ਚੱਕ ਲੂਗਾ, ਇੱਕ ਵਿੱਚ ਵਿਚਾਲੇ ਜੇ ਹੋਣਗੇ ਜਿਹੜੇ ਆਪਣੇ ਵਰਗੇ, ਵੈਸੇ ਆ ਵੀ ਠੀਕ ਆ, ਇਹ ਵੀ ਠੀਕ ਆ, ਠੀਕ ਆ, ਉਹ ਤੀਜਾ ਰਾਹ ਫੜ ਲੈਣਗੇ। ਉਹ ਹਮੇਸ਼ਾ ਇੱਕੋ ਝੰਡੇ ਥੱਲੇ ਰਹਿੰਦੇ ਆ, ਚਾਹੇ ਉਹ ਝੰਡਾ ਸਹੀ ਆ ਚਾਹੇ ਗਲਤ ਆ, ਉਹ ਨਹੀਂ ਦਬਦੇ। ਸੋ ਇਹ ਉਹਨਾਂ ਦੇ ਕਰੈਕਟਰ 'ਚ ਹੀ ਸੀਗਾ। 18ਵੀਂ ਸਦੀ 'ਚ ਵੀ ਉਹ ਐਵੇਂ ਦੇ ਸੀਗੇ। ਉਹਨਾਂ ਨੇ ਹਮਲਾ ਕਰਨ ਲੱਗੇ, ਉਹ ਸੋਚਦੇ ਹੀ ਨਹੀਂ ਕਿ ਅਸੀਂ ਹਮਲਾ ਕਰ ਕਿਉਂ ਰਹੇ ਹਾਂ। ਖੈਰ, ਇਹੀ ਇੱਕ ਖਾਸੀਅਤ ਸੀਗੀ ਕਿ ਯਮਨ ਸ਼ਾਹ ਅਬਦਾਲੀ ਤੋਂ ਅੰਗਰੇਜ਼ ਡਰਦੇ ਸੀ। ਅੰਗਰੇਜ਼ਾਂ ਨੇ ਆਪਣਾ ਰਿਪਰੈਜ਼ੈਂਟੇਟਿਵ ਯੂਸਫ ਅਲੀ ਭੇਜਿਆ ਰਣਜੀਤ ਸਿੰਘ ਕੋਲ ਗੱਲਬਾਤ ਕਰਨ ਵਾਸਤੇ। ਵੈਸੇ ਰਣਜੀਤ ਸਿੰਘ ਸ਼ਾਹ ਯਮਨ ਦੇ ਖਿਲਾਫ ਨਹੀਂ ਸੀ। ਰਣਜੀਤ ਸਿੰਘ ਨੇ ਯਮਨ ਸ਼ਾਹ ਨਾਲ ਆਪਣੇ ਸਬੰਧ ਠੀਕ ਕਰਨ ਦੀ ਹਰੇਕ ਕੋਸ਼ਿਸ਼ ਕਰ ਲਈ ਸੀ, ਕਿਉਂਕਿ ਰਣਜੀਤ ਸਿੰਘ ਨਹੀਂ ਸੀ ਚਾਹੁੰਦਾ ਕਿ ਮੈਂ ਅਫਗਾਨਿਸਤਾਨ ਦੇ ਰਾਜੇ ਨਾਲ ਪੰਗਾ ਲਵਾਂ, ਸਪੈਸ਼ਲੀ ਉਦੋਂ ਜਦੋਂ ਹਜੇ ਮੇਰਾ ਡ੍ਰੀਮ ਲਾਹੌਰ, ਅੰਮ੍ਰਿਤਸਰ, ਕਸੂਰ ਵਰਗੇ ਛੋਟੇ ਛੋਟੇ ਸ਼ਹਿਰ ਜਿੱਤਣੇ ਆ। ਮੈਂ ਬਾਹਰਲੇ ਰਾਜੇ ਨਾਲ ਕਿਉਂ ਪੰਗਾ ਲਵਾਂ? ਡਿਪਲੋਮੈਸੀ, ਇਸ ਤੋਂ ਵੱਡੀ ਹੋਰ ਰਣਨੀਤੀ, ਕੂਟਨੀਤੀ ਕੀ ਹੁੰਦੀ ਹੈ, ਠੀਕ ਆ ਨਾ। ਸੋ ਰਣਜੀਤ ਸਿੰਘ ਨੇ ਕੋਸ਼ਿਸ਼ ਵੀ ਕੀਤੀ। ਰਣਜੀਤ ਸਿੰਘ ਨੇ ਯਮਨ ਸ਼ਾਹ ਦੀਆਂ ਤੋਪਾਂ ਸਿੰਧੂ ਨਦੀ 'ਚ ਡਿੱਗ ਗਈਆਂ ਸੀ, ਇੰਡਸ ਰਿਵਰ 'ਚ, ਉਹ ਕੱਢ ਕੇ ਵਾਪਸ ਭੇਜੀਆਂ ਸੀਗੀਆਂ ਕਿ ਬਈ ਦੋਸਤੀ ਬਣੀ ਰਵੇ। 1799 'ਚ ਯਮਨ ਸ਼ਾਹ ਨੇ ਰਣਜੀਤ ਸਿੰਘ ਨੂੰ ਲਾਹੌਰ ਦਾ ਰਾਜਾ ਵੀ ਰਿਕੋਗਨਾਈਜ਼ ਕਰਤਾ ਸੀ। ਇਸ ਸੰਦਰਭ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਤਾਂ ਰਣਜੀਤ ਸਿੰਘ ਤਾਂ ਚਾਹੁੰਦਾ ਹੀ ਨਹੀਂ ਸੀਗਾ ਕਿ ਕੋਈ ਗੜਬੜ ਹੋਵੇ, ਪਰ ਖੈਰ ਰਣਜੀਤ ਸਿੰਘ ਨੇ ਯੂਸਫ ਅਲੀ ਨੂੰ ਰਿਕੋਗਨਾਈਜ਼ ਕੀਤਾ, ਬੁਲਾਇਆ, ਸਤਿਕਾਰ ਕੀਤਾ। ਇਸੇ ਦੌਰਾਨ ਇੱਕ ਬੜੀ ਵੱਡੀ ਹਲਚਲ ਹੋ ਗਈ ਅਫਗਾਨਿਸਤਾਨ ਦੇ ਵਿੱਚ, ਭਰਾਵਾਂ ਦੀ ਹੋ ਗਈ ਲੜਾਈ। ਯਮਨ ਸ਼ਾਹ ਅਬਦਾਲੀ ਨੂੰ ਬਗਾਵਤ ਕਰਕੇ ਉਹਦੇ ਭਰਾ ਮਹਿਮੂਦ ਸ਼ਾਹ ਅਬਦਾਲੀ ਨੇ ਹਰਾਤਾ, ਤਖਤਾ ਪਲਟ ਕਰਤਾ। ਤਖਤਾ ਪਲਟ ਕਰਕੇ ਉਹਨੂੰ ਅੰਨਾ ਕਰਕੇ ਜੇਲ੍ਹ 'ਚ ਭੇਜਤਾ ਤੇ ਗੱਦੀ ਤੇ ਆਪ ਬਹਿ ਗਿਆ। ਹੁਣ ਅੰਗਰੇਜ਼ਾਂ ਨੂੰ ਮਹਿਮੂਦ ਸ਼ਾਹ ਅਬਦਾਲੀ ਤੋਂ ਉਹ ਉਮੀਦ ਨਹੀਂ ਸੀ ਕਿ ਉਹ ਇੰਡੀਆ ਵੱਲ ਨੂੰ ਉਨੀ ਬੁਰੀ ਨਿਗਾਹ ਨਾਲ ਦੇਖ ਰਿਹਾ ਹੈ। ਇਸ ਕਰਕੇ ਯੂਸਫ ਅਲੀ ਨੂੰ ਅੰਗਰੇਜ਼ਾਂ ਨੇ ਹੁਕਮ ਦੇਤਾ ਕਿ ਭਰਾਵਾ ਤੂੰ ਵਾਪਸ ਹੀ ਆ ਜਾ। ਹੁਣ ਲਾਰਡ ਵੈਲਸਲੇ ਉਸ ਵੇਲੇ ਭਾਰਤ 'ਚ ਅੰਗਰੇਜ਼ਾਂ ਦਾ ਪ੍ਰਧਾਨ ਮੰਤਰੀ ਸੀਗਾ। 1798 ਤੋਂ ਲੈ ਕੇ 1805 ਤੱਕ ਭਾਰਤ 'ਚੋਂ ਗਵਰਨਰ ਜਨਰਲ, ਮੈਂ ਸ਼ਬਦ ਗਵਰਨਰ ਜਨਰਲ ਵਰਤੂੰਗਾ ਪ੍ਰਧਾਨ ਮੰਤਰੀ ਦੀ ਜਗ੍ਹਾ ਤੇ, ਅੰਗਰੇਜ਼ਾਂ ਦੇ ਵੇਲੇ ਪ੍ਰਧਾਨ ਮੰਤਰੀ ਵਾਸਤੇ ਸ਼ਬਦ ਗਵਰਨਰ ਜਨਰਲ ਵਰਤਿਆ ਜਾਂਦਾ ਸੀ। ਲਾਰਡ ਵੈਲਸਲੇ ਨੇ ਉਹਨੂੰ ਕਹਿਤਾ ਕਿ ਬਈ ਹੁਣ ਤਾਂ ਕੋਈ ਖਤਰਾ ਨਹੀਂ, ਫਿਰ ਉਹ ਰਣਜੀਤ ਸਿੰਘ ਨੂੰ ਹੈਲੋ ਹਾਈ ਕਰਕੇ ਮੁੜ ਆਇਆ ਵਾਪਸ। ਸੋ ਇਹ ਅੰਗਰੇਜ਼ਾਂ ਦੇ ਨਾਲ ਪਹਿਲੀ ਰਣਜੀਤ ਸਿੰਘ ਦੀ ਫਾਰਮ ਮੀਟਿੰਗ ਸੀ। ਇਹਨੂੰ ਕਹਿੰਦੇ ਆ ਯੂਸਫ ਅਲੀ ਦਾ ਮਿਸ਼ਨ। ਠੀਕ ਹੈ, ਉਮੀਦ ਕਰਦਾ ਕਿ ਇਹ ਕਹਾਣੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਉਸ ਤੋਂ ਬਾਅਦ ਅਗਲੀ ਕਹਾਣੀ ਉਦੋਂ ਵਾਪਰਦੀ ਆ, ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਮੁਲਤਾਨ ਜਿੱਤਣਾ ਕਿਹੜਾ ਸੌਖਾ ਸੀ। ਆਪਾਂ ਜਦੋਂ ਪੜ੍ਹਦੇ ਹਾਂ ਮੁਲਤਾਨ ਤੇ ਟੋਟਲ ਕਿੰਨੇ ਹਮਲੇ ਕੀਤੇ ਆ ਰਣਜੀਤ ਸਿੰਘ ਨੇ? 7 ਹਮਲੇ। ਦੂਜਾ ਹਮਲਾ ਰਣਜੀਤ ਸਿੰਘ ਨੇ ਮੁਲਤਾਨ ਤੇ 1805 'ਚ ਕਰਨਾ ਸੀ। ਜਨਾਬ ਹਮਲਾ ਕਰਨ ਗਏ ਹੋਏ ਆ ਮੁਲਤਾਨ ਦੇ ਨਾਲ। ਉਹ ਉਧਰੋਂ ਜਿਹੜਾ ਮੁਜ਼ੱਫਰ ਜੰਗ ਸੀ ਉਹ ਕਿਹੜਾ ਸਿੱਧਾ ਸੀਗਾ, ਉਹ ਵੀ ਤੰਗ ਕਰੀ ਰੱਖਦੇ ਸੀਗੇ। ਸੋ ਕੁੱਲ ਮਿਲਾ ਕੇ ਜਦੋਂ ਰਣਜੀਤ ਸਿੰਘ ਮੁਲਤਾਨ ਤੇ ਹਮਲਾ ਕਰਨ ਗਿਆ ਹੋਇਆ, ਇਹ ਉਹੀ ਵੇਲਾ ਏ ਜਦੋਂ ਰਣਜੀਤ ਸਿੰਘ ਪੰਜਾਬ 'ਚ ਆਪਣੇ ਆਪ 'ਚ ਕਾਫੀ ਪ੍ਰਭਾਵਸ਼ਾਲੀ ਲੀਡਰ ਬਣ ਰਿਹਾ ਹੈ। ਰਣਜੀਤ ਸਿੰਘ ਨੇ 1799 'ਚ ਲਾਹੌਰ ਜਿੱਤ ਲਿਆ। 1805 'ਚ ਰਣਜੀਤ ਸਿੰਘ ਭੰਗੀਆਂ ਤੋਂ ਅੰਮ੍ਰਿਤਸਰ ਵੀ ਖੋ ਚੁੱਕਿਆ ਹੈ। ਇੰਪੋਰਟੈਂਟ ਗੱਲ ਆ, ਰਣਜੀਤ ਸਿੰਘ ਦੀ ਪਾਵਰ ਪੰਜਾਬ ਦੇ ਵਿੱਚ ਬਹੁਤ ਵੱਧ ਚੁੱਕੀ ਹੈ। ਅੰਗਰੇਜ਼ ਉਹਦੀ ਇਸ ਪਾਵਰ ਨੂੰ ਯਮਨਾ ਪਾਰ ਬੈਠੇ ਦੇਖ ਰਹੇ ਆ, ਕਿਉਂਕਿ ਯਮਨਾ ਤੋਂ ਅੱਗੇ ਦਿੱਲੀ, ਮੇਰਠ ਥੱਲੇ ਸੈਂਟਰਲ ਇੰਡੀਆ ਤੱਕ ਕਿਹਨਾਂ ਦਾ ਰਾਜ ਆ? ਅੰਗਰੇਜ਼ਾਂ ਦਾ ਰਾਜ ਆ। ਉੱਥੋਂ ਬੈਠੇ ਉਹ ਰਣਜੀਤ ਸਿੰਘ ਦੀ ਵੱਧ ਰਹੀ ਤਾਕਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਦੱਖਣ ਵਾਲੇ ਪਾਸੇ ਜਿਵੇਂ ਰਣਜੀਤ ਸਿੰਘ ਇੱਥੇ ਮੁਲਤਾਨ, ਪਸ਼ਾਵਰ, ਅਟਕ ਤੇ ਕਸ਼ਮੀਰ ਇਹਨਾਂ ਨਾਲ ਦੋ ਹੱਥ ਕਰ ਰਿਹਾ ਨਾ, ਅੰਗਰੇਜ਼ ਸਾਊਥ ਇੰਡੀਆ 'ਚ, ਸੈਂਟਰਲ ਇੰਡੀਆ 'ਚ, ਸਾਊਥ ਵੈਸਟ ਇੰਡੀਆ ਦੇ ਵਿੱਚ ਮਰਾਠਿਆਂ, ਨਿਜ਼ਾਮਾਂ ਦੇ ਨਾਲ ਦੋ ਹੱਥ ਕਰ ਰਹੇ ਆ।
ਮਰਾਠਿਆਂ ਦੇ ਨਾਲ ਤਾਜੀ ਲੜਾਈ ਅੰਗਰੇਜ਼ਾਂ ਨੇ ਕਰਕੇ ਹਟੇ। ਅੰਗਰੇਜ਼ 1801 ਤੋਂ ਲੈ ਕੇ 2 ਤੋਂ ਲੈ ਕੇ 1805 ਦੂਜੀ ਐਂਗਲੋ ਮਰਾਠਾ ਜੰਗ, ਅੰਗਰੇਜ਼ਾਂ ਤੇ ਮਰਾਠਿਆਂ ਦੇ ਵਿੱਚ ਜ਼ਬਰਦਸਤ ਲੜਾਈ ਹੋਈ ਹੈ। ਠੀਕ ਹੈ, ਬਸ ਇੱਕ ਪੇਸ਼ਵਾ ਛੱਡ ਦੋ ਕੱਲਾ, ਮਤਲਬ ਕਿ ਜਿਹੜੇ ਪੇਸ਼ਵਾ ਬਾਜੀ ਰਾਓ ਸੀ, ਬਾਕੀ ਸਾਰੇ ਮਰਾਠੇ ਜਿਹੜੇ ਸੀ ਅੰਗਰੇਜ਼ਾਂ ਦੇ ਖਿਲਾਫ ਸੀ, ਪੇਸ਼ਵਾ ਅੰਗਰੇਜ਼ਾਂ ਦੇ ਵੱਲ ਸੀ। ਹੁਣ ਤੁਸੀਂ ਕਹੋਗੇ ਸਰ ਇਹਦੇ ਪਿੱਛੇ ਦੀ ਸਟੋਰੀ ਕੀ ਹੈ? ਉਹ ਤਾਂ ਜਦੋਂ ਆਪਾਂ ਐਂਗਲੋ ਮਰਾਠਾ ਰਿਲੇਸ਼ਨਸ ਪੜਾਂਗੇ ਉਦੋਂ ਪੜਾਂਗੇ। ਪੰਜਾਬੀ 'ਚ ਇੰਨੀ ਕੀ ਗੱਲ ਸਮਝੋ ਕਿ ਅੰਗਰੇਜ਼ਾਂ ਨੇ ਸਾਰੇ ਮਰਾਠੇ ਹਰਾਤੇ, ਚਾਹੇ ਉਹ ਹੋਲਕਰ ਹੋਣ, ਚਾਹੇ ਉਹ ਗਾਇਕਵਾੜ ਹੋਣ, ਚਾਹੇ ਉਹ ਗੋਖਲੇ ਹੋਣ, ਚਾਹੇ ਉਹ ਸਿੰਧੀਆਜ਼ ਹੋਣ, ਚਾਹੇ ਉਹ ਸ਼ਿੰਦੇਜ਼ ਹੋਣ, ਕੋਈ ਵੀ ਬਰਾਦਰੀ ਦੇ ਮਰਾਠੇ ਸੀ, ਕੋਈ ਨਹੀਂ ਬਖਸ਼ੇ ਉਹਨਾਂ ਨੇ। 1802 ਤੋਂ ਲੈ ਕੇ 1805 ਤੱਕ ਦੂਜੀ ਐਂਗਲੋ ਅਫਗਾਨ ਜੰਗ, ਐਂਗਲੋ ਮਰਾਠਾ ਜੰਗ 'ਚ ਸਾਰੇ ਹਰਾਤੇ। ਯਸ਼ਵੰਤ ਰਾਓ ਹੋਲਕਰ, ਜਿਹੜਾ ਹੋਲਕਰ ਬਰਾਦਰੀ ਦਾ ਸੀ, ਇੰਦੌਰ ਵੱਲੋਂ ਸੀਗਾ, ਉਹ ਭੱਜ ਕੇ ਰਣਜੀਤ ਸਿੰਘ ਕੋਲ ਆਇਆ। ਰਣਜੀਤ ਸਿੰਘ ਨੂੰ ਕਹਿੰਦਾ ਜਨਾਬ ਆਪਾਂ ਗੱਲਬਾਤ ਕਰਨੀ ਆ। ਸੋ ਦੂਜੀ ਵਾਰੀ ਅੰਗਰੇਜ਼ਾਂ ਤੇ ਰਣਜੀਤ ਸਿੰਘ ਦੇ ਸਬੰਧ ਉਦੋਂ ਉੱਭਰ ਕੇ ਬਾਹਰ ਆਏ ਜਦੋਂ ਰਣਜੀਤ ਸਿੰਘ ਕਿਹਨੂੰ ਮਿਲਣ ਦਾ ਟਾਈਮ ਦੇ ਦਿੰਦਾ ਹੈ? ਹੋਲਕਰ ਨੂੰ। ਖੈਰ ਹੋਲਕਰ ਰਣਜੀਤ ਸਿੰਘ ਨੂੰ ਮਿਲਣ ਅੰਮ੍ਰਿਤਸਰ ਆਇਆ ਆਪਣੇ ਇੱਕ ਸਾਥੀ ਅਮੀਰ ਖਾਨ ਨਾਲ ਲੈ ਕੇ। ਖੈਰ ਉਹਨਾਂ ਨੇ ਆ ਕੇ ਆਪਣੀ ਗੱਲ ਅੱਗੇ ਰੱਖੀ ਕਿ ਸਾਡਾ ਸਾਥ ਦਿਓ, ਅੰਗਰੇਜ਼ਾਂ ਤੋਂ ਬਚਾਓ ਸਾਨੂੰ। ਇਹਦੇ ਨਾਲ ਕੀ ਹੋਊਗਾ? ਭਾਰਤ ਆਪਣਾ ਮਸਲਾ ਆਪਸ 'ਚ ਹੀ ਰਹਿ ਜਾਊਗਾ, ਵਿਦੇਸ਼ੀ ਤਾਂ ਬਾਹਰੋਂ ਆਉਣਗੇ, ਉਹਨਾਂ ਦੇ ਖਿਲਾਫ ਤੇ ਆਪਾਂ ਨੂੰ ਵੈਸੇ ਹੀ ਲੜਨਾ ਚਾਹੀਦਾ ਹੈ। ਹੁਣ ਰਣਜੀਤ ਸਿੰਘ ਨੇ ਇਹਦੇ ਤੇ ਵਿਚਾਰ ਕਰਨ ਵਾਸਤੇ ਸਰਬੱਤ ਖਾਲਸਾ ਬੁਲਾਇਆ। ਜੇ ਤੁਹਾਡੇ ਚੋਂ ਕਿਸੇ ਨੂੰ ਸਿੱਖ ਮਿਸਲਾਂ ਬਾਰੇ ਪਤਾ ਹੋਵੇ, ਸਿੱਖ ਮਿਸਲਾਂ ਦੇ ਜਦੋਂ ਤੁਸੀਂ ਗਵਰਨੈਂਸ ਆਫ ਸਿੱਖ ਮਿਸਲਸ ਪੜ੍ਹਦੇ ਹੋ ਤਾਂ ਤੁਸੀਂ ਇੱਕ ਚੀਜ਼ ਪੜ੍ਹੀ ਹੋਊਗੀ ਸਿੱਖ ਮਿਸਲ 'ਚ, ਰਾਖੀ ਪ੍ਰਣਾਲੀ। ਇੱਕ ਚੀਜ਼ ਤੁਸੀਂ ਸਿੱਖ ਮਿਸਲਸ 'ਚ ਹੋਰ ਪੜ੍ਹੀ ਹੋਊਗੀ, ਗੁਰੂਮਤਾ। ਸਰਬੱਤ ਖਾਲਸਾ ਜਦੋਂ ਪਹਿਲੀ ਵਾਰ ਦਲ ਖਾਲਸਾ ਦੇ ਬਣਨ ਤੋਂ ਬਾਅਦ ਵੇਲੇ ਬਣਿਆ, ਸਰਬੱਤ ਖਾਲਸਾ ਦੀ ਉਹ ਮੀਟਿੰਗ ਹੋਈ ਦਲ ਖਾਲਸਾ ਦੇ ਬਣਨ ਵੇਲੇ 29 ਮਾਰਚ 1748 ਨੂੰ, ਉਦੋਂ ਗੁਰੂਮਤੇ ਦਾ ਕਨਸੈਪਟ ਆਇਆ। ਜਦੋਂ 1753 ਦੇ ਵਿੱਚ ਨਵਾਬ ਕਪੂਰ ਸਿੰਘ ਦੀ ਡੈਥ ਹੁੰਦੀ ਆ ਤਾਂ ਉਸ ਤੋਂ ਬਾਅਦ ਵੀ ਤਾਂ ਜੱਸਾ ਸਿੰਘ ਆਹਲੂਵਾਲੀਆ ਨੂੰ ਗੁਰੂਮਤਾ ਪਾ ਕੇ ਹੀ ਗੱਦੀ ਤੇ ਬਿਠਾਇਆ ਜਾਂਦਾ ਹੈ। ਫਿਰ ਜਿਹੜੇ ਸਿੱਖ ਜਥੇ ਹੁੰਦੇ ਸੀ, ਇਹਨਾਂ ਦੀ ਇੱਕ ਫਾਈਲ ਤਿਆਰ ਹੁੰਦੀ ਸੀ, ਮਿਸਲ ਤਿਆਰ ਹੁੰਦੀ ਸੀ। ਜਦੋਂ ਇੱਕ ਜਥਾ ਜਾਂ ਇੱਕ ਮਿਸਲ ਕੋਈ ਏਰੀਆ ਜਿੱਤ ਲੈਂਦੀ ਸੀ ਦੂਜੇ ਤੋਂ, ਤਾਂ ਮਿਸਲ ਦੇ ਵਿੱਚ ਗੁਰੂਮਤਾ ਪਾ ਕੇ ਹੀ ਟਰਾਂਸਫਰ ਕੀਤੀ ਜਾਂਦੀ ਸੀ। ਜਦੋਂ ਹਰ ਸਾਲ 2 ਵਾਰ ਵਿਸਾਖੀ ਤੇ ਦੀਵਾਲੀ ਤੇ ਅੰਮ੍ਰਿਤਸਰ ਮਿਲਦੇ ਸੀ। ਗੁਰੂਮਤੇ ਦਾ ਟ੍ਰੈਂਡ ਸਿੱਖ ਮਿਸਲਾਂ 'ਚ ਨਾਰਮਲ ਸੀ। ਪਰ ਕਹਿੰਦੇ ਆ 1799 ਤੋਂ ਬਾਅਦ ਜਦੋਂ ਰਣਜੀਤ ਸਿੰਘ ਪ੍ਰਭਾਵੀ ਹੁੰਦਾ ਸ਼ੁਰੂ ਹੁੰਦਾ ਹੈ, ਓਬਵੀਅਸ ਜੀ ਗੱਲ ਆ, ਜੇ ਤੁਸੀਂ ਕਹੋਗੇ ਡੈਮੋਕ੍ਰੈਟਿਕ ਪ੍ਰੋਸੈਸ ਤੇ ਆਟੋਕ੍ਰੇਸੀ ਨਾਲ ਚੱਲੂਗੀ, ਕਦੇ ਨਹੀਂ ਚੱਲ ਸਕਦੀ। ਸੋ ਰਣਜੀਤ ਸਿੰਘ ਦੇ ਬਾਕੀ ਮਿਸਲਾਂ ਤੇ ਹਾਵੀ ਹੋਣ ਦੇ ਨਾਲ ਗੁਰੂਮਤੇ ਦਾ ਕਨਸੈਪਟ ਖਤਮ ਹੋਣਾ ਸ਼ੁਰੂ ਹੁੰਦਾ ਹੈ। ਕਹਿੰਦੇ ਆ ਇਤਿਹਾਸਕਾਰ ਇਹ ਮੰਨਦੇ ਆ ਕਿ 1805 'ਚ ਅਖੀਰਲਾ ਗੁਰੂਮਤਾ ਪਿਆ ਬਸ, ਸਰਬੱਤ ਖਾਲਸੇ ਦੀ ਮੀਟਿੰਗ ਬੁਲਾ ਕੇ, ਉਹ ਵੀ ਇਹ ਕਿ ਭਈ ਹੋਲਕਰ ਸਾਹਿਬ ਦੀ ਮਦਦ ਕਰੀਏ ਕਿ ਨਾ ਕਰੀਏ। ਸੋ ਉਸ 1805 ਦੇ ਗੁਰੂਮਤੇ 'ਚ, ਸਰਬੱਤ ਖਾਲਸੇ ਦੇ ਗੁਰੂਮਤੇ 'ਚ ਭਾਗ ਸਿੰਘ ਜਿਹੜੇ ਕਿ ਉਸ ਵੇਲੇ ਜੀਂਦ ਦੇ ਰੂਲਰ ਸੀਗੇ, ਰਣਜੀਤ ਸਿੰਘ ਦਾ ਆਪਣਾ ਮੈਟਰਨਲ ਅੰਕਲ, ਹੋਰ ਵੀ ਬਹੁਤ, ਫਤਿਹ ਸਿੰਘ ਆਹਲੂਵਾਲੀਆ ਵਰਗੇ ਰਣਜੀਤ ਸਿੰਘ ਦਾ ਬਹੁਤ ਖਾਸ ਦੋਸਤ ਸੀਗਾ, ਜੱਸਾ ਸਿੰਘ ਆਹਲੂਵਾਲੀਆ ਦਾ ਜੇ ਮੈਂ ਗਲਤ ਨਾ ਹੋਵਾਂ ਤਾਂ ਪੋਤਾ। ਸੋ ਇਹਨਾਂ ਨੇ ਰਣਜੀਤ ਸਿੰਘ ਨੂੰ ਸਲਾਹ ਦਿੱਤੀ ਕਿ ਸਾਨੂੰ ਉਹਦੀ ਮਦਦ ਨਹੀਂ ਕਰਨੀ ਚਾਹੀਦੀ। ਖੈਰ ਇੱਕ ਪਾਸੇ ਜਸਵੰਤ ਰਾਓ ਹੋਲਕਰ ਜਿਹੜਾ ਸੀਗਾ, ਉਹ ਜਦੋਂ ਮਿਲਣ ਆਉਂਦਾ ਹੈ, ਮਗਰ ਹੀ ਅੰਗਰੇਜ਼ ਆਪਣਾ ਚੇਲਾ ਭੇਜ ਦਿੰਦੇ ਆ। ਅੰਗਰੇਜ਼ਾਂ ਵੱਲੋਂ ਆਇਆ ਸੀ ਲਾਰਡ ਲੇਕ। ਹੁਣ 1805 ਦਾ ਸਾਲ ਆ ਗਿਆ। ਇਹ 1805 ਦਾ ਸਾਲ ਉਹ ਆ ਜਦੋਂ ਵੈਲਸਲੇ ਜਾ ਚੁੱਕਿਆ। ਵੈਲਸਲੇ ਤੋਂ ਬਾਅਦ ਇੱਕ ਅੰਗਰੇਜ਼ ਗਵਰਨਰ ਜਨਰਲ ਭਾਰਤ 'ਚ ਆਇਆ, ਨਾਮ ਸੀ ਕਾਰਨਵਾਲਿਸ। ਕਾਰਨਵਾਲਿਸ ਇੱਥੇ 6 ਮਹੀਨੇ ਰਿਹਾ। ਮੈਨੂੰ ਲੱਗਦਾ ਜਿਹੜੇ ਮਹੀਨੇ ਹੋਲਕਰ ਆਇਆ ਨਾ, ਹੋਲਕਰ ਕਿਹੜੇ ਮਹੀਨੇ ਮਿਲਣ ਆਇਆ? ਅਕਤੂਬਰ 1805 'ਚ। ਅਕਤੂਬਰ 1805 'ਚ ਹੀ ਉਹਨੂੰ ਮਲੇਰੀਆ ਹੋ ਗਿਆ। ਕਾਰਨਵਾਲਿਸ ਜਿਹੜਾ ਆਇਆ ਸੀ ਹਜੇ 6 ਮਹੀਨੇ ਹੀ ਸੀਗੇ। ਚਲੋ ਜੀ, ਰੱਬ ਨੂੰ ਪਿਆਰਾ। ਉਹਦੀ ਜਗ੍ਹਾ ਤੇ ਮਦਰਾਸ ਦੇ ਗਵਰਨਰ ਨੂੰ ਭਾਰਤ ਦੇ ਗਵਰਨਰ ਜਨਰਲ ਦਾ ਵਾਧੂ ਚਾਰਜ ਮਿਲ ਗਿਆ। ਪੰਜਾਬੀ 'ਚ ਕਹਾਂ, ਕਿਸੇ ਸਟੇਟ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਦਾ ਐਡੀਸ਼ਨਲ ਚਾਰਜ ਮਿਲ ਜੇ। ਠੀਕ ਆ, ਐਵੇਂ ਦੀ ਸਥਿਤੀ ਹੋ ਗਈ। ਤਾਂ ਉਸ ਵੇਲੇ ਸੀ ਜਾਰਜ ਬੋਰਲੋ, ਉਹਨੂੰ ਭਾਰਤ ਦੇ ਗਵਰਨਰ ਜਨਰਲ ਦਾ ਵਾਧੂ ਚਾਰਜ ਮਿਲ ਗਿਆ, ਜਿਹੜਾ ਉਸ ਵੇਲੇ ਮਦਰਾਸ ਦਾ ਗਵਰਨਰ ਸੀ। ਖੈਰ ਉਹਨੇ ਲਾਰਡ ਲੇਕ ਦੀ ਜ਼ਿੰਮੇਵਾਰੀ ਲਈ ਕਿ ਭਰਾਵਾ ਤੂੰ ਜਾ ਕੇ ਰਣਜੀਤ ਸਿੰਘ ਨਾਲ ਨਿਬੜ ਕੇ ਆਇਆ ਤਾਂ ਹੋਰ ਹੀ ਕੁਛ ਕਰੀ ਜਾਣਗੇ, ਇਹਨਾਂ ਨੇ ਹੱਥ ਮਿਲਾ ਲਿਆ, ਆਪਣੇ ਪੱਲੇ ਕੁਛ ਨਹੀਂ ਰਹਿਣਾ। ਲਾਰਡ ਲੇਕ ਰਣਜੀਤ ਸਿੰਘ ਨੂੰ ਰਾਵੀ ਨਦੀ ਦੇ ਕੰਢੇ ਤੇ ਮਿਲਦਾ ਹੈ। ਸੋ ਉਹਨਾਂ ਦੀ ਆਪਸੀ ਗੱਲਬਾਤ ਹੁੰਦੀ ਆ। ਉਸ ਗੱਲਬਾਤ ਚੋਂ ਨਿਕਲ ਕੇ ਫਿਰ ਇਹ ਨਤੀਜਾ ਨਿਕਲਦਾ ਹੈ, ਕਿਉਂਕਿ
ਜਸ਼ਵੰਤ ਰਾਓ ਹੋਲਕਰ ਦੀ ਵੀ ਅਗਲੇ ਸਾਲ ਮੌਤ ਹੋ ਜਾਂਦੀ ਹੈ। ਰਣਜੀਤ ਸਿੰਘ ਹੁਣੀ ਵੀ ਮਤਾ ਪਾ ਕੇ ਕਹਿ ਦਿੰਦੇ ਆ ਕਿ ਇਹਦੀ ਮਦਦ ਨਹੀਂ ਕਰਨੀ। ਫਾਈਨਲੀ ਲਾਰਡ ਲੇਕ ਰਣਜੀਤ ਸਿੰਘ ਨੂੰ ਮਰਾਠਿਆਂ ਦੀ ਮਦਦ ਕਰਨ ਦੀ ਬਜਾਏ ਅੰਗਰੇਜ਼ਾਂ ਨਾਲ ਹੱਥ ਮਿਲਾਉਣ ਦੇ ਫਾਇਦੇ ਸਮਝਾਉਣ 'ਚ ਸਫਲ ਹੋ ਜਾਂਦਾ ਹੈ। ਖੈਰ ਇੱਕ ਸੰਧੀ ਸਾਈਨ ਹੁੰਦੀ ਆ ਰਣਜੀਤ ਸਿੰਘ ਮਤਲਬ ਸਿੱਖ ਰਾਜ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਵਿੱਚ 1 ਜਨਵਰੀ 1806 ਨੂੰ ਸੰਧੀ ਸਾਈਨ ਹੋਈ ਆ ਲਾਹੌਰ ਬਹਿ ਕੇ, ਟ੍ਰੀਟੀ ਆਫ ਫਰੈਂਡਸ਼ਿਪ ਐਂਡ ਕੋਆਪਰੇਸ਼ਨ। ਸੋ ਇਹ ਸੰਧੀ ਜਿਹੜੀ ਸੀਗੀ ਆਪਣੇ ਆਪ 'ਚ ਬੜੀ ਇੰਪੋਰਟੈਂਟ ਆ। ਅੰਗਰੇਜ਼ਾਂ ਵੱਲੋਂ ਜਿਹੜਾ ਉਸ ਵੇਲੇ ਦਾ ਜਾਰਜ ਬੋਰਲੋ ਗਵਰਨਰ ਜਨਰਲ ਸੀ, ਉਹਨਾਂ ਵੱਲੋਂ ਕਰਨਲ ਜੌਨ ਮੈਕਲਮ ਨੇ ਤੇ ਰਣਜੀਤ ਸਿੰਘ ਵੱਲੋਂ ਇਹਦੇ ਪੱਗਵਟ ਭਰਾ ਜਿਹਨੇ ਤਰਨਤਾਰਨ 'ਚ ਬਹਿ ਕੇ ਇਹਦੇ ਨਾਲ ਪੱਗ ਵਟਾਈ ਸੀਗੀ, ਫਤਿਹ ਸਿੰਘ ਆਹਲੂਵਾਲੀਆ, ਉਹ ਸਾਈਨ ਕਰਦੇ ਆ। ਇਸ ਤਰੀਕੇ ਨਾਲ ਉਹ ਸੰਧੀ ਜਿਹੜੀ ਆ ਉਹ ਸਾਈਨ ਹੁੰਦੀ ਆ। ਠੀਕ ਆ, ਇਹ 5 ਜਨਵਰੀ ਜਾਂ 5 ਜਨਵਰੀ ਹੋਊਗਾ ਬਾਈ ਚਾਂਸ, 5 ਜਨਵਰੀ ਨੂੰ ਇਹ ਸੰਧੀ, ਮੈਂ ਗਲਤੀ ਨਾਲ ਇੱਕ ਕਹਿਤਾ, 5 ਜਨਵਰੀ ਨੂੰ ਇਹ ਸੰਧੀ ਸਾਈਨ ਹੁੰਦੀ ਹੈ। ਇਸ ਸੰਧੀ ਦੀਆਂ ਕੁਝ ਸ਼ਰਤਾਂ ਜਿਹੜੀਆਂ ਸਾਫ਼ ਲਿਖੀਆਂ ਹੋਈਆਂ ਕਿ ਰਣਜੀਤ ਸਿੰਘ ਮਰਾਠਿਆਂ ਦੀ ਮਦਦ ਨਹੀਂ ਕਰਨਗੇ, ਰਣਜੀਤ ਸਿੰਘ ਹੋਲਕਰ ਫੋਰਸਿਸ ਨੂੰ ਅਲਾਓ ਕਰ ਦੇਣਗੇ ਕਿ ਤੁਸੀਂ ਲਾਂਘਾ ਦੇ ਦੇਣਗੇ ਕਿ ਤੁਸੀਂ ਉਹਦਾ ਸੰਧੀ 'ਚ ਲਿਖਿਆ ਗਿਆ ਸੀਗਾ, ਕਿਉਂਕਿ ਰਣਜੀਤ ਸਿੰਘ ਕਹਿੰਦਾ ਸੀ ਕਿ ਦੇਖੋ ਲਾਂਘਾ ਤਾਂ ਦੇਣਾ ਪੈਣਾ, ਹੁਣ ਇਹ ਨਹੀਂ ਕਿ ਅਸੀਂ ਇੱਥੇ ਘੇਰ ਕੇ ਇੱਥੇ ਮਾਰ ਦਾਂਗੇ। ਠੀਕ ਆ, ਕਿ ਜਿਹੜੇ ਇੱਥੇ ਆਏ ਆ ਸਾਡੇ ਕੋਲ ਮਦਦ ਲੈਣ, ਇਹਨਾਂ ਨੂੰ ਇਹਨਾਂ ਦੇ ਇਲਾਕੇ ਤੱਕ ਪਹੁੰਚਾਉਣਾ ਸਾਡੀ ਸ਼ਿਓਰਟੀ ਆ। ਲਾਂਘਾ ਦਿੱਤਾ ਜਾਊਗਾ ਤੇ ਇਹ ਮਤਲਬ ਕਿ ਜੇ ਤੁਸੀਂ ਆਪਸ 'ਚ ਇਸ ਟ੍ਰੀਟੀ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ, ਜੇ ਨਹੀਂ ਕਰੋਗੇ ਤਾਂ ਬ੍ਰਿਟਿਸ਼ ਕਦੇ ਵੀ ਤੁਹਾਡੀ ਟੈਰੀਟਰੀ ਤੇ ਹਮਲਾ ਨਹੀਂ ਕਰਨਗੇ। ਕੁੱਲ ਮਿਲਾ ਕੇ ਇਹ ਇੱਕ ਫਰੈਂਡਸ਼ਿਪ ਟ੍ਰੀਟੀ ਸੀਗੀ। ਸੋ ਆਪਸ ਦੇ ਵਿੱਚ ਇੱਕ ਦੋਸਤੀ ਦੀ ਸੰਧੀ ਜਿਹਨੂੰ ਮੰਨਿਆ ਜਾਂਦਾ ਲਾਹੌਰ ਦੀ ਪਹਿਲੀ ਸੰਧੀ, ਇਹ ਫਸਟ ਟ੍ਰੀਟੀ ਆਫ ਲਾਹੌਰ ਸੀ। ਵੈਸੇ ਫਿਰ ਇਸ ਤੋਂ ਬਾਅਦ ਲਾਹੌਰ ਦੀ ਅਗਲੀ ਸੰਧੀ 1846 ਚ ਹੋਊਗੀ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ। ਪਰ ਇਹ ਦੱਸੋ ਇਹ ਟ੍ਰੀਟੀ ਸਾਰੀ ਸਮਝ ਆ ਗਈ? ਇਸ ਤਰੀਕੇ ਨਾਲ ਇਹ ਰਣਜੀਤ ਸਿੰਘ ਦੀ ਇੱਕ ਟ੍ਰੀਟੀ। ਸੋ ਮੰਨਿਆ ਜਾਂਦਾ ਕਿ ਇਹ ਪਹਿਲਾ ਫੇਜ਼ ਸੀਗਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਦੋਸਤੀ ਸਬੰਧਾਂ ਦੇ ਵਿੱਚ ਪਹਿਲਾ ਫੇਜ਼। ਇਹ ਪ੍ਰੀ ਮੈਚੁਰ ਫੇਜ਼ ਮੰਨਿਆ ਜਾਂਦਾ ਹੈ। ਹੁਣ ਸ਼ੁਰੂ ਹੋਊਗਾ ਕਿਉਂਕਿ ਹੁਣ ਆਪਸ ਦੇ ਵਿੱਚ ਇੰਟਰੈਕਸ਼ਨ ਹੋ ਚੁੱਕੀ ਹੈ। ਇਸ ਤੋਂ ਬਾਅਦ ਹੁਣ ਇੱਕ ਜ਼ਬਰਦਸਤ ਫੇਜ਼ ਆਊਗਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਸਬੰਧਾਂ ਦੇ ਵਿੱਚ। ਉਹ ਫੇਜ਼ ਮੈਂ ਮੰਨਦਾ ਮੈਚੁਰ ਫੇਜ਼ ਆ। ਕਹਿੰਦਾ ਜੀ ਇਸ ਫੇਜ਼ ਦੀ ਸ਼ੁਰੂਆਤ ਜਿਹੜੀ ਆ ਉਹ ਹੋਊਗੀ ਅੰਮ੍ਰਿਤਸਰ ਦੀ ਸੰਧੀ ਤੋਂ 1809 ਤੋਂ। ਪਰ ਉਸ ਸੰਧੀ ਵਾਸਤੇ ਵੀ ਕੁਝ ਭੂਮਿਕਾ ਬਣਨੀ ਪਊਗੀ। ਮੈਂ ਇੱਕ ਪੁਆਇੰਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਆਪਾਂ ਇਹ ਚੀਜ਼ ਚੰਗੀ ਤਰ੍ਹਾਂ ਜਾਣਦੇ ਹਾਂ। ਆ ਇੱਕ ਨਦੀ ਆ ਸਤਲੁਜ, ਠੀਕ ਆ, ਆ ਇੱਕ ਨਦੀ ਆ ਯਮੁਨਾ, ਠੀਕ ਆ। ਯਮੁਨਾ ਤੇ ਸਤਲੁਜ ਦੇ ਵਿੱਚ ਦਾ ਮੇਜਰ ਵਾਲਾ ਇਲਾਕਾ ਜਿਹੜਾ ਹੈ ਇਹਨੂੰ ਮਾਲਵੇ ਦਾ ਇਲਾਕਾ ਕਿਹਾ ਜਾਂਦਾ ਸੀਗਾ, ਠੀਕ ਆ। ਯਮੁਨਾ ਤੱਕ ਜਾਂ ਇੱਥੇ ਤੁਸੀਂ ਦੇਖੋ ਅੰਬਾਲਾ ਹੋ ਗਿਆ, ਇੱਥੇ ਪਟਿਆਲਾ ਹੋ ਗਿਆ, ਨਾਭਾ ਹੋ ਗਿਆ, ਇੱਥੇ ਸ਼ਾਹਬਾਦ, ਇਹ ਸਾਰਾ ਕੁਝ ਆਪਾਂ ਨੂੰ ਸ਼ਾਹਬਾਦ ਹੋ ਗਿਆ, ਇੱਥੇ ਲੁਧਿਆਣਾ ਹੋ ਗਿਆ, ਇਹ ਸਾਰੇ ਦਾ ਸਾਰਾ ਇਲਾਕਾ ਮਾਲਵਾ ਇਲਾਕਾ ਕਾਈਂਡ ਆਫ। ਇਸ ਸਤਲੁਜ ਤੋਂ ਇਸ ਪਾਸੇ ਤੱਕ ਰਣਜੀਤ ਸਿੰਘ ਦਾ ਰਾਜ ਸੀਗਾ। ਯਮੁਨਾ ਤੋਂ ਇੱਧਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਰਾਜ ਸੀਗਾ। ਵਿੱਚ ਮਾਲਵੇ ਦੇ ਇਲਾਕੇ ਦੇ ਵਿੱਚ ਕੁਝ ਰਿਆਸਤਾਂ ਸੀਗੀਆਂ, ਜਿਨ੍ਹਾਂ ਰਿਆਸਤਾਂ ਨੂੰ ਆਪਾਂ ਕਹੀਏ ਪਟਿਆਲਾ, ਨਾਭਾ, ਜੀਂਦ, ਸ਼ਾਹਬਾਦ, ਇਸ ਤਰੀਕੇ ਦੀਆਂ ਛੋਟੀਆਂ ਵੱਡੀਆਂ ਯਮੁਨਾ ਨਗਰ ਸੰਧੌਰੇ ਦੀ ਰਿਆਸਤ, ਛੋਟੀਆਂ ਵੱਡੀਆਂ ਕਈ ਰਿਆਸਤਾਂ ਜਿਹੜੀਆਂ ਸੀ ਇਸ ਇਲਾਕੇ 'ਚ ਸੀਗੀਆਂ। ਇਹ ਰਾਜੇ, ਇਹਨਾਂ 'ਚੋਂ ਬਹੁਤਾਤ ਰਿਆਸਤਾਂ ਦੇ ਰਾਜੇ ਸਿੱਖ ਸੀ। ਸੋ ਰਣਜੀਤ ਸਿੰਘ ਜਿਹੜਾ ਇਸ ਇਲਾਕੇ 'ਚ ਆ, ਠੀਕ ਆ, ਇਸ ਪਾਸੇ ਜਲੰਧਰ, ਇਸ ਪਾਸੇ ਅੰਮ੍ਰਿਤਸਰ, ਇਸ ਪਾਸੇ ਲਾਹੌਰ, ਇਸ ਪਾਸੇ ਮੁਲਤਾਨ, ਇਸ ਪਾਸੇ ਪਸ਼ਾਵਰ, ਅਟਕ, ਠੀਕ ਆ, ਇਸ ਪਾਸੇ ਸਿਆਲਕੋਟ, ਕਿੰਨਾ ਇਲਾਕੇ ਸੀ। ਰਣਜੀਤ ਸਿੰਘ ਚਾਹੁੰਦਾ ਕਿ ਮੈਂ ਪਹਿਲਾਂ ਇਸ ਪਾਸੇ ਨੂੰ ਐਕਸਪੈਂਡ ਕਰਾਂ ਜਾਂ ਸਤਲੁਜ ਕ੍ਰਾਸ ਕਰਕੇ ਆ ਇਲਾਕਿਆਂ ਨੂੰ। ਰਣਜੀਤ ਸਿੰਘ ਨੇ ਇਸ ਪਾਸੇ ਤਾਂ ਆਪਣਾ ਕੰਮ ਜਾਰੀ ਰੱਖਿਆ। 1806 ਤੋਂ ਬਾਅਦ ਰਣਜੀਤ ਸਿੰਘ ਨੂੰ ਲੱਗਿਆ ਕਿ ਆ ਵੀ ਤਾਂ ਸਾਰੇ ਸਿੱਖ ਰਾਜੇ ਆ, ਇਹਨਾਂ ਨੂੰ ਵੀ ਕਬਜ਼ੇ 'ਚ ਕਰਕੇ ਇਹਨਾਂ ਤੇ ਵੀ ਮੈਂ ਕਬਜ਼ਾ ਕਰ ਲੈਣਾ ਤਾਂ ਮੈਂ ਪੂਰੇ ਸਿੱਖ ਕਿੰਗਡਮ ਦਾ ਰਾਜਾ ਬਣੂੰਗਾ। ਪਰ ਇਹ ਰਾਜੇ ਕਿਸੇ ਵੀ ਤਰੀਕੇ ਨਾਲ ਰਣਜੀਤ ਸਿੰਘ ਦੇ ਅਧੀਨ ਆਉਣ ਨੂੰ ਤਿਆਰ ਨਹੀਂ ਸੀ। ਇਹ ਕਹਿੰਦੇ ਕਿ ਆਪਾਂ ਕਿਉਂ ਨਾ ਅੰਗਰੇਜ਼ਾਂ ਨਾਲ ਗੱਲ ਕਰ ਲਈਏ ਕਿ ਜੇ ਅੰਗਰੇਜ਼ ਕਿਸੇ ਵੀ ਸ਼ਰਤ ਤੇ 4 ਪੈਸੇ ਲੈ ਕੇ ਜਾਂ ਮਾੜਾ ਮੋਟਾ ਕਾਗਜ਼ ਲਿਖਵਾ ਕੇ, ਕੋਈ ਟੈਕਸ ਟੁਕਸ ਭਰਾ ਕੇ ਸਾਨੂੰ ਸੁਰੱਖਿਆ ਦੀ ਜੋ ਗਰੰਟੀ ਚੱਕ ਲੈਂਦੇ ਆ ਤੇ ਸਾਨੂੰ ਤਾਂ ਸੌਖਾ ਹੀ ਰਹੂਗਾ। ਸੋ ਇਸ ਕਹਾਣੀ ਨੂੰ ਇਹ ਸਾਰਾ ਕੁਝ ਮਜਬੂਰ ਕਰੂਗਾ ਰਣਜੀਤ ਸਿੰਘ ਦੇ ਨਾਲ ਤੇ ਅੰਗਰੇਜ਼ਾਂ ਦੇ ਵਿੱਚ ਸੰਧੀ ਬਣਾਉਣ ਵਾਸਤੇ।
ਲਓ ਜੀ ਪਹਿਲਾਂ ਆਪਾਂ ਇਹ ਗੱਲ ਪੜ੍ਹਦੇ ਹਾਂ। ਕਹਿੰਦੇ ਜਿੰਨਾ ਵੀ ਇਹ ਮਾਲਵੇ ਦਾ ਖੇਤਰ ਸੀਗਾ, ਜਿਹਨੂੰ ਮੈਂ ਕਹੂੰਗਾ ਸਤਲੁਜ ਦੇ ਦੱਖਣ ਵਾਲਾ ਏਰੀਆ, ਸਾਊਥ ਆਫ ਸਤਲੁਜ ਸ਼ਬਦ ਵਰਤ ਰਿਹਾ ਮੈਂ, ਸਤਲੁਜ ਦੇ ਦੱਖਣ ਵਾਲਾ ਏਰੀਆ ਜਿਹੜਾ ਹੈ, ਇੱਥੇ ਪਟਿਆਲੇ ਦਾ ਰੂਲਰ ਸਾਹਿਬ ਸਿੰਘ ਸੀਗਾ, ਨਾਭੇ ਦਾ ਰੂਲਰ ਜਸਵੰਤ ਸਿੰਘ ਸੀ। ਪਹਿਲਾਂ ਤਾਂ ਇਹਨਾਂ ਰਾਜਿਆਂ ਦੀ ਆਪਸ 'ਚ ਗਲਤੀ, ਪਹਿਲੀ ਗਲਤੀ ਇਹ ਹੋਈ ਆਪਸ 'ਚ ਨਾ, ਇੱਕ ਦਲੌਦੀ ਪਿੰਡ ਆ ਜਿਹੜਾ ਕਿ ਉੱਥੇ ਨਾਭੇ ਅੱਜ ਵੀ ਨਾਭਾ ਤਹਿਸੀਲ 'ਚ, ਉਸ ਪਿੰਡ ਨੂੰ ਲੈ ਕੇ ਪੈ ਗਿਆ ਦੋਵਾਂ ਰਾਜਿਆਂ 'ਚ ਰੌਲਾ। ਜਸਵੰਤ ਸਿੰਘ ਨੇ ਰਣਜੀਤ ਸਿੰਘ ਬੁਲਾ ਲਿਆ, ਫਿਰ ਉਹ ਰਣਜੀਤ ਸਿੰਘ ਆਇਆ ਸਤਲੁਜ ਕ੍ਰੋਸ ਕਰਕੇ ਕੁਛ ਤਾਂ ਲੈ ਕੇ ਜਾਊਗਾ, ਜਾਂਦਾ ਜਾਂਦਾ ਸਤਲੁਜ ਦੇ ਨੇੜੇ ਦੀਆਂ ਕੁਛ ਟੈਰੀਟਰੀਜ਼ ਸੀਗੀਆਂ, ਲੁਧਿਆਣਾ, ਰਿਆਇਕੋਟ, ਜਗਰਾਉਂ, ਤਲਵੰਡੀ, ਇਹ ਜਾਂਦਾ ਜਾਂਦਾ ਆਪਣੇ ਅੰਡਰ ਕਰ ਗਿਆ। ਮਤਲਬ ਰਣਜੀਤ ਸਿੰਘ ਸਾਊਥ ਆਫ ਸਤਲੁਜ ਆਇਆ, ਇੱਕ ਤਾਂ ਰਾਜਿਆਂ ਦਾ ਸਮਝੌਤਾ ਕਰਾ ਗਿਆ ਤੇ ਜਾਂਦਾ ਜਾਂਦਾ ਲੜਾਈ ਝਗੜੇ ਕਰਕੇ ਇਹ ਟੈਰੀਟਰੀਜ਼ ਨੂੰ ਆਪਣੇ 'ਚ, ਦੇਖੋ ਇੱਕ ਐਕਸਪੈਂਸ਼ਨਿਸਟ ਦੀ ਪਾਲਿਸੀ ਹੈ ਤੇ ਮੈਨੂੰ ਲੱਗਦਾ ਹਰ ਰਾਜੇ 'ਚ ਵਿਸਥਾਰਵਾਦ ਦੀ ਸੋਚ ਜੇ ਨਹੀਂ ਹੋਊਗੀ ਤਾਂ ਫਿਰ ਉਹ ਕਿੰਗਡਮ ਸਰਵਾਈਵ ਨਹੀਂ ਕਰ ਸਕਦਾ। ਤੋ ਇੱਥੇ ਕਦੇ ਵੀ ਜਦੋਂ ਅਸੀਂ ਰਾਜੇ ਦੇ ਪੱਖ ਤੋਂ ਸੋਚਦੇ ਹਾਂ ਨਾ, ਤਾਂ ਮੈਂਟੈਲਿਟੀ ਇਹ ਹੋਣੀ ਚਾਹੀਦੀ ਹੈ ਕਿ ਇੱਕ ਕਿੰਗਡਮ ਨੂੰ ਕਿਵੇਂ ਐਕਸਪੈਂਡ ਕੀਤਾ ਜਾਵੇ। ਜਦੋਂ ਅਸੀਂ ਪੜ੍ਹਦੇ ਹਾਂ ਕਿ ਅਸ਼ੋਕ ਹੋ ਗਿਆ, ਸਮੁੰਦਰ ਗੁਪਤ ਹੋ ਗਿਆ, ਅਕਬਰ ਹੋ ਗਿਆ, ਉਹਨਾਂ ਨੇ ਐਕਸਪੈਂਸ਼ਨ ਕੀਤੀ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਐਕਸਪੈਂਸ਼ਨ ਕਰਨ ਦਾ ਇਹ ਤਾਂ ਤਰੀਕਾ ਹੈ ਨਹੀਂ ਕਿ ਤੁਸੀਂ ਕਿਸੇ ਰਾਜੇ ਕੋਲ ਗਏ, ਹੱਥ ਮਿਲਾਇਆ, ਹੋਰ ਜੀ, ਅਗਲੇ ਨੇ ਕਿਹਾ ਹੋਊਗਾ ਕਿ ਆਪਣੀ ਉਹਨੂੰ ਕਹੋ ਕਿ ਟੈਰੀਟਰੀ ਸਾਨੂੰ ਦੇ ਦੇ, ਤੇ ਉਹਨੇ ਕਿਹਾ ਜਨਾਬ ਯਾਰ ਤੁਹਾਡੀ ਐਡੀ ਕਿੱਡੀ ਗੱਲ ਆ, ਦੱਸੋ ਕਿੱਥੇ ਸਾਈਨ ਕਰਾਉਣੇ ਆ। ਇਹ ਤਾਂ ਪੋਸੀਬਲ ਹੀ ਨਹੀਂ। ਐਕਸਪੈਂਸ਼ਨ ਦੀ ਆਪਣੀ ਇੱਕ ਤਰੀਕਾ ਹੁੰਦਾ ਹੈ। ਸੋ ਉਹੀ ਤਰੀਕਾ ਰਣਜੀਤ ਸਿੰਘ ਨੇ ਫੋਲੋ ਕਰਿਆ। ਸੋ 1806 ਦੇ ਵਿੱਚ ਰਣਜੀਤ ਸਿੰਘ ਨੂੰ ਖੁਦ ਫਿਰ ਅਗਲੇ ਹੀ ਸਾਲ ਸਾਹਿਬ ਸਿੰਘ ਤੇ ਉਹਦੀ ਵਾਈਫ ਆਸ ਕੌਰ ਦੇ ਵਿੱਚ ਲੜਾਈ ਹੋ ਗਈ, ਪਰਿਵਾਰਕ ਲੜਾਈ। ਉਸ ਪਰਿਵਾਰਕ ਲੜਾਈ ਦੇ ਵਿੱਚ ਆਸ ਕੌਰ ਨੇ ਆਪ ਰਣਜੀਤ ਸਿੰਘ ਨੂੰ ਇਨਵੋਲਵ ਕਰ ਲਿਆ, ਬੁਲਾਇਆ। ਖੈਰ ਸਮਝੌਤਾ ਤਾਂ ਮੀਆਂ ਬੀਵੀ ਦਾ ਹੋ ਗਿਆ, ਪਰ ਰਣਜੀਤ ਸਿੰਘ ਕਹਿੰਦਾ ਕਿ ਹੁਣ ਆਵਾਂਗੇ ਤੇ ਫਿਰ ਆਵਾਂਗੇ। ਜਾਂਦਾ ਹੋਇਆ ਰਣਜੀਤ ਸਿੰਘ ਉਦੋਂ ਵੀ ਜੀਰਾ, ਕੋਟਕਪੂਰਾ, ਬਧਾਣੀ, ਧਰਮਕੋਟ, ਇਹ ਕੁਝ ਇਲਾਕੇ ਸੀਗੇ ਜਿਹੜੇ ਸਾਊਥ ਆਫ ਹੈ ਸਤਲੁਜ ਤੋਂ ਇਧਰਲੇ ਪਾਸੇ ਸੀ। ਇਟ ਮੀਨਸ ਰਣਜੀਤ ਸਿੰਘ ਦਾ ਰਾਜ ਸਤਲੁਜ ਤੋਂ ਇਧਰਲੇ ਪਾਸੇ ਵੀ ਬਹੁਤ ਸਾਰੀਆਂ ਟੈਰੀਟਰੀਜ਼ ਤੇ ਹੋ ਗਿਆ ਸੀਗਾ। ਸੋ ਇਸ ਤਰੀਕੇ ਨਾਲ ਰਣਜੀਤ ਸਿੰਘ ਲਗਾਤਾਰ ਮਤਲਬ ਕਿ ਆਪਣੇ ਪ੍ਰਭਾਵ ਨੂੰ ਹੋਰ ਐਕਸਪੈਂਡ ਕਰ ਰਿਹਾ ਸੀਗਾ। ਫਾਈਨਲੀ ਜਿਹੜੇ ਉਹ ਮਾਲਵੇ ਇਲਾਕੇ ਦੇ ਸਰਦਾਰ ਸੀ, ਚਾਹੇ ਛੋਟੀਆਂ ਮੋਟੀਆਂ ਰਿਆਸਤਾਂ ਦੇ ਮਿਸਲਾਂ ਦੇ ਸਰਦਾਰ ਕਹਿ ਲਓ, ਚਾਹੇ ਉਹਨਾਂ ਨੂੰ ਰਿਆਸਤਾਂ ਦੇ ਰਾਜੇ ਕਹਿ ਲਓ, ਜੋ ਮਰਜ਼ੀ ਕਹਿ ਲਓ, ਜੋ ਤੁਸੀਂ ਕਹਿਣਾ, ਉਹ ਫਿਰ ਜਾ ਕੇ ਅੰਗਰੇਜ਼ਾਂ ਨਾਲ ਗੱਲ ਕਰਦੇ ਆ, ਕਿਉਂਕਿ ਅੰਗਰੇਜ਼ ਯਮਨਾ ਤੋਂ ਪਾਰ ਸੀ। ਅੰਗਰੇਜ਼ਾਂ ਦਾ ਜਿਹੜਾ ਇੰਗਲੈਂਡ ਉੱਥੇ ਦਿੱਲੀ ਬੈਠਾ ਅਫਸਰ ਸੀਗਾ ਮਿਸਟਰ ਸੈਟਨ, ਉਹਨੇ ਉਹਨਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਪਰ ਦਿੱਕਤ ਇਹ ਸੀਗੀ ਕਿ ਉਹ ਕੋਸ਼ਿਸ਼ ਕਿਵੇਂ ਕਰਨਗੇ, ਕਿਉਂਕਿ ਉਹਨਾਂ ਦੀ ਤਾਂ 1806 ਵਿੱਚ ਪਹਿਲੇ ਹੀ ਰਣਜੀਤ ਸਿੰਘ ਨਾਲ ਲਾਹੌਰ ਦੀ ਸੰਧੀ ਹੋ ਚੁੱਕੀ ਹੈ, ਟ੍ਰੀਟੀ ਆਫ ਫਰੈਂਡਸ਼ਿਪ ਹੋ ਚੁੱਕੀ ਹੈ। ਉਹ ਰਣਜੀਤ ਸਿੰਘ ਨੂੰ ਆਪਣਾ ਦੁਸ਼ਮਣ ਬਣਾ ਹੀ ਨਹੀਂ ਸਕਦੇ। ਨਾਲੇ ਉਹ ਕਿਹੜਾ ਅਨਪੜ੍ਹ ਸੀਗੇ, ਉਹਨਾਂ ਦੇ ਘਰ ਵੀ ਅਖਬਾਰ ਆਉਂਦੀ ਹੋਊਗੀ, ਇੰਟਰਨੈਸ਼ਨਲ ਰਿਲੇਸ਼ਨਸ ਉਹਨਾਂ ਦੇ ਵੀ ਸਿਲੇਬਸ 'ਚ ਹੋਊਗਾ। ਉਦੋਂ ਉਹਨਾਂ ਨੇ ਵੀ ਪਤਾ ਹੋਊਗਾ ਕਿ ਬਈ ਉਧਰਲੇ ਪਾਸੇ ਨੈਪੋਲੀਅਨ ਜਿਹੜਾ ਹੈ ਉਹ ਕਿਸੇ ਵੀ ਵੇਲੇ ਏਸ਼ੀਆ 'ਚ ਪਹੁੰਚ ਸਕਦਾ ਹੈ। ਏਸ਼ੀਆ ਦੇ ਵਿੱਚ ਦੋ ਬੰਦੇ ਸੀਗੇ ਜਿਹੜੇ ਨੈਪੋਲੀਅਨ ਦਾ ਵੇਟ ਕਰਦੇ ਕਰਦੇ ਰਹਿ ਗਏ ਤੇ ਨੈਪੋਲੀਅਨ ਨਹੀਂ ਪਹੁੰਚਿਆ। 1795 ਤੋਂ ਬਾਅਦ ਟੀਪੂ ਸੁਲਤਾਨ, ਉਹਨੂੰ ਕਿਵੇਂ ਲੱਗਦਾ ਸੀ, ਉਹ ਥੱਲਿਓਂ ਦਾ ਸੀ ਮੈਸੂਰ ਵੱਲ ਦਾ, ਉਹਨੂੰ ਕਿਤੇ ਲੱਗਦਾ ਸੀ ਕਿ ਨੈਪੋਲੀਅਨ ਜੇ ਇੰਡੀਆ ਆਇਆ ਤੇ ਸਭ ਤੋਂ ਪਹਿਲਾਂ ਉਹਦਾ ਹੱਥ ਮਿਲਾਉਣ ਵਾਲਿਆਂ 'ਚ ਮੈਂ ਹੋਊਂਗਾ। ਨਾਰਥ ਇੰਡੀਆ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ, ਇਹਨਾਂ ਦੋਵਾਂ ਨੂੰ ਨੈਪੋਲੀਅਨ ਦੇ ਨਾਲ ਹੱਥ ਮਿਲਾਉਣ ਲਈ ਤਿਆਰ ਕਿਹਨਾਂ ਨੇ ਕੀਤਾ? ਇਹਨਾਂ ਦੋਵਾਂ ਦੀਆਂ ਸੈਨਾਵਾਂ ਦੇ ਵਿੱਚ ਬਹੁਤੇ ਸੈਨਾਪਤੀ ਯੂਰੋਪੀਅਨ ਸੀਗੇ। ਉਹ ਨੈਪੋਲੀਅਨ ਦੀਆਂ ਗੱਲਾਂ ਜਾਂ ਉਹਦੇ ਕੰਟੀਨੈਂਟਲ ਸਿਸਟਮ ਬਾਰੇ ਦੱਸਦੇ ਸੀ ਕਿ ਕਿਵੇਂ ਉਸ ਬੰਦੇ ਨੇ ਪੂਰੇ ਦੇ ਪੂਰੇ ਯੂਰਪ ਨੂੰ, ਇੱਕ ਕੰਟੀਨੈਂਟ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਵਿਚਲੀਆਂ ਹੱਦਾਂ ਖਤਮ ਕਰ ਰਿਹਾ ਉਹ। ਰਣਜੀਤ ਸਿੰਘ ਉਸੇ ਕੰਟੀਨੈਂਟਲ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤੇ ਪੂਰੇ ਦੇ ਪੂਰੇ ਪਸ਼ਾਵਰ, ਮੁਲਤਾਨ ਨੂੰ ਇੱਕ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਰਣਜੀਤ ਸਿੰਘ ਨੇ ਕਿਤੇ ਨਾ ਕਿਤੇ, ਦੇਖੋ ਰਣਜੀਤ ਸਿੰਘ ਕਿਤੇ ਨਾ ਕਿਤੇ ਯੂਰੋਪੀਅਨ ਮਾਡਲ ਤੋਂ ਪ੍ਰਭਾਵਿਤ ਸੀਗਾ। ਇਸੇ ਕਰਕੇ ਉਹ ਨੈਪੋਲੀਅਨ ਦੇ ਕੰਟੀਨੈਂਟਲ ਸਿਸਟਮ, ਉਹਦੀ ਜਿਹੜੀ ਮਹਾਦੀਪੀ ਪ੍ਰਣਾਲੀ ਸੀ, ਉਸੇ ਨੂੰ ਭਾਰਤ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਯੂਰੋਪੀਅਨ ਫੌਜਾਂ ਤਿਆਰ ਹੁੰਦੀਆਂ ਸੀ, ਉਹਨਾਂ ਮਾਡਰਨ ਲਾਈਨਸ ਤੇ ਆਪਣੀ ਫੌਜ ਨੂੰ ਤਿਆਰ ਕਰਨ ਵਾਸਤੇ ਮੈਂ ਅੱਗੇ ਜਾ ਕੇ ਪੜਾਉਣਾ ਕਿ ਆਪਣੀ ਫੌਜ 'ਚ ਯੂਰੋਪੀਅਨਸ ਦੀ ਭਰਤੀ ਵੀ ਕਰਦਾ ਹੈ। ਇਹੋ ਜਿਹੇ ਕੰਮ ਰਣਜੀਤ ਸਿੰਘ ਕਰ ਰਿਹਾ ਹੈ। ਇੱਥੋਂ ਤੱਕ ਗੱਲ ਸਮਝ ਆ ਗਈ। ਸੋ ਕੁੱਲ ਮਿਲਾ ਕੇ ਅੰਗਰੇਜ਼ ਜਿਹੜੇ ਆ, ਇਹ ਤਾਂ ਸਿਨੈਰੀਓ ਸਮਝ ਆ ਹੀ ਗਿਆ। ਬੈਕ ਟੂ ਦੀ ਬੇਸਿਕਸ, ਉਹ ਰਾਜੇ ਜਿਹੜੇ ਮਾਲਵੇ ਖੇਤਰ ਦੇ ਰਾਜੇ ਆ, ਉਹ ਜਾ ਕੇ ਜਦੋਂ ਮਿਸਟਰ ਸੈਟਨ ਨੂੰ ਮਿਲਦੇ ਆ ਤਾਂ ਉਹ ਰਣਜੀਤ ਸਿੰਘ ਦੇ ਖਿਲਾਫ ਕੋਈ ਬਹੁਤ ਵੱਡਾ ਭਰੋਸਾ ਨਹੀਂ ਜਤਾਉਣਾ, ਸ਼ੋਰ ਨਹੀਂ ਕਰਦਾ ਉਹਨਾਂ ਨੂੰ। ਇਸੇ ਦੌਰਾਨ ਇੱਕ ਚਾਰਲਸ ਮੈਟਕਲੈਫੇ ਨਾਮ ਦਾ ਕਿਰਦਾਰ ਸਾਹਮਣੇ ਆਉਂਦਾ ਹੈ।
ਤੇ ਹੁਣ ਤੱਕ ਸਮਝੋ ਮੇਰੀ ਗੱਲ, 1806 ਦੇ ਵਿੱਚ ਗਵਰਨਰ ਜਨਰਲ ਕੌਣ ਸੀਗਾ? ਜਾਰਜ ਬੋਰਲੋ, ਐਕਟਿੰਗ ਗਵਰਨਰ ਜਨਰਲ। 1807 ਚ ਭਾਰਤ ਨੂੰ ਪੱਕਾ ਪ੍ਰਧਾਨ ਮੰਤਰੀ ਮਿਲ ਗਿਆ। ਕਹਿਣ ਦਾ ਮਤਲਬ ਇੰਡੀਆ ਦੇ ਵਿੱਚ ਪਰਮਾਨੈਂਟ ਗਵਰਨਰ ਜਨਰਲ ਇੰਗਲਿਸ਼ ਈਸਟ ਇੰਡੀਆ ਕੰਪਨੀ ਅਪਾਇੰਟ ਕਰਕੇ ਭੇਜ ਦਿੰਦੀ ਆ, ਜਿਹੜਾ 1807 ਤੋਂ ਲੈ ਕੇ 1813 ਤੱਕ ਭਾਰਤ ਚ ਗਵਰਨਰ ਜਨਰਲ ਰਹੂਗਾ, ਲਾਰਡ ਮਿੰਟੋ। ਕੀ ਨਾਮ ਸੀਗਾ? ਲਾਰਡ ਮਿੰਟੋ ਨੇ। ਹੁਣ ਲਾਰਡ ਮਿੰਟੋ ਕੋਲ ਕੰਮ ਹੀ ਇੱਕ ਸੀ ਕਿ ਯਾਰ ਪੰਜਾਬ ਦਾ ਮਸਲਾ ਹੱਲ ਕਰ, ਦੱਖਣ ਦੁੱਖਣ ਤਾਂ ਕਹਿੰਦੇ ਹੱਲ ਹੋ ਹੀ ਚੁੱਕਿਆ ਪਹਿਲਾਂ ਹੀ, ਤੇਰੀ ਇੱਕੋ ਹੀ ਟਾਰਗੇਟ ਆ, ਰਣਜੀਤ ਸਿੰਘ ਨਾਲ ਨਿਬੇੜ ਜਿਵੇਂ ਨਿਬੇੜਨੀ ਆ। ਉਹ ਫਿਰ ਚਾਰਲਸ ਮੈਟਕਲੈਫ ਨਾਮ ਦੇ ਇੱਕ ਡਿਪਲੋਮੈਟ ਦੀ ਜ਼ਿੰਮੇਵਾਰੀ ਲਾਉਂਦਾ ਹੈ ਕਿ ਜਨਾਬ ਜਾਓ। ਸੋ ਹੁਣ ਚਾਰਲਸ ਮੈਕਲੈਫੇ ਜਿਹੜਾ ਹੈ ਉਹ ਪੰਜਾਬ ਆਉਂਦਾ ਹੈ, ਉਹ ਹੁਣ ਰਣਜੀਤ ਸਿੰਘ ਦੇ ਨਾਲ ਨੈਗੋਸ਼ੀਏਸ਼ਨਸ ਕਰੂਗਾ। ਰਣਜੀਤ ਸਿੰਘ ਉਹਨੂੰ ਇਹ ਕਹਿਣ ਦੀ ਕੋਸ਼ਿਸ਼, ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੂਗਾ ਕਿ ਬਈ ਇਦਾਂ ਕਰ, ਬਹਿ ਸਾਡੇ ਨਾਲ ਘੋੜੇ ਤੇ, ਚੱਲੇ ਅਸੀਂ ਮਾਲਵੇ ਵੱਲ, ਠੀਕ ਆ, ਦੇਖ ਸਾਡਾ ਮਾਲਵੇ 'ਚ ਵੀ ਕਿੰਨਾ ਦਬਦਬਾ ਹੈ। ਮੈਕਲੈਫੇ ਜਿਹੜਾ ਹੈ ਉਹ ਇਹਨੂੰ ਤਾਂ ਸਮਝਣ ਦੀ ਕੋਸ਼ਿਸ਼ ਕਰੂ। ਮੈਕਲੈਫੇ ਇਹ ਗੱਲ ਆਪਣੇ ਦਿਲ 'ਚ ਰੱਖਦਾ ਹੈ ਕਿ ਕਾਕਾ ਜੀ ਬਸ ਇੱਕ ਵਾਰ ਨਪੋਲੀਅਨ ਦਾ ਖਤਰਾ ਟਲ ਲੈਣ ਦਿਓ, ਫਿਰ ਅਸੀਂ ਦੇਖਾਂਗੇ ਕੀ ਕਰਦੇ ਹਾਂ। ਸੋ ਕੁੱਲ ਮਿਲਾ ਕੇ ਇਹ ਇੱਕ ਬਹੁਤ ਮਤਲਬ ਕਿ ਰਣਨੀਤਿਕ ਤੌਰ ਦੇਖੋ, ਇੱਕ ਡਿਪਲੋਮੈਸੀ ਦੇ ਤੌਰ ਤੇ ਦੇਖੋ ਕਿ ਕਿਵੇਂ ਸਾਰਾ ਕੁਝ ਚੱਲ ਰਿਹਾ ਹੈ। ਤਾਂ ਹੁਣ ਮੈਕਲੈਫੇ ਪਹਿਲੀ ਵਾਰ ਭਾਰਤ 'ਚ ਆਉਂਦਾ ਹੈ, ਠੀਕ ਆ, ਤੇ ਰਣਜੀਤ ਸਿੰਘ ਨੂੰ ਮਿਲਣ ਆਉਂਦਾ ਹੈ, ਪਰ ਉਹਦੇ ਹੌਸਲੇ ਬੜੇ ਪ੍ਰਸਤ ਹੋਏ ਸੀਗੇ, ਡਾਵਾਡੋਲ ਹੋਏ ਸੀ। ਉਹ ਰਣਜੀਤ ਸਿੰਘ ਨੇ ਨਾਲ ਖੁੱਲ ਕੇ ਗੱਲ ਨਹੀਂ ਕਰ ਪਾਉਂਦਾ। ਉਹ ਰਣਜੀਤ ਸਿੰਘ ਨੂੰ ਇਹ ਨਹੀਂ ਕਹਿ ਪਾਉਂਦਾ ਕਿ ਯਾਰ ਸਾਨੂੰ ਅੰਗਰੇਜ਼, ਸਾਨੂੰ ਮਾਲਵੇ ਦੇ ਸਰਦਾਰ ਆ ਕਹਿ ਕੇ ਗਏ ਆ, ਯਾਰ ਤੂੰ ਉਹਨਾਂ ਨਾਲ ਪੰਗੇ ਨਾ ਲੈ। ਰਣਜੀਤ ਸਿੰਘ ਨੂੰ ਇਹ ਕਹਿਣ ਵਾਸਤੇ ਹਿੰਮਤ ਚਾਹੀਦੀ ਸੀ ਮੈਕਲੈਫ 'ਚ। ਚਾਰਲਸ ਮੈਟਕਲੈਫੇ ਕੋਲੇ ਹਿੰਮਤ ਹੀ ਹੈ ਨਹੀਂ ਸੀ। ਵਜ੍ਹਾ ਕੀ ਸੀ? ਵਜ੍ਹਾ ਸਿਰਫ ਇੰਨੀ ਕੁ ਸੀ ਕਿ ਇੰਡੀਆ ਤੋਂ ਉੱਪਰ ਰਸ਼ੀਆ ਹੈ, ਰਸ਼ੀਆ ਦਾ ਰਾਜਾ ਸੀ ਜ਼ਾਰ ਨਿਕੋਲਸ। ਰਸ਼ੀਆ ਦੇ ਰਾਜੇ ਤੇ ਉਧਰੋਂ ਫਰਾਂਸ ਦੇ ਰਾਜੇ ਨਪੋਲੀਅਨ ਦੇ ਵਿੱਚ ਸੰਧੀ ਹੋ ਚੁੱਕੀ ਹੈ। ਉਸ ਟ੍ਰੀਟੀ ਨੂੰ ਕਿਹਾ ਜਾਂਦਾ ਟ੍ਰੀਟੀ ਆਫ ਟਿਲਸਟ। ਉਸ ਟ੍ਰੀਟੀ ਦੇ ਵਿੱਚ ਰਸ਼ੀਆ ਤੇ ਨਪੋਲੀਅਨ ਨੇ ਮਿਲ ਕੇ ਪਲਾਨ ਕੀਤਾ ਕਿ ਆਪਾਂ ਭਾਰਤ ਤੇ ਹਮਲਾ ਕਰਾਂਗੇ, ਆਪਾਂ ਮਤਲਬ ਕਿ ਵਾਰਮ ਵਾਟਰ ਤੇ ਹਮਲਾ ਕਰਾਂਗੇ। ਇੱਕ ਸ਼ਬਦ ਵਰਤਿਆ ਮੈਂ, ਕੋਸੇ ਪਾਣੀ ਤੇ ਹਮਲਾ ਕਰਾਂਗੇ। ਰਸ਼ੀਆ ਦੇ ਮੈਪ ਨੂੰ ਦੇਖੋ ਇੱਕ ਵਾਰ, ਰਸ਼ੀਆ ਨੂੰ ਕਿਸੇ ਪਾਸਿਓਂ ਵੀ ਕੋਈ ਗਰਮ ਸਮੁੰਦਰ ਨਹੀਂ ਲੱਗਦਾ, ਬਸ ਇੱਕ ਪਾਸਿਓਂ ਬਲੈਕ ਸੀ ਲੱਗਦਾ ਹੈ। ਉਸ ਪਾਸੇ ਵੀ ਇੱਕ ਏਰੀਆ ਹੈ ਕ੍ਰੀਮੀਆ, ਠੀਕ ਹੈ ਨਾ, ਜਿਹੜਾ ਉਹਨੇ ਕਿਸੇ ਚੌੜ ਦੇ ਵਿੱਚ ਯੂਕਰੇਨ ਨੂੰ ਦੇਤਾ, ਤੇ ਬਾਅਦ ਚ ਪਤਾ ਲੱਗਿਆ ਕਿ ਉਹ ਇਹੀ ਇੱਕ ਤਾਂ ਸਾਡਾ ਜਿਹੜੇ ਪਾਸੇ ਕੋਸੇ ਪਾਣੀ ਦਾ ਸਮੁੰਦਰ, ਉੱਪਰ ਤਾਂ ਸਾਰਾ ਬਰਫ਼ ਵਾਲਾ ਸਮੁੰਦਰ, ਸਾਈਬੇਰੀਆ ਵਾਲਾ, ਨਾਰਥ ਆਰਕਟਿਕ ਵਾਲੇ ਪਾਸੇ। ਰਸ਼ੀਆ ਆਪਣੇ ਵਾਸਤੇ, ਕਿਉਂਕਿ ਉਸ ਵੇਲੇ ਜ਼ਿਆਦਾ ਵੱਡਾ ਯਾਤਾਯਾਤ ਦਾ ਸਾਧਨ, ਟਰਾਂਸਪੋਰਟੇਸ਼ਨ ਦਾ ਸਾਧਨ ਸਮੁੰਦਰ ਹੁੰਦੇ ਸੀ। ਜੇ ਰਸ਼ੀਆ ਥੱਲੇ ਅਫਗਾਨਿਸਤਾਨ ਤੋਂ ਥੱਲੇ ਉਤਰ ਕੇ ਇੰਡੀਆ ਤੇ ਕਬਜ਼ਾ ਕਰ ਲੈਂਦਾ ਹੈ ਤਾਂ ਅਰਬ ਸਾਗਰ, ਅਰੇਬੀਅਨ ਸੀ ਤੇ ਬੰਗਾਲ ਦੀ ਖਾੜੀ, ਬੇ ਆਫ ਬੰਗਾਲ, ਉੱਥੋਂ ਦਾ ਕੋਸਾ ਪਾਣੀ ਉਹਨਾਂ ਦੇ ਹੱਥ ਲੱਗ ਗਿਆ। ਮਤਲਬ ਉੱਥੋਂ ਦਾ ਵਾਰਮ ਵਾਟਰ ਉਹਨਾਂ ਦੇ ਹੱਥ ਲੱਗ ਗਿਆ। ਉੱਥੋਂ ਬੜੇ ਆਰਾਮ ਨਾਲ ਉਹਨਾਂ ਦੇ ਸਮੁੰਦਰੀ ਜਹਾਜ਼ ਜਿਹੜੇ ਆ, ਉੱਥੋਂ ਸਮਾਨ ਥੱਲੇ ਆ ਕੇ ਪੂਰੀ ਦੁਨੀਆ 'ਚ ਫਲਾਇਆ ਜਾ ਸਕਦਾ ਹੈ। ਮਤਲਬ ਜੇ ਕਿਸੇ ਦੇਸ਼ ਨੇ ਕਾਮਯਾਬ ਹੋਣਾ ਨਾ, ਤਾਂ ਉਹਦੇ ਕੋਲ ਵਾਰਮ ਵਾਟਰ ਪੋਰਟਸ ਹੋਣੀਆਂ ਚਾਹੀਦੀਆਂ। ਸੋ ਇਹ ਇੱਕ ਰਸ਼ੀਆ ਦੇ ਰਾਜੇ ਦੀ ਮਾਨਸਿਕਤਾ ਸੀ। ਨਿਕੋਲਸ ਪੂਰੀ ਦੁਨੀਆ ਤੇ ਕਬਜ਼ਾ ਕਰਨ ਨੂੰ ਫਿਰਦਾ ਸੀਗਾ, ਸਿਕੰਦਰ ਦਾ ਪਾਰਟ 2 ਬਣਾਉਣ ਨੂੰ ਫਿਰਦਾ ਸੀ। ਸੋ ਹਰ ਇੱਕ ਦੀ ਆਪੋ ਆਪਣੀ ਮਾਨਸਿਕਤਾ। ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਤਾਂ ਹੁਣ ਤੁਸੀਂ ਸੋਚ ਕੇ ਦੇਖੋ, ਉਹ ਰਣਜੀਤ ਸਿੰਘ ਨੂੰ ਮਿਲਦਾ ਹੈ ਤੇ ਖੇਮਕਰਨ ਮੀਟਿੰਗ ਹੁੰਦੀ ਹੈ 12 ਸਤੰਬਰ 1808। ਜਿਹੜੇ ਸਮੇਂ ਉਹ ਮਿਲ ਰਿਹਾ ਹੈ ਉਸ ਸਮੇਂ ਇਹ ਸਮਝ ਇੰਟਰਨੈਸ਼ਨਲ ਇਕੁਏਸ਼ਨ ਕੀ ਕਹਿ ਰਹੀ ਹੈ। ਇੰਟਰਨੈਸ਼ਨਲ ਸਮੀਕਰਨ ਬਿਲਕੁਲ ਇਹ ਆ ਕਿ ਬਈ ਜੇ ਦੋਵੇਂ ਮਿਲ ਗਏ, ਰਸ਼ੀਆ ਨੇ ਤੇ ਫਰਾਂਸ ਨੇ ਮਿਲ ਕੇ ਇੰਡੀਆ ਤੇ ਹਮਲਾ ਕਰਤਾ, ਤਾਂ ਸੋਚ ਕੇ ਦੇਖੋ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਕੀ ਬਣੂਗਾ। ਪਰ ਕਹਿੰਦੇ ਆ ਕਿ ਜੇ ਇਹ ਹਮਲਾ ਨਾ ਹੋਇਆ ਫਿਰ ਕੀ ਫਾਇਦਾ। ਇਹ ਹਮਲਾ ਹੁੰਦਾ ਹੀ ਨਹੀਂ, ਕਿਉਂਕਿ ਅੱਗੇ ਜਾ ਕੇ ਜ਼ਾਰ ਨਿਕੋਲਸ ਦੀ ਮੌਤ ਹੋ ਜਾਂਦੀ ਆ। ਜ਼ਾਰ ਨਿਕੋਲਸ ਨੇ ਕਮਿਟਮੈਂਟ ਤਾਂ ਕਰਤੀ ਇਸ ਟ੍ਰੀਟੀ 'ਚ, ਪਰ ਉਹਨੇ ਸੀਰੀਅਸ ਨਹੀਂ ਲਈ ਇਹ ਗੱਲ। ਜੇ ਉਹ ਸੀਰੀਅਸ ਲੈ ਲੈਂਦਾ ਤਾਂ ਮਿਲ ਕੇ ਇੱਕ ਬਹੁਤ ਵੱਡੀ ਇਕੁਏਸ਼ਨ ਬਣਦੀ, ਭਾਰਤ ਤੇ ਹਮਲਾ ਹੁੰਦਾ, ਰਣਜੀਤ ਸਿੰਘ ਇਸ ਹਮਲੇ 'ਚ ਉਹਨਾਂ ਦਾ ਸਾਥੀ ਬਣਦਾ, ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਅੰਗਰੇਜ਼ ਚਾਹੁੰਦੇ ਸੀ ਕਿ ਜੇ ਉਹ ਥੱਲੇ ਆ ਵੀ ਜਾਣ, ਰਣਜੀਤ ਸਿੰਘ ਉਹਨਾਂ ਨਾਲ ਨਾ ਜਾਵੇ, ਇਸ ਕਰਕੇ ਉਹਨੂੰ ਉਹ ਟ੍ਰੀਟੀ ਆਫ ਫਰੈਂਡਸ਼ਿਪ ਲਿਜਾਉਣਾ ਚਾਹੁੰਦੇ ਸੀ। ਪਰ ਰਣਜੀਤ ਸਿੰਘ ਕੋਲ ਕਿਹੜਾ ਡਿਪਲੋਮੈਟ ਥੋੜੇ ਸੀ। ਫਕੀਰ ਅਜ਼ੀਜ਼ੁਦੀਨ ਉਹਦਾ ਉਹ ਡਿਪਲੋਮੈਟ ਸੀ ਜਿਹੜਾ ਰਣਜੀਤ ਸਿੰਘ ਨੂੰ ਵਾਰ-ਵਾਰ ਦੱਸ ਰਿਹਾ ਸੀ ਕਿ ਜਨਾਬ ਇੱਕ ਗੱਲ ਆ, ਇਹ ਆਪਣੇ ਮਤਲਬ ਕਿ ਪੈਰ ਹੇਠ ਬਟੇਰਾ ਆਇਆ ਵੀ ਤਾਂ ਹੀ ਆ ਕਿਉਂਕਿ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਇੰਟਰਨੈਸ਼ਨਲ ਇਕੁਏਸ਼ਨ ਦੇ ਵਿੱਚ, ਅੰਤਰਰਾਸ਼ਟਰੀ ਸਮੀਕਰਨਾਂ 'ਚ
ਇਹ ਕਿਤੇ ਫਸ ਸਕਦੇ ਆ ਜੇ ਇਹ ਆਪਾਂ ਨੂੰ ਨਾਰਾਜ਼ ਕਰ ਲੈਂਦੇ ਆ ਤੇ ਇਹਨਾਂ ਨੂੰ ਪਤਾ ਹੈ ਕਿ ਅਸੀਂ ਆਪਣਾ ਪਾਲਾ ਪਲਟ ਕੇ ਰਸ਼ੀਆ ਤੇ ਫਰਾਂਸ ਨਾਲ ਹੋ ਜਾਾਂਗੇ। ਤੋ ਖੈਰ ਇਸ ਕਰਕੇ ਉਹ ਖੁੱਲ ਕੇ ਰਣਜੀਤ ਸਿੰਘ ਨਾਲ ਨੈਗੋਸ਼ੀਏਸ਼ਨ ਨਹੀਂ ਸੀ ਕਰ ਰਹੇ, ਪਰ ਰਣਜੀਤ ਸਿੰਘ ਜਦੋਂ ਖੇਮ ਕਰਨ ਆਇਆ ਚਾਰਲਸ ਮੈਟਕਲੈਫੇ ਉਹਨੂੰ ਖੁੱਲ ਕੇ ਆਪਣੀਆਂ ਸ਼ਰਤਾਂ ਦੱਸ ਦਿੰਦਾ ਹੈ। ਉਹ ਕਹਿੰਦਾ ਕਿ ਇੱਕ ਤਾਂ ਅੰਗਰੇਜ਼ ਜਿਹੜੇ ਆ ਮੇਰੀ ਅਫਗਾਨਿਸਤਾਨ ਵਾਲੇ ਪਾਸੇ ਨੂੰ ਮੈਂ ਜਿੰਨਾ ਮਰਜ਼ੀ ਐਕਸਪੈਂਡ ਕਰਾਂ, ਇੱਕ ਤਾਂ ਤੁਸੀਂ ਮੇਰਾ ਉੱਥੇ ਇੰਟਰਫੇਅਰ ਨਾ ਕਰੋ, ਤੇ ਇੱਕ ਯਮਨਾ ਤੇ ਸਤਲੁਜ ਦੇ ਵਿੱਚ ਜਿਹੜੇ ਇਲਾਕੇ ਆ ਜਿੱਥੋਂ ਦੀ ਤੂੰ ਗੱਲ ਸੋਚ ਰਹੇ ਹੋ ਤੁਸੀਂ, ਉਹ ਸੋਚੋ ਵੀ ਨਾ, ਕਿਉਂਕਿ ਉਹ ਤਾਂ ਮੇਰੇ ਇਲਾਕੇ ਆ, ਅੱਜ ਨਹੀਂ ਤਾਂ ਕੱਲ ਮੈਂ ਉਹਨਾਂ ਨੂੰ ਆਪਣੇ ਕਬਜ਼ੇ 'ਚ ਕਰ ਹੀ ਲੈਣਾ ਹੈ। ਈਵਨ ਕਿ ਇਹੀ ਕੁਛ ਦਿਖਾਉਣ ਵਾਸਤੇ ਰਣਜੀਤ ਸਿੰਘ ਜਦੋਂ ਤੀਜੀ ਕੈਂਪੇਨ ਕਰਦਾ ਨਾ ਉੱਥੋਂ ਦੀ ਮਾਲਵੇ ਦੀ, ਆਪਣੇ ਨਾਲ ਜਨਾਬ ਮੈਟਕਲੈਫੇ ਨੂੰ ਨਾਲ ਲੈ ਕੇ ਜਾਂਦਾ ਹੈ ਕਿ ਆ ਜਾ ਤੈਨੂੰ ਮਾਲਵੇ ਦਾ ਮਾਹੌਲ ਦਿਖਾ ਕੇ ਲਿਆਵਾਂ ਕਿ ਕਿਵੇਂ ਮੇਰੇ ਤੋਂ ਡਰਦੇ ਆ ਰਾਜੇ। ਤੋ ਕੁੱਲ ਮਿਲਾ ਕੇ ਰਣਜੀਤ ਸਿੰਘ ਮਾਲਵੇ ਦੇ ਵਿੱਚ ਚਾਰਲਸ ਮੈਕਲੈਫੇ ਨੂੰ ਤਾਂ ਲੈ ਕੇ ਗਿਆ ਕਿ ਉਹਦੇ ਤੇ ਇੱਕ ਰਣਨੀਤਿਕ ਪ੍ਰੈਸ਼ਰ ਚਾਹੁੰਦਾ ਸੀ, ਤਾਂ ਕਿ ਉਹ ਜਾ ਕੇ ਅੰਗਰੇਜ਼ਾਂ ਨਾਲ ਇਹ ਗੱਲ ਕਰ ਸਕੇ ਕਿ ਬਈ ਰਣਜੀਤ ਸਿੰਘ ਤਾਂ ਬਹੁਤ ਅਗਰੈਸਿਵ ਆ ਸਤਲੁਜ ਤੇ ਯਮਨਾ ਦੇ ਵਿਚਲੀ ਟੈਰੀਟਰੀ ਨੂੰ ਲੈ ਕੇ। ਜੇ ਆਪਾਂ ਉਹਨੂੰ ਇਹ ਪ੍ਰਪੋਜ਼ਲ ਵੀ ਦੇਵਾਂਗੇ ਨਾ ਕਿ ਤੂੰ ਤੇ ਅਸੀਂ ਮਿਲ ਕੇ ਸਤਲੁਜ ਨੂੰ ਬਾਰਡਰ ਬਣਾ ਲੈਂਦੇ ਆ, ਤਾਂ ਮੈਨੂੰ ਲੱਗਦਾ ਹੈ ਕਿ ਗੱਲ ਨਹੀਂ ਬਣੂਗੀ। ਆਪਾਂ ਨੂੰ ਰਣਜੀਤ ਸਿੰਘ ਦੀ ਹਾਂ 'ਚ ਹਾਂ ਮਿਲਾਉਣੀ ਪੈਣੀ ਆ, ਆਪਾਂ ਨੂੰ ਯਮਨਾ ਨੂੰ ਹੀ ਬਾਰਡਰ ਬਣਾਉਣਾ ਪੈਣਾ ਹੈ। ਸੋ ਇਹ ਗੱਲਾਂ ਕੈਲਕੂਲੇਟ ਹੋ ਰਹੀਆਂ ਸੀ। ਅਨਫੋਰਚੂਨੇਟਲੀ ਉੱਥੋਂ ਫਿਰ ਅੰਤਰਰਾਸ਼ਟਰੀ ਪੱਧਰ ਤੇ ਇੱਕ ਭਾਣਾ ਵਾਪਰ ਜਾਂਦਾ ਹੈ। ਨੈਪੋਲੀਅਨ ਜਿਹਦਾ ਕਿ ਇੰਡੀਆ ਆਉਣਾ ਹੀ ਸਭ ਕੁਝ ਤੈਅ ਕਰਨਾ ਸੀਗਾ, ਇੱਕ ਤਾਂ ਇਜਿਪਟ ਵਾਲੇ ਪਾਸੇ ਉਹਦੀ ਹਾਰ, ਇੱਕ ਰਸ਼ੀਆ ਵਾਲੇ ਪਾਸਿਓਂ ਜਿਹੜਾ ਉਹਦਾ ਆਫਰ ਸੀਗਾ ਜ਼ਾਰ ਨਿਕੋਲਸ ਵਾਲਾ, ਠੀਕ ਆ, ਉਹ ਜ਼ਾਰ ਦੀ ਮੌਤ ਤੋਂ ਬਾਅਦ ਜ਼ਾਰ ਨਿਕੋਲਸ ਜਿਹੜਾ ਸੀਗਾ ਉਹਦੀ ਅਸੈਸੀਨੇਸ਼ਨ ਤੋਂ ਬਾਅਦ ਅੱਧ ਵਿਚਾਰੇ ਲਮਕ ਗਿਆ। ਸੋ ਇਹ ਕੁਝ ਕਾਰਨ ਸੀਗੇ ਜਿਹਦੇ ਕਰਕੇ ਨੈਪੋਲੀਅਨ ਜਿਹੜਾ ਸੀਗਾ ਉਹ ਇੰਡੀਆ ਨਹੀਂ ਪਹੁੰਚ ਸਕਿਆ, ਤੇ ਜਦੋਂ ਉਹ ਇੰਡੀਆ ਨਹੀਂ ਪਹੁੰਚਿਆ ਅੰਤਰਰਾਸ਼ਟਰੀ ਸਮੀਕਰਨ ਬਦਲ ਗਏ। ਇਜਿਪਟ ਦੇ ਵਿੱਚ ਉਹਦੀ ਨੈਪੋਲੀਅਨ ਦੀਆਂ ਸੈਨਾਵਾਂ ਦੀ ਹਾਰ ਹੋ ਗਈ, ਉਧਰੋਂ ਜਿਹੜਾ ਰਸ਼ੀਆ ਦੇ ਨਾਲ ਸਮਝੌਤਾ ਸੀ ਉਹ ਕਿਸੇ ਪਾਸੇ ਨਹੀਂ ਲੱਗਿਆ। ਹੁਣ ਨਿਕੋਲਸ ਦਾ ਇੰਡੀਆ ਆਉਣਾ ਕੈਂਸਲ ਹੋ ਗਿਆ, ਨਾਲ ਦੀ ਨਾਲ ਚਾਰਲਸ ਮੈਟਕਲੈਫੇ ਦਾ ਐਟੀਟਿਊਡ ਬਦਲ ਗਿਆ। ਹੁਣ ਉਹਨੂੰ ਪਤਾ ਸੀ ਕਿ ਜਿਸ ਕਰਕੇ ਅਸੀਂ ਰਣਜੀਤ ਸਿੰਘ ਤੋਂ ਡਰ ਰਹੇ ਸੀ ਉਹ ਖੌਫ ਨਹੀਂ ਰਿਹਾ, ਤੇ ਜੇ ਉਸ ਫੈਕਟਰ ਨੂੰ, ਉਸ ਖੌਫ ਦੇ ਫੈਕਟਰ ਨੂੰ, ਉਸ ਫੀਅਰ ਫੈਕਟਰ ਨੂੰ, ਉਸ ਖੌਫ ਦੇ ਕਾਰਕ ਨੂੰ ਵਿੱਚੋਂ ਕੱਢ ਦਈਏ, ਫਿਰ ਰਣਜੀਤ ਸਿੰਘ ਨੂੰ ਬਾਕੀ ਸਾਰੀਆਂ ਸ਼ਰਤਾਂ 'ਚ ਅਸੀਂ ਰਣਜੀਤ ਸਿੰਘ ਦੇ ਡੋਮੀਨੇਟ ਕਰਦੇ ਹਾਂ। ਸਾਡੀ ਫੌਜ ਵੀ ਜ਼ਿਆਦਾ ਮਾਡਰਨ ਲਾਈਨਸ ਤੇ ਆ, ਸਾਡੇ ਕੋਲ ਫੌਜ ਵੀ ਜ਼ਿਆਦੀ ਆ ਯਾਰ, ਇਕੱਲੇ ਅੰਗਰੇਜ਼ ਥੋੜਾ, ਪੂਰੇ ਦਾ ਪੂਰਾ ਪੂਰਬੀ ਬੰਗਾਲ, ਬਿਹਾਰ, ਉੜੀਸਾ ਸਾਰਾ ਤਾਂ ਅੰਗਰੇਜ਼ਾਂ ਦੀ ਫੌਜ 'ਚ ਭਰਿਆ ਸੀਗਾ। ਜਿਹੜੇ ਵੀ ਇਲਾਕੇ ਤੇ ਅੰਗਰੇਜ਼ ਕਬਜ਼ਾ ਕਰਦੇ ਸੀ ਉੱਥੋਂ ਦੀ ਫੌਜ ਨੂੰ ਆਪਣਾ ਹਿੱਸਾ ਬਣਾ ਲੈਂਦੇ ਸੀ। ਨਾਲੇ ਇੱਕ ਨਾ ਬੜੀ ਸਿੰਪਲ ਜੀ ਗੱਲ ਆ, ਭਾਰਤ ਦੇ ਵਿੱਚ ਜਿਹੜਾ ਦਲਿਤ ਸਮਾਜ ਆ ਨਾ, ਉਹ ਅੰਗਰੇਜ਼ਾਂ ਦੀ ਫੌਜ ਦਾ ਬਹੁਤ ਵੱਡਾ ਹਿੱਸਾ ਬਣਿਆ, ਜਿਹਨੂੰ ਕਿਸੇ ਨਾ ਕਿਸੇ ਵੇਲੇ ਪਛਾੜਿਆ ਗਿਆ ਸੀਗਾ। ਅੰਗਰੇਜ਼ਾਂ ਨੇ ਆ ਕੇ ਵੱਧ ਤੋਂ ਵੱਧ ਉਹਨਾਂ ਨੂੰ ਆਪਣੀ ਫੌਜ ਦਾ ਹਿੱਸਾ ਬਣਾਇਆ, ਉਹਨਾਂ ਦੇ ਵਿੱਚ ਇੱਕ ਕੌਨਫੀਡੈਂਸ ਆਇਆ। ਸੋ ਉਹਨਾਂ ਨੇ ਬਹੁਤ ਪੈਸ਼ਨ ਦੇ ਨਾਲ ਅੰਗਰੇਜ਼ਾਂ ਦੀ ਮਦਦ ਕੀਤੀ, ਚਾਹੇ ਉਹਨਾਂ ਦੇ ਆਪਣੇ ਸਮਾਜਿਕ ਕਾਰਨ ਰਹੇ ਹੁਣ ਦਲਿਤ ਸਮਾਜ ਦੇ ਉਸ ਵੇਲੇ। ਤੇ ਨੈਚੁਰਲ ਜੀ ਗੱਲ ਹੈ, ਇਹ ਤਾਂ ਫਿਨੋਮੀਨਾ ਹੀ ਹੁੰਦਾ ਹੈ, ਠੀਕ ਹੈ ਨਾ। ਜਦੋਂ ਕਿਸੇ ਦੁਬੇ ਕੁਚਲੇ ਨੂੰ ਮੌਕਾ ਮਿਲੂਗਾ ਆਪਣੀ ਤਾਕਤ ਨੂੰ, ਆਪਣੇ ਜੌਹਰ ਦਿਖਾਉਣ ਦਾ, ਤੇ ਡੈਫੀਨੇਟਲੀ ਉਹ ਕੋਸ਼ਿਸ਼ ਕਰੂਗਾ। ਸੋ ਅੰਗਰੇਜ਼ਾਂ ਦੀ ਸੈਨਾ ਜਿਹੜੀ ਸੀ ਉਹ ਸ਼ੁਰੂ ਤੋਂ ਹੀ ਡਿਵਾਈਡ ਐਂਡ ਰੂਲ ਦੀ ਪਾਲਿਸੀ ਤੇ ਬਣਾਈ ਗਈ ਸੀ। ਜਿਹੜੇ ਉਹ ਕਿਸੇ ਵੀ ਵਰਗ ਦੇ ਲੋਕ ਅੰਗਰੇਜ਼ਾਂ ਨੇ ਫੌਜ 'ਚ ਭਰਤੀ ਕੀਤੇ ਟ੍ਰੇਨਿੰਗ ਦੇਣ ਵਾਸਤੇ, ਤਾਂ ਉਹਨਾਂ ਨੂੰ ਬ੍ਰਿਟਿਸ਼ ਆਫੀਸਰਸ ਬਹੁਤ ਐਕਸਪਰਟ ਸੀਗੇ ਪਹਿਲਾਂ ਹੀ। ਸੋ ਉਹਨਾਂ ਦੀ ਸੈਨਾ ਵੀ ਬਹੁਤ ਵੱਡੀ ਸੀ। ਰਣਜੀਤ ਸਿੰਘ ਦੀ ਸੈਨਾ ਹਜੇ ਕੋਈ ਬਹੁਤ ਵੱਡੀ ਸੈਨਾ ਨਹੀਂ ਸੀ। ਦੂਜੀ ਗੱਲ, 1809 ਤੱਕ ਰਣਜੀਤ ਸਿੰਘ ਕੋਈ ਬਹੁਤ ਤਾਕਤਵਰ ਰਾਜਾ ਨਹੀਂ ਸੀ ਬਣਿਆ। ਨਾ ਤੁਹਾਡੇ ਕੋਲ ਮੁਲਤਾਨ, ਨਾ ਤੁਹਾਡੇ ਕੋਲ ਪਿਸ਼ਾਵਰ, ਨਾ ਤੁਹਾਡੇ ਕੋਲ ਅਟਕ, ਨਾ ਤੁਹਾਡੇ ਕੋਲ ਕਸ਼ਮੀਰ। ਛੋਟੀਆਂ-ਛੋਟੀਆਂ ਮਿਸਲਾਂ ਜਿੱਤ ਕੇ ਤੁਸੀਂ ਆਪਣੇ ਆਪ ਨੂੰ ਹਜੇ ਤਾਕਤਵਰ ਨਹੀਂ ਕਰ ਸਕਦੇ, ਤੁਹਾਡੇ ਕੋਲ ਹਜੇ ਹੋਰ ਬੜਾ ਕੰਮ ਪਿਆ ਹੈ। ਹੁਣ ਰਣਜੀਤ ਸਿੰਘ ਨੂੰ ਬਦਲੇ ਹੋਏ ਚਾਰਲਸ ਮੈਟਕਲੈਫੇ ਦੇ ਰਵੱਈਏ 'ਚ, ਉਹਦੇ ਬਦਲੇ ਹੋਏ ਐਟੀਟਿਊਡ ਦੇ ਮੁਤਾਬਕ ਢਲਣਾ ਪੈਣਾ ਹੈ। ਫਕੀਰ ਅਜ਼ੀਜ਼ੁਦੀਨ ਰਣਜੀਤ ਸਿੰਘ ਨੂੰ ਆਹੀ ਇੱਕ ਸਲਾਹ ਦਿੰਦਾ ਹੈ ਕਿ ਹੁਣ ਆਪਾਂ ਨੂੰ ਉਵੇਂ ਹੀ ਕਰਨਾ ਪੈਣਾ ਜਿਵੇਂ ਅੰਗਰੇਜ਼ ਚਾਹ ਰਹੇ ਆ ਕਰਨ ਵਾਸਤੇ। ਅਦਰਵਾਈਜ਼ ਆਪਾਂ ਇੱਕ ਫਰੰਟ ਤੇ ਅੰਗਰੇਜ਼ਾਂ ਨਾਲ ਮੋਰਚਾ ਖੋਲ ਦਾਂਗੇ, ਦੂਜੇ ਫਰੰਟ ਤੇ ਅਫਗਾਨਾਂ ਦੇ ਨਾਲ ਮੋਰਚਾ ਖੁੱਲਿਆ ਰਹੂਗਾ, ਵਿੱਚ ਵਿਚਾਲੇ ਪਸ਼ਾਵਰ, ਮੁਲਤਾਨ ਤੇ ਆਪਣੀਆਂ ਹੀ ਜਿਹੜੀਆਂ ਬਾਕੀ ਮਿਸਲਾਂ ਹੈ, ਜਿਹੜੀਆਂ ਕੁਛ ਕੁ ਤਾਂ ਆਪਾਂ ਆਪਣੇ ਕਬਜ਼ੇ 'ਚ ਕਰ ਲਈਆਂ 1809 ਤੱਕ, ਬਾਕੀਆਂ ਨੇ ਇਕੱਠੇ ਹੋ ਕੇ ਆਪਣੇ ਤੇ ਹਮਲਾ ਕਰ ਦੇਣਾ ਕਿ ਬਈ ਜੇ ਅਸੀਂ ਇਹਨਾਂ ਤੇ ਹਮਲਾ ਨਾ ਕਰਾਂਗੇ ਇਹ ਸਾਡੇ ਤੇ ਕਰ ਦੇਣਗੇ। ਇਸ ਕਰਕੇ ਆਪਾਂ ਜੇ ਬਚਣਾ ਚਾਹੁੰਦੇ ਆ, ਆਪਾਂ ਨੂੰ ਅੰਗਰੇਜ਼ਾਂ ਵਾਲੇ ਫਰੰਟ ਤੇ ਲੜਾਈ ਕਰਨ ਦਾ ਕੋਈ ਫਾਇਦਾ ਨਹੀਂ। ਆਪਾਂ ਕਹਿ ਰਹੇ ਹਾਂ ਯਮਨਾ ਬਾਰਡਰ ਹੋਊਗੀ, ਅੰਗਰੇਜ਼ ਕਹਿ ਰਿਹਾ ਸਤਲੁਜ ਬਾਰਡਰ ਹੋਊਗੀ, ਫਿਰ ਮੰਨ ਲਾ ਵੀ ਹੋਰ ਕੀ ਗੱਲ। ਸੋ ਇਹ ਉਮੀਦ ਕਰਦੇ ਹਾਂ ਕਿ ਇਹ ਸਾਰੀ ਗੱਲ ਸਮਝ ਆ ਗਈ ਕਿ ਚਾਰਲਸ ਮੈਟਕਲੈਫੇ ਜਦੋਂ ਦੂਜੀ ਵਾਰ ਰਣਜੀਤ ਸਿੰਘ ਨੂੰ ਮਤਲਬ ਕਿ ਮਿਲਣ ਆਇਆ, ਠੀਕ ਆ, ਉਸ ਵੇਲੇ ਦੇ ਗਵਰਨਰ ਜਨਰਲ ਨੂੰ ਕਹਿ ਕੇ ਕਿ ਬਈ ਮਾਲਵੇ ਦੇ ਇਲਾਕੇ ਤੇ ਸਾਡਾ ਦਬਦਬਾ ਹੈ,
ਠੀਕ ਆ। ਸਾਡੇ ਗਵਰਨਰ ਜਨਰਲ ਨੇ ਮਿੰਟੋ ਨੇ ਉਹਨਾਂ ਦੇ ਨਾਲ ਸਹਾਇਕ ਗੱਠਜੋੜ ਸਬਸਿਡਰੀ ਅਲਾਈਅੰਸ ਦੀ ਸੰਧੀ ਕਰ ਲਈ ਆ ਤੇ ਹੁਣ ਅਸੀਂ ਅਸੀਂ ਤੇਰੇ ਨਾਲ ਗੱਲ ਕਰਨੀ ਆਏ, ਸਿਰਫ ਤੈਨੂੰ ਦੱਸਣ ਆਏ ਆ। ਸੋ ਤਕਰੀਬਨ ਇਹ ਮਾਹੌਲ ਜਿਹੜਾ ਸੀਗਾ ਨਾ, ਉਹ ਸਾਰੇ ਦਾ ਸਾਰਾ ਮਾਹੌਲ ਜਿਹੜਾ ਸੀ ਉਹ ਪੂਰਾ ਗਰਮ ਹੋ ਚੁੱਕਿਆ ਸੀਗਾ। ਫਾਈਨਲੀ ਈਵਨ ਕਿ ਇੱਕ ਵਾਰ ਤਾਂ ਜਦੋਂ ਮਾਹੌਲ ਗੜਬੜਾ ਗਿਆ, ਅੰਗਰੇਜ਼ਾਂ ਨੇ ਆਪਣੀ ਸੈਨਾ ਸਤਲੁਜ ਵੱਲ ਭੇਜਤੀ, ਰਣਜੀਤ ਸਿੰਘ ਨੇ ਵੀ ਫਿਰ ਆਪਣੀ ਸੈਨਾ ਭੇਜਤੀ। ਈਵਨ ਕਿ ਅੰਗਰੇਜ਼ਾਂ ਨੇ ਜਿਹੜੇ ਮਾਲਵੇ ਦੇ ਇਲਾਕੇ ਸੀ ਉਹਨਾਂ ਨੂੰ ਕਹਿਤਾ ਕਿ ਤੁਹਾਡੀ ਜ਼ਿੰਮੇਵਾਰੀ ਸਾਡੀ। ਇਹਨਾਂ ਨੇ ਜਾ ਕੇ ਫਿਰੋਜ਼ਪੁਰ ਮੋਰਚਾ ਲਾ ਲਿਆ। ਰਣਜੀਤ ਸਿੰਘ ਨੇ ਵੀ ਮੋਹਕਮ ਚੰਦ ਦੇ ਅਧੀਨ ਆਪਣੀ ਫੌਜ ਸਾਰੀ ਲੁਧਿਆਣੇ ਦੇ ਸਤਲੁਜ ਦੇ ਪਰਲੇ ਪਾਸੇ ਇੱਕ ਜਗ੍ਹਾ ਹੈ ਫਲੌਰ, ਉੱਥੇ ਕਿਲਾ ਬਣਾਇਆ, ਉੱਥੇ ਫੌਜ ਭੇਜਤੀ। ਅੱਜ ਉੱਥੇ ਪੰਜਾਬ ਪੁਲਿਸ ਦਾ ਟ੍ਰੇਨਿੰਗ ਸੈਂਟਰ ਆ, ਫਲੋਰ ਪੁਲਿਸ ਅਕੈਡਮੀ। ਰਣਜੀਤ ਸਿੰਘ ਨੇ ਆਪਣਾ ਮੋਰਚਾ ਉੱਥੇ ਲਾ ਲਿਆ, ਇਹਨਾਂ ਨੇ ਆਪਣਾ ਮੋਰਚਾ ਇੱਧਰ ਲੁਧਿਆਣੇ ਤੇ ਫਿਰੋਜ਼ਪੁਰ ਵਾਲੇ ਪਾਸੇ ਲਾ ਲਿਆ। ਮਤਲਬ ਇੰਨੀ ਕੁ ਤਲਖੀ ਆ ਗਈ। ਫਕੀਰ ਅਜ਼ੀਜ਼ੁਦੀਨ ਜਿਹੜਾ ਕਿ ਬਹੁਤ ਵੱਡਾ ਡਿਪਲੋਮੈਟ ਸੀ, ਫਿਰ ਉਹਨੇ ਰਣਜੀਤ ਸਿੰਘ ਨੂੰ ਕਿਹਾ ਕਿ ਇਹਦੇ 'ਚ ਆਪਣਾ ਹੀ ਨੁਕਸਾਨ ਆ, ਜੇ ਆਪਾਂ ਦੂਜੇ ਪਾਸੇ ਨੂੰ ਐਕਸਪੈਂਸ਼ਨ ਕਰਨੀ ਚਾਹੁੰਦੇ ਆ ਨਾ, ਆਪਾਂ ਨੂੰ ਇੱਥੇ ਫਿਲਹਾਲ ਦੀ ਘੜੀ ਅੰਗਰੇਜ਼ਾਂ ਦੇ ਮੁਤਾਬਕ ਸੰਧੀ ਕਰਨੀ ਪੈਣੀ ਆ। ਆਹੀ ਸਾਰਾ ਕੁਝ ਲਿਖਿਆ ਹੈ ਕਿ ਸਿੱਖਾਂ ਵੱਲੋਂ ਇੱਕ ਬਹੁਤ ਵੱਡੀ ਆਰਮੀ ਦੀਵਾਨ ਮੋਹਕਮ ਚੰਦ ਦੇ ਅੰਡਰ ਤੇ ਉਧਰੋਂ ਕਰਨਲ ਡੇਵਿਡ ਐਕਟੋਲਨੀ ਇਹਦੇ ਅੰਡਰ ਫੌਜ ਜਿਹੜੀ ਸੀ ਉਹ ਸਤਲੁਜ ਦੇ ਦੋਵੇਂ ਪਾਸੇ ਲੁਧਿਆਣੇ ਤੇ ਦੂਜੇ ਪਾਸੇ ਫਲੌਰ ਇਕੱਠੀ ਹੋ ਗਈ। ਖੈਰ ਅੱਗੇ ਉਹ ਕਿਸੇ ਨਾ ਕਿਸੇ ਲੜਾਈ ਦਾ ਰੂਪ ਲੈਂਦੀ, ਉਸ ਤੋਂ ਪਹਿਲਾਂ ਹੀ ਜਿਹੜੀ ਟ੍ਰੀਟੀ ਸੀਗੀ ਉਹ ਨੈਗੋਸ਼ੀਏਟ ਹੋਈ। ਅੰਗਰੇਜ਼ ਅੰਮ੍ਰਿਤਸਰ ਗਏ, ਉੱਥੇ ਰਣਜੀਤ ਸਿੰਘ ਦੇ ਨਾਲ ਬੈਠ ਕੇ ਇੱਕ ਸਮਝੌਤਾ ਜਿਹੜਾ ਸੀਗਾ ਉਹ ਸਿਰੇ ਚਾੜਿਆ ਗਿਆ। ਸੋ ਲੁਧਿਆਣੇ ਬੈਠੇ ਹੀ ਜਿਹੜਾ ਡੇਵਿਡ ਐਕਟੋਲਨੀ ਸੀ, ਉਹਨੇ ਰਣਜੀਤ ਸਿੰਘ ਨੂੰ ਨੋਟਿਸ ਦਿੱਤਾ ਕਿ ਬਈ ਜਾਂ ਜੰਗ ਕਰ ਲਾ, ਨਹੀਂ ਤਾਂ ਫਿਰ ਸੰਧੀ ਕਰ ਲਾ। ਸੋ ਰਣਜੀਤ ਸਿੰਘ ਵਾਸਤੇ ਇੱਕ ਬਹੁਤ ਨਾਮੋਸ਼ੀ ਭਰਿਆ ਟਾਈਮ ਸੀਗਾ ਕਿ ਮਤਲਬ ਕਿ ਉਹਨੂੰ ਇਹ ਸੰਧੀ ਜਿਹੜੀ ਸੀ ਨਾ, ਉਹ ਇੱਕ ਰਣਨੀਤਿਕ ਦਬਾਅ 'ਚ ਆ ਕੇ ਕਰਨੀ ਪਈ। ਉਹ ਅੱਡ ਗੱਲ ਆ ਕਿ ਉਹ ਸੰਧੀ ਬਾਅਦ 'ਚ ਰਣਜੀਤ ਸਿੰਘ ਵਾਸਤੇ ਬੈਨੀਫੀਸ਼ੀਅਲ ਬਹੁਤ ਹੋਈ। ਉਸ ਤੋਂ ਬਾਅਦ ਇਹ ਬਾਰਡਰ ਸਦਾ ਲਈ ਸਿਕਿਉਰ ਹੋ ਗਿਆ ਤੇ ਦੂਜੇ ਪਾਸੇ ਐਕਸਪੈਂਸ਼ਨ ਕਰਨ 'ਚ ਰਣਜੀਤ ਸਿੰਘ ਨੂੰ ਦਿੱਕਤ ਨਹੀਂ ਆਈ। ਪਰ ਇੱਕ ਵਾਰੀ ਉਹਨੂੰ ਫੀਲ ਹੋਇਆ ਕਿ ਇਹ ਸੰਧੀ ਜਿਹੜੀ ਆ ਮੇਰੀਆਂ ਸ਼ਰਤਾਂ ਤੇ ਨਹੀਂ ਹੋਈ, ਇਹ ਸੰਧੀ ਉਹਨਾਂ ਸ਼ਰਤਾਂ ਤੇ ਹੋਈ ਆ ਜਿਹੜੀਆਂ ਚਾਰਲਸ ਮੈਟਕਲੈਫੇ ਮੈਨੂੰ ਪਹਿਲੀ ਵਾਰ ਕਹਿ ਕੇ ਗਿਆ ਹੈ। ਤਾਂ ਬੰਦਾ ਅੰਦਰੋਂ ਫੀਲ ਕਰਦਾ ਯਾਰ ਕਿ ਮੇਰੀ ਇਹ ਡਿਪਲੋਮੈਟਿਕ ਹਾਰ ਆ। ਸੋ ਖੈਰ ਹਾਰ ਹੋਵੇ ਚਾਹੇ ਜਿੱਤ ਹੋਵੇ, ਰਣਜੀਤ ਸਿੰਘ ਨੇ ਇਸ ਸੰਧੀ ਨੂੰ ਤੇ ਸਾਈਨ ਕੀਤੇ। 25 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੀ ਸੰਧੀ ਹੋਈ ਚਾਰਲਸ ਮੈਟਕਲੈਫੇ ਤੇ ਰਣਜੀਤ ਸਿੰਘ ਦੇ ਵਿੱਚ। ਕਹਿੰਦੇ ਇਸ ਸੰਧੀ ਦੇ ਵਿੱਚ ਕਿਹਾ ਗਿਆ ਕਿ ਦੋਸਤੀ ਜਿਹੜੀ ਆ ਲਗਾਤਾਰ ਬਣੀ ਰਹੂਗੀ। ਇੱਕ ਤਾਂ ਸਿੰਪਲ ਜੀ ਗੱਲ ਆ ਤੇ ਸਤਲੁਜ ਬਾਰਡਰ ਰਹੂਗਾ, ਠੀਕ ਹੈ। ਦੂਜੀ ਗੱਲ ਸੀ ਕਿ ਜਿਹੜੀ ਈਸਟ ਵਾਲੇ ਰਣਜੀਤ ਸਿੰਘ ਆ ਜਿਹੜਾ, ਠੀਕ ਆ ਨਾ, ਉਹ ਆਪਣੀ ਫੌਜ ਜਿਹੜੀ ਆ ਈਸਟ ਵਾਲੇ ਪਾਸੇ ਵੈਸਟ ਵਾਲੇ ਪਾਸੇ ਰੱਖੂਗਾ, ਪੂਰਬ ਵਾਲੇ ਪਾਸੇ ਰੱਖੂਗਾ, ਪੱਛਮ ਵਾਲੇ ਪਾਸੇ ਜਾਂ ਜਿਹੜੇ ਸਾਊਥ ਵਾਲੇ ਪਾਸੇ ਕਹਿ ਲਓ ਜਾਂ ਪੱਛਮ ਵਾਲੇ ਪਾਸੇ ਕਹਿ ਲਓ, ਠੀਕ ਆ। ਸੋ ਇੱਕ ਇਸ ਪਾਸੇ ਰਣਜੀਤ ਸਿੰਘ ਦੀ ਫੌਜ ਕਿਸੇ ਐਕਸਟ੍ਰੀਮ ਸਥਿਤੀ 'ਚ ਆਊਗੀ, ਇਹ ਕੰਡੀਸ਼ਨ ਸੀ। ਦੂਜੀ ਗੱਲ ਕਿ ਜੇ ਕੋਈ ਵੀ ਕਿਸੇ ਸ਼ਰਤ ਦੀ ਵਾਇਲੇਸ਼ਨ ਹੋਊਗੀ ਉਹਨੂੰ ਟ੍ਰੀਟੀ ਦਾ ਅੰਤ ਸਮਝਿਆ ਜਾਊਗਾ। ਤੇ ਸਭ ਤੋਂ ਚੌਥੀ ਗੱਲ ਇਹ ਸੀਗੀ ਕਿ ਚੌਥੀ ਕੰਡੀਸ਼ਨ 'ਚ ਇਹ ਲਿਖਿਆ ਸੀਗਾ ਕਿ ਇਹ ਜਿਹੜੀ ਟ੍ਰੀਟੀ ਆ ਉਹ 25 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੇ ਵਿੱਚ ਕਨਕਲੂਡ ਕੀਤੀ ਗਈ ਆ ਰਣਜੀਤ ਸਿੰਘ ਤੇ ਚਾਰਲਸ ਮੈਟਕਲੈਫੇ ਦੇ ਵਿਚਕਾਰ। ਸੋ ਆ 3 ਜਾਂ 4 ਪੁਆਇੰਟ ਇਸ ਟ੍ਰੀਟੀ 'ਚ ਲਿਖੇ ਗਏ। ਸੋ ਫਾਈਨਲੀ ਇਹ ਟ੍ਰੀਟੀ ਜਿਹੜੀ ਸੀਗੀ ਉਹਨੇ 2 ਚੀਜ਼ਾਂ ਰਣਜੀਤ ਸਿੰਘ ਵਾਸਤੇ ਕੀਤੀਆਂ। ਕਈ ਲੋਕ ਇਹਨੂੰ ਰਣਜੀਤ ਸਿੰਘ ਦੀ ਡਿਪਲੋਮੈਟਿਕ ਹਾਰ ਮੰਨਦੇ ਆ, ਪਰ ਕੁਝ ਲੋਕ ਮੰਨਦੇ ਆ ਕਿ ਰਣਜੀਤ ਸਿੰਘ ਨੂੰ ਇਸ ਟ੍ਰੀਟੀ ਤੋਂ ਬਹੁਤ ਬੈਨੀਫਿਟ ਹੋਇਆ ਤੇ ਇਹ ਵਾਕਈ ਰਣਜੀਤ ਸਿੰਘ ਦੀ ਰਣਨੀਤਿਕ ਹਾਰ ਸੀ ਜਾਂ ਰਣਜੀਤ ਸਿੰਘ ਨੂੰ ਬੈਨੀਫਿਟ ਹੋਇਆ। ਇਹ ਤਾਂ ਆਈਡੀਆ ਕਿੱਥੋਂ ਲੱਗ ਸਕਦਾ ਹੈ ਕਿ 1809 ਤੋਂ ਲੈ ਕੇ 1839 ਤੱਕ ਅਗਲੇ 30 ਸਾਲਾਂ 'ਚ ਰਣਜੀਤ ਸਿੰਘ ਬਾਰੇ ਦੇਖੋ। ਜੇ ਤਾਂ ਉਹਨੇ ਇਸ ਤੋਂ ਬਾਅਦ ਖੁੱਲ੍ਹ ਕੇ ਐਕਸਪੈਂਸ਼ਨ ਕੀਤੀ ਆ, ਫਿਰ ਤਾਂ ਇਸ ਟ੍ਰੀਟੀ ਦਾ ਉਹਨੂੰ ਫਾਇਦਾ ਹੋਇਆ। ਤੇ ਜੇ ਇਸ ਤੋਂ ਬਾਅਦ ਇਸ ਟ੍ਰੀਟੀ ਕਰਕੇ ਉਹ ਕਿਤੇ ਨਾ ਕਿਤੇ ਆਪਣੀ ਐਕਸਪੈਂਸ਼ਨ ਨਹੀਂ ਕਰ ਸਕਿਆ, ਫਿਰ ਇਸ ਟ੍ਰੀਟੀ ਦਾ ਨੁਕਸਾਨ ਆ। ਓਵਰਆਲ ਜਦੋਂ ਅਸੀਂ ਰਣਜੀਤ ਸਿੰਘ ਬਾਰੇ ਅਗਲੇ ਸਮੇਂ 'ਚ ਪੜ੍ਹਦੇ ਹਾਂ ਤੇ ਸਾਨੂੰ ਸਮਝ ਆਉਂਦੀ ਆ ਕਿ ਇਹ ਤਾਂ ਇੱਕ ਬਹੁਤ ਬੈਨੀਫੀਸ਼ੀਅਲ ਟ੍ਰੀਟੀ ਰਹੀ ਹੈ ਰਣਜੀਤ ਸਿੰਘ ਵਾਸਤੇ। ਪਹਿਲੀ ਗੱਲ, ਇੱਕ ਗੱਲ ਬੜੀ ਕਲੀਅਰ ਆ ਕਿ ਹਰਾਸਮੈਂਟ ਦੇ ਜੋ ਕੁਝ ਕਾਰਨ ਸੀਗੇ। ਪਹਿਲਾ ਕਾਰਨ ਇਹ ਸੀ ਕਿ ਰਣਜੀਤ ਸਿੰਘ ਦਾ ਜਿਹੜਾ ਅੰਬੀਸ਼ਨ ਸੀ ਉਹ ਪੂਰਾ ਨਹੀਂ ਹੋ ਸਕਿਆ, ਆਪਣੇ ਆਪ ਨੂੰ ਸਿੱਖ ਸਮਰਾਜ ਦਾ ਰਾਜਾ ਬਣਾਉਣ ਦਾ। ਮੈਨੂੰ ਲੱਗਦਾ ਇਹਦੇ 'ਚ ਇਹੀ ਲਿਖਿਆ ਹੋਇਆ ਹੈ, ਠੀਕ ਹੈ। ਦੂਜਾ, ਰਣਜੀਤ ਸਿੰਘ ਵਾਸਤੇ ਇੱਕ ਮੇਨ ਕਾਰਨ ਹੋਰ ਉਹਦੀ ਰਣਨੀਤਿਕ ਹਾਰ। ਜਿਵੇਂ ਕਿ ਉਹ ਡਿਪਲੋਮੈਟਿਕ ਤੌਰ ਤੇ ਮੰਨਦਾ ਸੀ ਕਿ ਸਤਲੁਜ ਤੋਂ ਪਰਲੇ ਪਾਸੇ ਵਾਲੇ ਇਲਾਕੇ ਉਹਦੇ ਆ, ਕਿ ਉਹ ਯਮੁਨਾ ਤੱਕ ਹੀ ਫਾਈਨਲ ਸੰਧੀ ਕਰਾ ਕੇ ਹਟੂਗਾ। ਤੋਂ ਜਦੋਂ ਤੁਹਾਨੂੰ ਯਮੁਨਾ ਤੋਂ ਪਿੱਛੇ ਆ ਕੇ ਸਤਲੁਜ ਤੇ ਸੰਧੀ ਕਰਨੀ ਪਈ
ਤਾਂ ਇਹ ਉਹਦੇ ਹਿਸਾਬ ਨਾਲ ਇੱਕ ਰਣਨੀਤਿਕ ਹਾਰ ਵੀ ਸੀ। ਮਨੋਵਿਗਿਆਨਿਕ ਦਬਾਅ ਤਾਂ ਸੀਗਾ ਹੀ ਸੀਗਾ ਕਿ ਮੈਂ ਸਿੱਖ ਰਾਜ ਦਾ ਰਾਜਾ ਨਹੀਂ ਬਣ ਸਕਿਆ, ਪਰ ਉਹਦੇ ਨਾਲ ਇਹ ਇੱਕ ਰਣਨੀਤਿਕ ਹਾਰ ਵੀ ਸੀ ਕਿ ਜੋ ਰਣਨੀਤੀ ਤੁਸੀਂ ਵਿੰਨੀ ਸੀ ਕਿ ਤੁਸੀਂ ਯਮਨਾ ਨੂੰ ਬਾਰਡਰ ਬਣਾਓਗੇ, ਤੁਹਾਡੀ ਇੱਕ ਰਣਨੀਤਿਕ ਹਾਰ ਦੇ ਤੌਰ ਤੇ ਵੀ ਇਹਨੂੰ ਦੇਖਿਆ ਗਿਆ। ਤੀਸਰਾ ਜਿਹੜਾ ਰਣਜੀਤ ਸਿੰਘ ਨੂੰ ਲੱਗਦਾ ਸੀਗਾ ਕਿ ਲਾਹੌਰ ਅੰਗਰੇਜ਼ਾਂ ਦੇ ਬਹੁਤ ਨੇੜੇ ਆ ਗਿਆ। ਕਿੱਥੇ ਤਾਂ ਅੰਗਰੇਜ਼ਾਂ ਨੇ ਯਮਨਾ ਕੋਲ ਬੈਠ ਕੇ ਲਾਹੌਰ ਤੇ ਨਿਗਾਹ ਰੱਖਣੀ ਆ, ਹੁਣ ਤੁਸੀਂ ਹਾਰਡਲੀ ਸਿਰਫ ਸਤਲੁਜ ਤੋਂ ਕਿੰਨੇ ਕੁ ਦੂਰ ਆ ਕਿਤੇ ਲਾਹੌਰ, ਤੁਸੀਂ ਬਹੁਤ ਆਸਾਨੀ ਨਾਲ 70-80 ਮੀਲ ਦਾ ਸਫ਼ਰ ਤੈਅ ਕਰ ਸਕਦੇ ਹੋ। ਤੋ ਹੁਣ ਲਾਹੌਰ ਬਹੁਤ ਨੇੜੇ ਸੀਗਾ, ਇਹ ਵੀ ਰਣਜੀਤ ਸਿੰਘ ਵਾਸਤੇ ਇੱਕ ਘਾਟਾ ਸੀ। ਪਰ ਜੇ ਰਣਜੀਤ ਸਿੰਘ ਨੂੰ ਹੋਏ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਗੱਲ, ਸ਼ਾਇਦ ਰਣਜੀਤ ਸਿੰਘ ਜੇ ਇਹ ਸੰਧੀ ਨਾ ਕਰਦਾ ਤਾਂ ਸਮੇਂ ਤੋਂ ਪਹਿਲਾਂ ਹੀ ਉਹਦੇ ਰਾਜ ਦੇ ਵਿੱਚ ਡਿਸਟਰਕਸ਼ਨ ਸ਼ੁਰੂ ਹੋ ਜਾਂਦੀ। ਉਹਨੇ ਮੰਨਿਆ ਜਾਂਦਾ ਕਿ ਆਪਣੇ ਰਾਜ ਨੂੰ ਇੱਕ ਪ੍ਰੀ ਮੈਚੁਰ ਡਿਸਟਰਕਸ਼ਨ ਤੋਂ ਬਚਾ ਲਿਆ, ਕਿਉਂਕਿ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਵੀ ਤਾਂ ਇਹੀ ਕੁਝ ਹੋਇਆ। ਅੰਗਰੇਜ਼ਾਂ ਦੀ ਸਾਰੇ ਪਾਸੇ ਇੱਕੋ ਹੀ ਪਾਲਿਸੀ ਰਹੀ ਆ, ਤੋੜੋ ਤੇ ਰਾਜ ਕਰੋ। ਜੇ ਰਣਜੀਤ ਸਿੰਘ ਇਹ ਸੰਧੀ ਨਾ ਕਰਦਾ, ਕੀ ਪਤਾ ਰਣਜੀਤ ਸਿੰਘ ਦੇ ਆਪਸ 'ਚ ਪਰਿਵਾਰ ਦੇ ਵਿੱਚ ਜਾਂ ਆਪਣੇ ਦਰਬਾਰੀਆਂ 'ਚ ਜਾਂ ਉਹਦੇ ਵਜ਼ੀਰਾਂ 'ਚ ਐਸੀ ਫੁੱਟ ਪਾਉਂਦੇ ਕਿ ਸਮੇਂ ਤੋਂ ਪਹਿਲਾਂ ਹੀ ਰਣਜੀਤ ਸਿੰਘ ਨੂੰ ਡਿਸਟਰੋਏ ਕਰ ਦਿੰਦੇ, ਫਿਰ ਰਣਜੀਤ ਸਿੰਘ ਦਾ ਧਿਆਨ ਦੂਜੇ ਪਾਸੇ ਐਕਸਪੈਂਸ਼ਨ ਤੇ ਲੱਗਣਾ ਹੀ ਨਹੀਂ ਸੀ। ਸੋ ਪ੍ਰੀ ਮੈਚੁਰ ਡਿਸਟਰਕਸ਼ਨ ਤੋਂ ਰਣਜੀਤ ਸਿੰਘ ਦਾ ਰਾਜ ਬਚ ਗਿਆ, ਇਹ ਇੱਕ ਫਾਇਦੇ ਵਾਲੀ ਗੱਲ ਆ। ਦੂਜੀ ਗੱਲ, ਰਣਜੀਤ ਸਿੰਘ ਨੂੰ ਖੁੱਲ੍ਹ ਕੇ ਮੌਕਾ ਮਿਲ ਗਿਆ ਆਪਣੇ ਆਪ ਨੂੰ ਉੱਤਰ ਪੱਛਮ ਵੱਲ ਐਕਸਪੈਂਡ ਕਰਨ ਦਾ। ਕੀ ਸਤਲੁਜ ਦਾ ਬਾਰਡਰ ਸਿਕਿਉਰ ਨਾ ਹੁੰਦਾ ਕੀ ਤੁਸੀਂ ਪਸ਼ਾਵਰ, ਮੁਲਤਾਨ, ਅਟਕ, ਕਸ਼ਮੀਰ ਜਿੱਤ ਸਕਦੇ? ਮਤਲਬ ਹੀ ਨਹੀਂ ਸੀ ਕਿ ਤੁਸੀਂ ਜਮਰੌਦ ਤੱਕ ਦੇ ਕਿਲੇ ਬਣਾ ਸਕਦੇ। ਸੋ ਇਹ ਇੱਕ ਅਗਲਾ ਫਾਇਦਾ ਰਣਜੀਤ ਸਿੰਘ ਨੂੰ ਇਹਦੇ ਤੋਂ ਮਿਲਿਆ, ਠੀਕ ਹੈ ਨਾ। ਅੰਗਰੇਜ਼ਾਂ ਨੂੰ ਕੀ ਫਾਇਦਾ ਮਿਲਿਆ? ਇੱਕ ਡਿਪਲੋਮੈਟਿਕ ਜਿੱਤ। ਤੁਸੀਂ ਕਿਹਾ ਕਿ ਸਤਲੁਜ ਹੀ ਬਾਰਡਰ ਹੋਊਗਾ, ਤੇ ਇਹਦੇ ਨਾਲ ਕੀ ਹੋਇਆ, ਬਾਕੀ ਦੇ ਕਿੰਨੇ ਪ੍ਰਿੰਸਲੀ ਸਟੇਟਸ ਆ ਜਿਨ੍ਹਾਂ ਦਾ ਟਰਸਟ ਵਧ ਗਿਆ ਅੰਗਰੇਜ਼ਾਂ 'ਚ। ਬਈ ਕਿੰਨੀਆਂ ਪ੍ਰਿੰਸਲੀ ਸਟੇਟਸ ਹੋਣਗੀਆਂ ਜਿਨ੍ਹਾਂ ਦੇ ਦਿਮਾਗ 'ਚ ਇਹ ਗੱਲ ਗਈ ਕਿ ਅੰਗਰੇਜ਼ਾਂ ਨੇ ਜਿਨ੍ਹਾਂ ਦੇ ਨਾਲ ਸਬਸਿਡਰੀ ਅਲਾਇੰਸ ਕੀਤਾ ਉਹਨਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਅੰਗਰੇਜ਼ਾਂ ਨੇ ਪੂਰੇ ਤਰੀਕੇ ਨਾਲ ਨਿਭਾਈ ਆ। ਤੋ ਇਸ ਤੋਂ ਵੱਡੀ ਕੂਟਨੀਤਿਕ ਜਿੱਤ ਮੈਂ ਨਹੀਂ ਕਹਿੰਦਾ। ਤੁਸੀਂ ਭਾਰਤ 'ਚ ਆ ਰਹੇ ਹੋ, ਭਾਰਤੀ ਰਿਆਸਤਾਂ ਨੂੰ ਕਹਿ ਰਹੇ ਹੋ ਕਿ ਸਾਡੀ ਸ਼ਾਨ 'ਚ ਆ ਜਾਓ, ਸਾਡੇ ਅਮਰੇਲਾ ਥੱਲੇ ਆ ਜਾਓ, ਕੋਈ ਖਤਰਾ ਨਹੀਂ, ਚਾਹੇ ਸਾਹਮਣੇ ਵਾਲਾ ਦੁਸ਼ਮਣ ਕਿੱਡਾ ਮਰਜ਼ੀ ਤਾਕਤਵਰ ਹੋਵੇ। ਫਿਰ ਤੁਹਾਡੇ ਕੋਲ ਦੇਣ ਵਾਸਤੇ ਐਗਜ਼ਾਮਪਲ ਵੀ ਆ ਜੇ। ਇਟ ਮੀਨਸ ਐਗਜ਼ਾਮਪਲ ਹੀ ਸੀ ਇੱਕ ਕਿ ਪਟਿਆਲਾ, ਨਾਭਾ ਰਿਆਸਤ ਤੁਹਾਨੂੰ ਕਹਿ ਰਹੇ ਆ ਕਿ ਸਾਨੂੰ ਬਚਾਓ, ਤੇ ਤੁਸੀਂ ਕਹਿ ਵੀ ਦਿੱਤਾ ਬਚਾਵਾਂਗੇ ਤੇ ਬਚਾ ਕੇ ਦਿਖਾ ਵੀ ਦਿੱਤਾ। ਇਸ ਤੋਂ ਵੱਡੀ ਡਿਪਲੋਮੈਟਿਕ ਜਿੱਤ ਕੀ ਹੋ ਸਕਦੀ ਹੈ? ਸੋ ਇਹ ਇੱਕ ਬੜੀ ਕੂਟਨੀਤਿਕ ਜਿੱਤ ਸੀ। ਦੂਜੀ ਗੱਲ, ਇਹਦੇ ਨਾਲ ਇੱਕ ਹੋਰ ਚੰਗੀ ਤਰ੍ਹਾਂ ਫਾਇਦਾ ਹੋ ਗਿਆ, ਕਿਉਂਕਿ ਹੁਣ ਨਾ ਅੰਗਰੇਜ਼ਾਂ ਨੂੰ ਹੋਰ ਕੋਈ ਬਹੁਤਾ ਫੀਅਰ ਨਹੀਂ ਰਿਹਾ, ਕਿਉਂਕਿ ਮੀਨਸ ਕਿ ਇਹਦੇ 'ਚ ਇੱਕ ਚੀਜ਼ ਇਹ ਸੀਗੀ ਕਿ ਰਣਜੀਤ ਸਿੰਘ ਨਾਲ ਰਿਲੇਸ਼ਨ ਚੰਗੇ ਹੋ ਗਏ। ਹੁਣ ਉਹਨਾਂ ਨੂੰ ਪਤਾ ਸੀ ਕਿ ਹੋਰ ਨਾ ਛੋਟੀਆਂ ਟੈਰੀਟਰੀਜ਼, ਜਿਵੇਂ ਨਾ ਪੰਜਾਬ ਨੂੰ ਛੱਡ ਦਿਓ, ਪੰਜਾਬ ਦੇ ਨੇੜੇ ਸੀ ਸਿੰਧ ਤੋਂ ਥੱਲੇ ਸੀ ਰਾਜਸਥਾਨ ਦੇ ਰਾਜਪੂਤਾਨਾ ਰਾਜੇ, ਤੇ ਹੋਰ ਯੂਪੀ ਦੇ ਵਿੱਚ ਛੋਟੇ-ਮੋਟੇ ਸਰਦਾਰ ਸੀ। ਜੇ ਅੰਗਰੇਜ਼ ਰਣਜੀਤ ਸਿੰਘ ਨਾਲ ਉਲਝੇ ਰਹਿੰਦੇ ਤਾਂ ਜਿਹੜਾ ਯਮਨਾ ਦੇ ਨੇੜੇ ਵਾਲਾ ਇਲਾਕਾ ਸੀਗਾ, ਯਮਨਾ ਤੋਂ ਲੈ ਕੇ ਰਾਜਸਥਾਨ ਤੋਂ ਲੈ ਕੇ ਮੱਧ ਪ੍ਰਦੇਸ਼ ਵਾਲਾ ਇਲਾਕਾ, ਉੱਥੇ ਵੀ ਛੋਟੀਆਂ ਟੈਰੀਟਰੀ ਸੀਗੀਆਂ ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰ ਰਹੀਆਂ ਸੀ। ਜੇ ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਲੜਨਾ ਸੀ, ਰਣਜੀਤ ਸਿੰਘ ਉਸ ਵੇਲੇ ਇਕਲੌਤੀ ਤਾਕਤ ਸੀ ਜਿਹਦੇ ਕੋਲ ਅੰਗਰੇਜ਼ਾਂ ਦੇ ਬਰਾਬਰ ਦੀ ਫੌਜ ਸੀ। ਇਸ ਕਰਕੇ ਅੰਗਰੇਜ਼ ਜੇ ਰਣਜੀਤ ਸਿੰਘ ਨਾਲ ਫਰੰਟ ਖੋਲ੍ਹ ਲੈਂਦੇ ਤਾਂ ਛੋਟੀਆਂ ਰਿਆਸਤਾਂ ਨੂੰ ਦਬਾਉਣ 'ਚ ਸ਼ਾਇਦ ਉਹ ਕਦੇ ਸਫਲ ਨਾ ਹੁੰਦੇ। ਇਟ ਮੀਨਸ ਰਣਜੀਤ ਸਿੰਘ ਨਾਲ ਸਮਝੌਤਾ ਕਰਕੇ ਉਹਨਾਂ ਨੂੰ ਵੀ ਇੱਕ ਫਾਇਦਾ ਹੋਇਆ, ਜਿਵੇਂ ਰਣਜੀਤ ਸਿੰਘ ਨੂੰ ਫਾਇਦਾ ਹੋਇਆ ਨਾ ਕਿ ਉਹਦਾ ਸਾਰਾ ਧਿਆਨ ਨਾਰਥ ਵੈਸਟ ਵੱਲ ਲੱਗ ਗਿਆ। ਅੰਗਰੇਜ਼ਾਂ ਨੂੰ ਵੀ ਇੱਕ ਇਹੋ ਜਿਹਾ ਫਾਇਦਾ ਹੋਇਆ ਕਿ ਉਹ ਹੁਣ ਛੋਟੀਆਂ ਰਿਆਸਤਾਂ ਨੂੰ ਕ੍ਰਸ਼ ਕਰਨਾ ਈਜ਼ੀ ਹੋ ਗਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਤਲੁਜ ਵਾਲਾ ਬਾਰਡਰ ਸਾਡਾ ਸਿਕਿਉਰ ਆ। ਸੋ ਕੁੱਲ ਮਿਲਾ ਕੇ ਇੱਕ ਗੱਲ ਹੋਰ, ਤੇ ਸਭ ਤੋਂ ਵੱਡਾ ਅੰਗਰੇਜ਼ਾਂ ਨੂੰ ਫਾਇਦਾ ਟੈਰੀਟੋਰੀਅਲ ਗੇਨ। ਕਿੱਥੇ ਤੁਹਾਡੇ ਕੋਲ ਸਤਲੁਜ ਉੱਥੋਂ ਦਾ ਯਮਨਾ ਤੱਕ ਦਾ ਏਰੀਆ ਸੀ, ਹੁਣ ਸਿੱਧਾ ਯਮਨਾ ਤੋਂ ਲੈ ਕੇ ਸਤਲੁਜ ਤਾਂ ਮੰਨ ਕੇ ਦੇਖੋ ਪੰਜਾਬ ਹਰਿਆਣਾ ਸਾਰਾ ਹੀ ਹੋ ਗਿਆ ਆਲਮੋਸਟ। ਤਾਂ ਤੁਹਾਡੇ ਕੋਲ 1.5 ਗੁਣਾ ਪੰਜਾਬ ਦਾ ਪੂਰਾ ਹਰਿਆਣਾ ਤੇ ਅੱਧਾ ਪੰਜਾਬ ਤੁਹਾਡੇ ਕਬਜ਼ੇ 'ਚ ਆ ਗਿਆ। ਤੁਹਾਨੂੰ ਬਹੁਤ ਵੱਡਾ ਟੈਰੀਟੋਰੀਅਲ ਗੇਨ, ਤੁਹਾਨੂੰ ਬਹੁਤ ਵੱਡਾ ਜ਼ਮੀਨੀ ਪੱਧਰ ਤੇ ਮਤਲਬ ਤੁਹਾਨੂੰ ਜ਼ਮੀਨ ਬਹੁਤ ਮਿਲ ਗਈ। ਤੇ ਇਸ ਤੋਂ ਵੱਡੀ ਗੱਲ, ਮਾਲਵੇ ਦੇ ਸਰਦਾਰਾਂ ਦੀ ਸਪੋਰਟ। ਤੇ ਤੁਸੀਂ ਆਪ ਦੇਖੋ, ਜਦੋਂ 1857 ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਭਾਰਤ 'ਚ ਰਿਵੋਲਟ ਹੁੰਦਾ ਹੈ ਨਾ, ਜਿਹਨੂੰ 1857 ਦੀ ਮਿਊਟੀਨੀ ਕਵਾਂਗੇ ਆਪਾਂ, ਕਹਿੰਦੇ ਆ ਅੰਗਰੇਜ਼ਾਂ ਦੀ ਉਹ ਮਿਊਟੀਨੀ, ਅੰਗਰੇਜ਼ਾਂ ਦੇ ਖਿਲਾਫ ਜਿਹੜੀ ਉਹ ਬਗਾਵਤ ਹੋਈ ਸੀ ਨਾ, ਉਹ ਬਗਾਵਤ ਅੰਗਰੇਜ਼ਾਂ ਨੇ ਦਬਾ ਲਈ, ਜਿਹਨੂੰ ਅਸੀਂ ਫਸਟ ਵਾਰ ਆਫ ਇੰਡੀਪੈਂਡੈਂਸ ਕਹਿੰਦੇ ਆ, ਆਜ਼ਾਦੀ ਦੀ ਪਹਿਲੀ ਲੜਾਈ ਕਹਿੰਦੇ ਆ। ਜੇ ਕੋਈ ਕਵੇ ਨਾ ਕਿ ਉਹ ਲੜਾਈ ਦਬੀ ਕਿਵੇਂ, ਉਹਦੇ 'ਚ ਇੱਕ ਬਹੁਤ ਵੱਡਾ ਕਾਰਨ ਸੀਗਾ, ਪਟਿਆਲਾ, ਨਾਭਾ, ਜੀਂਦ ਦੀਆਂ ਫੌਜਾਂ
ਦਿੱਲੀ ਪਹੁੰਚ ਗਈਆਂ ਜਦੋਂ ਬਹਾਦਰ ਸ਼ਾਹ ਨੇ ਦਿੱਲੀ 'ਚ ਬਗਾਵਤ ਕਰਤੀ। ਜੇ ਕਿਤੇ ਉਸ ਵੇਲੇ ਫੌਜ ਨਾ ਪਹੁੰਚਦੀ ਤਾਂ ਤੁਸੀਂ ਸਮਝ ਕੇ ਦੇਖ ਲਓ, ਦਿੱਲੀ 'ਚ ਜੇ 6 ਮਹੀਨੇ 7 ਮਹੀਨੇ ਦਿੱਲੀ ਕਬਜ਼ੇ 'ਚ ਰਹਿ ਜਾਂਦੀ, ਵਿਰੋਧੀਆਂ ਦੇ ਜਾਂ ਕਬਜ਼ਾ ਕਰਨ ਵਾਲਿਆਂ ਦੇ ਕਬਜ਼ੇ 'ਚ ਰਹਿ ਜਾਂਦੀ, ਤਾਂ ਪੂਰੇ ਸੈਂਟਰਲ ਇੰਡੀਆ 'ਚ ਮੈਸੇਜ ਚੱਲ ਜਾਣਾ ਸੀ ਕਿ ਅੰਗਰੇਜ਼ ਹਾਰ ਗਏ। ਤਾਂ ਫਿਰ ਉਹ ਜਿਹੜੀ ਮੋਟੀਵੇਸ਼ਨ ਲੋਕਾਂ ਨੂੰ ਮਿਲਣੀ ਸੀ, ਉਹਦੇ ਕਰਕੇ ਇਸ ਰਿਵੋਲਟ ਨੂੰ ਦਬਾਇਆ ਹੀ ਨਹੀਂ ਸੀ ਜਾਣਾ। ਜੇ ਕੋਈ ਮੈਨੂੰ ਕਵੇ ਕਿ ਪਟਿਆਲਾ ਨਾਭਾ ਜੀਂਦ ਦੀਆਂ ਰਿਆਸਤਾਂ ਦਾ ਫਾਇਦਾ ਹੋਇਆ ਅੰਗਰੇਜ਼ਾਂ ਨੂੰ, ਬਿਲਕੁਲ ਇਹਨਾਂ ਦੀ ਸੈਨਾ ਅਸਲ ਦੇ ਵਿੱਚ ਕੰਮ ਆਈ ਸੀ ਜਦੋਂ 1857 ਦਾ ਰਿਵੋਲਟ ਹੋਇਆ ਸੀ। ਸੋ ਕੁੱਲ ਮਿਲਾ ਕੇ ਇਹ ਤਾਂ ਆਪਾਂ ਨੂੰ ਸਮਝ ਆ ਗਈ ਸਾਰੀ ਕਿ ਅੰਗਰੇਜ਼ਾਂ ਨੂੰ ਇਹਦਾ ਬਹੁਤ ਬੈਨੀਫਿਟ ਮਿਲਿਆ। ਠੀਕ ਆ, ਆਹ ਕੁਛ ਬੈਨੀਫਿਟ ਸੀਗੇ। ਹੁਣ ਤੁਸੀਂ ਸਮਝ ਕੇ ਦੇਖ ਲਓ, ਜੇ 1809 ਦੀ ਸੰਧੀ ਨੂੰ ਲੈ ਕੇ ਕੋਈ ਸਵਾਲ ਆ ਗਿਆ, ਠੀਕ ਹੈ ਨਾ, ਕਿ ਟ੍ਰੀਟੀ ਆਫ ਅੰਮ੍ਰਿਤਸਰ 1809 was the win-win situation for British and ਰਣਜੀਤ ਸਿੰਘ, ਕਮੈਂਟ ਔਨ ਦੀ ਸਟੇਟਮੈਂਟ। ਮਤਲਬ ਕਿ ਦੋਵਾਂ ਵਾਸਤੇ ਵਿਨ ਵਿਨ, ਮਤਲਬ ਕਿ ਦੋਵਾਂ ਵਾਸਤੇ ਬਰਾਬਰ ਸਥਿਤੀ ਸੀਗੀ ਦੋਵਾਂ ਦੀ। ਇਸ ਗੱਲ ਤੇ ਕਮੈਂਟ ਕਰੋ, ਠੀਕ ਆ। ਜਾਂ 1809 ਦੀ ਟ੍ਰੀਟੀ ਅੰਗਰੇਜ਼ਾਂ ਦੀ ਰਣਜੀਤ ਸਿੰਘ ਦੀ ਬਜਾਏ ਅੰਗਰੇਜ਼ਾਂ ਲਈ ਵੱਧ ਹੋ ਕੇ ਭੁਗਤੀ, ਇਸ ਗੱਲ ਨੂੰ ਜਸਟੀਫਾਈ ਕਰੋ, ਫਿਰ ਤੁਸੀਂ ਉਹਦਾ ਜਵਾਬ ਦੇਣਾ ਹੈ। ਮੇਰੇ ਕਹਿਣ ਦਾ ਮਤਲਬ ਇਹ ਆ ਕਿ 1809 ਦੀ ਟ੍ਰੀਟੀ ਨੂੰ ਆਧਾਰ ਮੰਨ ਕੇ ਸਵਾਲ ਆ ਸਕਦੇ ਆ। ਜੇ ਪੇਪਰ 'ਚ ਆ ਗਿਆ ਕਿ 1809 ਦੀ ਵਟ ਵਾਰ ਦੀ ਫੈਕਟਰਸ ਰਿਸਪੌਂਸੀਬਲ ਫॉर ਕਨਕਲੂਜਨ ਆਫ ਟ੍ਰੀਟੀ ਆਫ ਅੰਮ੍ਰਿਤਸਰ 1809, ਉਹ ਕਿਹੜੇ ਕਾਰਕ ਸਨ, ਉਹ ਕਿਹੜੇ ਫੈਕਟਰ ਸਨ ਜਿਨ੍ਹਾਂ ਦੇ ਕਰਕੇ 1809 ਦੀ ਸੰਧੀ ਹੋਈ, ਫਿਰ ਤੁਸੀਂ 1809 ਦੀ ਸੰਧੀ ਦੀਆਂ ਪ੍ਰੋਵੀਜ਼ਨਸ ਨਾਲ ਲਿਖਣ ਲੱਗ ਪਿਓ। ਉਹਦੇ ਕਰਕੇ ਕਿਹਨੂੰ ਫਾਇਦਾ ਹੋਇਆ, ਕਿਹਨੂੰ ਨੁਕਸਾਨ ਹੋਇਆ, ਉਹ ਨਾ ਲਿਖਣ ਲੱਗ ਪਿਓ। ਫਿਰ 1806 ਤੋਂ ਲੈ ਕੇ 1809 ਤੱਕ ਦੀ ਭੂਮਿਕਾ ਲਿਖਿਓ ਕਿ ਉਹ ਕਿਹੜੇ ਫੈਕਟਰ ਸੀ ਜਿਹਦੇ ਕਰਕੇ ਇਹ ਸੰਧੀ ਸਿਰੇ ਚੜੀ ਹੈ। ਮਤਲਬ ਮੇਰੀ ਗੱਲ ਸਮਝ ਗਏ ਨਾ। ਸੋ ਇਹ ਬਹੁਤ ਇੰਪੋਰਟੈਂਟ ਗੱਲ ਆ, ਕਿਉਂਕਿ ਇਹਦੇ ਕਾਜ਼ ਹੋਰ ਨੇ। ਰਣਜੀਤ ਸਿੰਘ ਤੇ ਮੈਟਕਲੈਫੇ ਦੇ ਵਿੱਚ ਜੋ ਪਹਿਲੀਆਂ 2 ਵਾਰ ਮੀਟਿੰਗ ਤੇ 3 ਰਣਜੀਤ ਸਿੰਘ ਦੀਆਂ ਮਾਲਵਾ ਦੇ ਐਕਸਪੈਂਸ਼ਨ, ਸੋ ਉਹਨਾਂ ਨੂੰ ਆਪਾਂ ਆਧਾਰ ਬਣਾ ਕੇ 1809 ਦੀ ਟ੍ਰੀਟੀ ਦੇ ਕਾਰਕ ਜਿਹੜੇ ਆ ਜਾਂ ਕਾਰਨ ਜਿਹੜੇ ਆ ਉਹ ਦੱਸਣੇ ਆ। ਉਮੀਦ ਕਰਦਾ ਕਿ ਇਹ ਕਹਾਣੀ ਤਾਂ ਸਾਰਿਆਂ ਨੂੰ ਸਮਝ ਆ ਗਈ ਹੋਊਗੀ। ਉਸ ਤੋਂ ਬਾਅਦ ਰਣਜੀਤ ਸਿੰਘ ਤੇ ਮੀਨਸ ਅੰਗਰੇਜ਼ਾਂ ਦੇ ਵਿੱਚ 1809 ਤੋਂ ਲੈ ਕੇ 1812 ਤੱਕ ਸੰਬੰਧ ਜਿਹੜੇ ਆ ਉਹ ਖਟਿਆਈ ਵਾਲੇ ਰਹੇ ਆ। ਠੀਕ ਆ, ਬਿਕੋਜ਼ ਡੇਵਿਡ ਅਕਤੌਲਨੀ ਜਿਹੜਾ ਸੀਗਾ, ਇਹਨੂੰ ਉੱਥੋਂ ਦਾ ਲੁਧਿਆਣੇ ਦਾ ਪੋਲੀਟੀਕਲ ਏਜੰਟ ਪੱਕਾ ਕਰਤਾ। ਇਹ ਉਹੀ ਬੰਦਾ ਸੀ ਜਿਹੜਾ ਫੌਜ ਲੈ ਕੇ ਆਇਆ ਸੀਗਾ, ਯਾਦ ਆ। 1809 ਦੀ ਟ੍ਰੀਟੀ ਨੂੰ ਕਨਕਲੂਡ ਹੋਣ ਤੋਂ ਪਹਿਲਾਂ ਇਹਦੇ ਅੰਤਰਗਤ ਅੰਗਰੇਜ਼ਾਂ ਨੇ ਫੌਜ ਭੇਜੀ। ਦੀਵਾਨ ਮੋਹਕਮ ਚੰਦ ਦੇ ਅੰਡਰ ਕਿਹਨਾਂ ਨੇ, ਰਣਜੀਤ ਸਿੰਘ ਨੇ ਫਲੋਰ 'ਚ ਫੌਜ ਭੇਜੀ। ਸੋ ਜਿੰਨਾ ਚਿਰ ਇਹ ਉੱਥੇ ਰਿਹਾ, ਇੱਕ ਪਾਸੇ ਇਹਨੇ ਲੁਧਿਆਣੇ ਵਾਲੇ ਪਾਸੇ ਆਪਣਾ ਫਰੰਟ ਖੋਲੀ ਰੱਖਿਆ, ਇਹਨੇ ਫਿਰੋਜ਼ਪੁਰ 'ਚ ਬਹੁਤ ਫੌਜ ਇਕੱਠੀ ਕਰ ਲਈ। ਸੋ ਫਿਰੋਜ਼ਪੁਰ ਦੇ ਵਿੱਚ ਕੈਂਟ ਇਹਨਾਂ ਦੀ ਵੀ ਦੇਣ ਆ। ਰਣਜੀਤ ਸਿੰਘ ਨੇ ਪਰਲੇ ਪਾਸੇ ਫਲੋਰ ਫੌਜ ਇਕੱਠੀ ਕਰ ਲਈ। ਸੋ ਉਧਰ ਫਲੋਰ ਵਾਲੇ ਪਾਸੇ ਜਿਹੜਾ ਮੋਰਚਾ ਸੀਗਾ ਜਾਂ ਉੱਥੇ ਜਿਹੜੀ ਛਾਉਣੀ ਬਣਾਈ ਆ ਜਾਂ ਕਿਲਾ ਬਣਾਇਆ, ਉਹ ਰਣਜੀਤ ਸਿੰਘ ਨੇ ਉਹਨਾਂ ਵੇਲਿਆਂ 'ਚ ਬਣਿਆ। 1809 ਤੋਂ ਲੈ ਕੇ 1812 ਦੇ ਵਿੱਚ ਪੱਕੇ ਹੈੱਡ ਲਾਤੇ। ਇਹ ਜਿਹੜਾ ਡੇਵਿਡ ਅਕਤੌਲਨੀ ਸੀਗਾ, ਇਹਨੂੰ ਬਿਲਕੁਲ ਲਾਹੌਰ ਕੈਂਟ ਦੀ ਜ਼ਿੰਮੇਵਾਰੀ ਮਿਲ ਗਈ ਤੇ ਲਾਹੌਰ ਕੈਂਟ ਦਾ ਐਡੀਸ਼ਨਲ ਚਾਰਜ ਇਹਦੇ ਕੋਲ ਸੀਗਾ। ਲੁਧਿਆਣੇ ਇਹ ਪੱਕਾ ਪੋਲੀਟੀਕਲ ਏਜੰਟ ਬਣ ਗਿਆ। ਦੀਵਾਨ ਮੋਹਕਮ ਚੰਦ ਨੂੰ ਫਲੋਰ ਦੇ ਕਿਲੇ ਦੇ ਵਿੱਚ ਪਰਮਾਨੈਂਟਲੀ ਇੰਸਟਾਲ ਕਰਤਾ ਕਿ ਤੂੰ ਇਸ ਪਾਸੇ ਰਹਿਣਾ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜੇ 1809 ਤੋਂ ਲੈ ਕੇ 1812 ਤੱਕ ਦੇ ਰਿਲੇਸ਼ਨਸ ਆ, ਇਹ ਬੜੇ ਖਤਰਨਾਕ ਸੀ। ਪਰ 1812 ਤੋਂ ਲੈ ਕੇ 1821 ਤੱਕ ਸਬੰਧ ਦੁਬਾਰਾ ਫੇਰ ਠੀਕ ਹੋਣੇ ਸ਼ੁਰੂ ਹੋਏ। ਇਸ ਤੋਂ ਬਾਅਦ ਜਿਹੜੀਆਂ ਵਿੱਚ ਖਟਾਸ ਸੀਗੀ ਉਹਨੂੰ ਕਈ ਤਰੀਕਿਆਂ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਈਵਨ ਕਿ ਜਦੋਂ ਮਹਾਰਾਜੇ ਦੇ ਬੇਟੇ ਪ੍ਰਿੰਸ ਖੜਕ ਸਿੰਘ ਦਾ ਮੈਰਿਜ ਹੋਈ ਸੀ, ਉਦੋਂ ਵੀ ਮਤਲਬ ਕਿ ਡੇਵਿਡ ਅਕਤੌਲਨੀ ਅਟੈਂਡ ਕਰਦਾ ਹੈ ਮੈਰਿਜ, ਤੇ ਕਾਫੀ ਮਤਲਬ ਗਿਫਟ ਵਗੈਰਾ ਜਿਹੜੇ ਆ ਐਕਸਚੇਂਜ ਹੁੰਦੇ ਆ। ਸੋ ਕੁੱਲ ਮਿਲਾ ਕੇ ਇਹੀ ਸਮੇਂ ਦੇ ਦੌਰਾਨ ਜਿਹੜੇ ਆ ਮੀਨਸ ਕਿ ਰਣਜੀਤ ਸਿੰਘ ਜਿਹੜਾ ਹੈ ਉਹ ਆਪਣੇ ਵਾਲੇ ਪਾਸੇ ਬਿਜ਼ੀ ਸੀਗਾ, ਅੰਗਰੇਜ਼ ਆਪਣੇ ਵਾਲੇ ਪਾਸੇ ਬਿਜ਼ੀ ਸੀ, ਕਿਉਂਕਿ ਅੰਗਰੇਜ਼ ਵੀ ਉਹਨਾਂ ਵੇਲਿਆਂ 'ਚ ਕਈ ਮੋਰਚਿਆਂ ਤੇ ਲੜ ਰਹੇ ਸੀ। ਰਣਜੀਤ ਸਿੰਘ ਨੇ ਉਹਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਹਨਾਂ ਨੇ ਰਣਜੀਤ ਸਿੰਘ ਨੂੰ ਤੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਉਂਕਿ ਤੁਸੀਂ ਗੌਰ ਕਰੋ 1812 ਤੋਂ ਲੈ ਕੇ 1821 ਤੱਕ ਰਣਜੀਤ ਸਿੰਘ ਮੁਲਤਾਨ ਤੇ ਵੀ ਹਮਲੇ ਕਰ ਰਿਹਾ ਹੈ, ਪਸ਼ਾਵਰ ਤੇ ਵੀ ਕਰ ਰਿਹਾ ਹੈ, ਅਟਕ ਵੀ ਜਿੱਤ ਰਿਹਾ ਹੈ। ਰਣਜੀਤ ਸਿੰਘ ਇਸੇ ਸਮੇਂ ਦੇ ਦੌਰਾਨ ਕਸ਼ਮੀਰ ਤੇ ਛੋਟੀਆਂ ਰਿਆਸਤਾਂ ਜਿਹੜੀਆਂ ਵਿੱਚ ਜਿੱਤੀਆਂ ਉਹ ਤਾਂ ਗਿਣੀ ਨਹੀਂ ਸਕਦੇ ਤੁਸੀਂ। ਸੋ ਜੇ ਤੁਹਾਡਾ ਮੇਨ ਬਾਰਡਰ ਵਾਲੇ ਪਾਸਿਓਂ ਤੁਸੀਂ ਸਿਕਿਉਰ ਹੋ, ਤੁਸੀਂ ਤਾਂ ਆਪਣੀ ਐਕਸਪੈਂਸ਼ਨ ਕਰ ਰਹੇ ਹੋ। ਇਕੱਲੇ ਨਹੀਂ, ਅੰਗਰੇਜ਼ਾਂ ਦੀ ਵੀ ਦੂਜੇ ਪਾਸੇ ਰਾਜਪੂਤਾਂ ਨਾਲ, ਮਰਾਠਿਆਂ ਨਾਲ, ਭੰਡਾਰੀਜ਼ ਨਾਲ, ਕਿਉਂਕਿ ਭੰਡਾਰੀ ਇੱਕ ਅਜਿਹੀ ਕਮਿਊਨਿਟੀ ਸੀ ਜਿਹੜੀ ਮਰਾਠਿਆਂ ਦੇ ਨਾਲ ਮਿਲ ਕੇ ਚੱਲਦੀ ਸੀ। ਠੀਕ ਆ,
तो ਜਦੋਂ ਦੇ ਮਰਾਠੇ ਖਤਮ ਹੋਏ ਸੀ, ਭਿੰਡਾਰੀਜ਼ ਨੇ ਅੰਗਰੇਜ਼ਾਂ ਦੇ ਖਿਲਾਫ ਮੋਰਚਾ ਖੋਲਤਾ ਸੀ। ਇਹ ਕਿਉਂ ਖੋਲਿਆ ਸੀ, ਇਹ ਮੈਂ ਮਾਡਰਨ ਹਿਸਟਰੀ 'ਚ ਪੜਾਉਂਗਾ। ਤੁਸੀਂ ਕਹੋਗੇ ਸਰ ਮਰਾਠਿਆਂ ਬਾਰੇ ਤਾਂ ਤੁਸੀਂ ਪੜ੍ਹਾਤਾ ਸੀ ਕਿ 1805 'ਚ ਸਾਰੇ ਮਰਾਠੇ ਸਪਰੈਸ ਕਰਤੇ ਸੀ। ਅੰਗਰੇਜ਼ਾਂ ਨੇ ਸਾਰੇ ਮਰਾਠੇ ਸਪਰੈਸ ਕਰਕੇ ਬਾਜੀ ਰਾਓ ਨੂੰ ਉਹ ਬਣਾਤਾ, ਪੇਸ਼ਵਾ ਬਣਾ ਕੇ 1805 'ਚ ਫਿੱਟ ਕਰਤਾ। 1817 'ਚ ਉਹਨੇ ਫਿਰ ਇੱਕ ਵਾਰ ਕੋਸ਼ਿਸ਼ ਕੀਤੀ ਯਾਰ ਮੈਂ ਇਹਨਾਂ ਦੀ ਛਾਂ ਥੱਲੇ ਕਿੰਨਾ ਕੁ ਚਿਰ ਰਹੂੰਗਾ। ਉਹਨੇ ਤੀਜੀ ਵਾਰ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ। ਸੋ ਉਹ ਤੀਜੀ ਐਂਗਲੋ ਮਰਾਠਾ ਜੰਗ ਆ ਜਿਹੜੀ 1818 ਦੀ 1 ਜਨਵਰੀ ਨੂੰ ਹੋਈ ਹੈ। ਠੀਕ ਆ, ਇਤਿਹਾਸ ਦੇ ਵਿੱਚ ਉਹ ਜੰਗ ਐਡੀ ਕੁ ਖਤਰਨਾਕ ਰਹੀ ਆ 1818 ਦੀ 3rd ਐਂਗਲੋ ਮਰਾਠਾ ਵਾਰ ਕਿ ਉਹਦਾ ਸੇਕ 2018 'ਚ ਵੀ ਦੇਖਣ ਨੂੰ ਮਿਲਿਆ। ਖੈਰ ਉਹ ਆਪਣਾ ਇੱਕ ਕਰੰਟ ਅਫੇਅਰ ਆ, ਸੋਸ਼ਲ ਇਸ਼ੂਜ਼ ਆ, ਭਾਰਤ ਦੇ ਵਿੱਚ ਕਿਵੇਂ ਬੱਚਿਆਂ ਨੂੰ ਜਾਂ ਕਿਸੇ ਵੀ ਲੈਵਲ ਦੇ ਲੋਕਾਂ ਨੂੰ ਯੂਆਪਾ ਐਸਏ ਲਾ ਕੇ ਅੰਦਰ ਕਰ ਦਿੱਤਾ ਜਾਂਦਾ ਹੈ ਤੇ 1.5 2 ਸਾਲ ਕਸੂਰ ਵੀ ਨਹੀਂ ਦੱਸਿਆ ਜਾਂਦਾ ਕਿ ਤੁਸੀਂ ਦੇਸ਼ ਦਰੋਹ ਦਾ ਇਹੋ ਜਿਹਾ ਕਿਹੜਾ ਕੰਮ ਕੀਤਾ ਹੈ। ਸੋ ਤੁਸੀਂ ਕਹੋਗੇ ਸਰ 3rd ਐਂਗਲੋ ਮਰਾਠਾ ਵਾਰ ਨਾਲ ਇਹ ਘਟਨਾ ਕਿਵੇਂ ਜੁੜੀ ਹੈ? ਜਦੋਂ ਆਪਾਂ ਪੜਾਂਗੇ ਉਦੋਂ ਆਪਾਂ ਜੋੜਾਂਗੇ ਵੀ। ਫਿਲਹਾਲ ਦੀ ਘੜੀ ਹਜੇ ਆਪਾਂ ਉਸ ਪਾਸੇ ਜਾਂਦੇ ਹੀ ਨਹੀਂ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮਰਾਠੇ ਪੂਰੇ ਤਰੀਕੇ ਨਾਲ ਦਬੇ ਨਹੀਂ ਸੀ। ਮਰਾਠੇ ਵੀ ਮੋਰਚਾ ਖੋਲੀ ਬੈਠੇ ਸੀ, ਰਾਜਪੂਤਾਂ ਦੇ ਨਾਲ ਵੀ ਅੰਗਰੇਜ਼ਾਂ ਨੇ ਫਰੰਟ ਖੋਲਿਆ ਹੋਇਆ ਸੀ, ਭੰਡਾਰੀਜ਼ ਦੇ ਨਾਲ ਵੀ ਫਰੰਟ ਖੋਲਿਆ ਸੀ, ਹੋਰ ਛੋਟੇ-ਛੋਟੇ ਪਤਾ ਨਹੀਂ ਕਿੰਨੇ ਕੁ ਚੀਫਾਂ ਦੇ ਨਾਲ ਅੰਗਰੇਜ਼ਾਂ ਦੇ ਫਰੰਟ ਖੁੱਲੇ ਸੀ। ਰਣਜੀਤ ਸਿੰਘ ਨੇ ਉੱਥੇ ਇੰਟਰਫੇਅਰ ਨਹੀਂ ਕੀਤਾ, ਉਹਨਾਂ ਨੇ ਇੱਧਰ ਇੰਟਰਫੇਅਰ ਨਹੀਂ ਕੀਤਾ। ਆਪਸ ਦੇ ਵਿੱਚ ਬੜੀ ਸਦਭਾਵਨਾ ਦੇ ਰਿਸ਼ਤੇ ਰਹੇ ਇਹਨਾਂ ਦੇ, ਆਪਸ 'ਚ ਬੜੇ ਮਿਊਚੁਅਲ ਕੋਆਪਰੇਸ਼ਨ ਦੇ ਰਿਸ਼ਤੇ ਜਿਹੜੇ ਆ ਉਹ ਆਪਸ ਦੇ ਵਿੱਚ ਰਹੇ ਆ 1812 ਤੋਂ ਲੈ ਕੇ 1821 ਤੱਕ। ਫਿਰ 1822 ਤੋਂ ਲੈ ਕੇ 1825 ਤੱਕ ਰਿਸ਼ਤੇ ਜਿਹੜੇ ਆ ਉਹਨਾਂ 'ਚ ਖਟਾਸ ਸਿਖਰ ਤੇ ਪਹੁੰਚ ਗਈ। ਮਤਲਬ 1822 ਤੋਂ ਲੈ ਕੇ 1825 ਤੱਕ ਜਿਹੜੇ ਰਿਸ਼ਤਿਆਂ 'ਚ ਖਟਾਸ ਆਈ ਉਹਦੇ 'ਚ ਕਈ ਕਾਰਨ ਰਹੇ ਹੋਣਗੇ। ਜਿਵੇਂ ਹੁਣ ਮੈਂ ਕੱਲੇ ਕਾਰਨ ਤੇ ਡਿਸਕਸ ਕਰਦਾ ਕਿਉਂਕਿ ਇਹ ਕੱਲਾ ਕਾਰਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੇਪਰ ਦੇ ਵਿੱਚ ਆ ਸਕਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ, ਇੱਕ ਪਿੰਡ ਆ ਬਧਾਣੀ। ਠੀਕ ਆ, ਇਹ ਬੇਸਿਕਲੀ ਜਿਹੜਾ ਪਿੰਡ ਸੀਗਾ ਇਹ ਸਦਾ ਕੌਰ ਦਾ ਪਿੰਡ ਸੀਗਾ। ਠੀਕ ਆ, ਮਹਾਰਾਜਾ ਰਣਜੀਤ ਸਿੰਘ ਦੀ ਸੱਸ, ਆਪਾਂ ਨੂੰ ਪਤਾ ਹੀ ਹੈ ਕਿ ਇਹ ਸਟੋਰੀ ਆਪਾਂ ਰਣਜੀਤ ਸਿੰਘ ਬਾਰੇ ਆਪਾਂ ਪੜ੍ਹਦੇ ਹਾਂ। 1821 ਦੇ ਵਿੱਚ ਰਣਜੀਤ ਸਿੰਘ ਤੇ ਸਦਾ ਕੌਰ ਦੇ ਵਿੱਚ ਕੰਮ ਇਕੁਏਸ਼ਨ ਖਰਾਬ ਹੋ ਗਈ। ਰਣਜੀਤ ਸਿੰਘ ਨੇ ਸਦਾ ਕੌਰ ਨੂੰ ਅਰੈਸਟ ਕਰ ਲਿਆ ਤੇ ਉਹਦੇ ਇਲਾਕੇ ਤੇ ਕਬਜ਼ਾ ਕਰ ਲਿਆ। ਕਿਸੇ ਵੇਲੇ ਸ਼ੁਰੂ ਦੇ ਵਿੱਚ ਰਣਜੀਤ ਸਿੰਘ ਨੇ ਇਹੀ ਪਿੰਡ ਆਪਣੀ ਮਦਰ ਇਨ ਲਾਅ ਨੂੰ ਗਿਫਟ ਕੀਤਾ ਸੀਗਾ। ਠੀਕ ਆ, ਖੈਰ ਸਦਾ ਕੌਰ ਨੇ ਅੰਗਰੇਜ਼ਾਂ ਦੀ ਹੈਲਪ ਕੀਤੀ ਤੇ ਅੰਗਰੇਜ਼ਾਂ ਕੋਲ ਤਰਕ ਵੀ ਸੀਗਾ ਕਿ ਦੇਖੋ ਤੁਹਾਨੂੰ ਇਹ ਕਿਹਾ ਸੀ ਕਿ ਸਤਲੁਜ ਦੇ ਦੱਖਣ ਵਾਲੇ ਪਾਸੇ ਤੁਸੀਂ ਐਕਸਟ੍ਰੀਮ ਸਿਚੁਏਸ਼ਨ ਚਾਹੋਗੇ ਜੇ ਤੁਹਾਡਾ ਉੱਥੇ ਕੋਈ ਕਲੇਮ ਹੋਊਗਾ, ਅਦਰਵਾਈਜ਼ ਤੁਸੀਂ ਉੱਥੇ ਆਪਣੀ ਸੈਨਾ ਰੱਖ ਹੀ ਨਹੀਂ ਸਕਦੇ। ਇੱਕ ਤਾਂ ਇਹ ਇਲਾਕਾ ਹੈ ਸਤਲੁਜ ਤੋਂ ਦੱਖਣ ਵਾਲੇ ਪਾਸੇ ਆ, ਦੂਜੀ ਗੱਲ ਇਹ ਤੁਹਾਡੀ ਟੈਰੀਟਰੀ ਨਹੀਂ। ਜੇ ਤੁਹਾਡੇ ਕਿਸੇ ਦੋਸਤ ਦੀ ਟੈਰੀਟਰੀ ਆ ਫਿਰ ਉਹ ਤੁਹਾਡਾ ਦੋਸਤ ਨਹੀਂ ਹੈਗਾ, ਹੁਣ ਤੁਹਾਡੇ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ। ਸੋ ਇਸ ਚੀਜ਼ ਨੂੰ ਆਧਾਰ ਮੰਨ ਕੇ ਮਤਲਬ ਕਿ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ ਰਿਲੇਸ਼ਨ ਜਿਹੜੇ ਆ ਬਿਲਕੁਲ ਤਲਖੀ ਤੱਕ ਪਹੁੰਚ ਗਏ। ਪਰ ਬਾਅਦ ਦੇ ਵਿੱਚ ਕੁਛ ਅੰਗਰੇਜ਼ਾਂ ਦੇ ਵਿੱਚ ਇੱਕ ਅੰਗਰੇਜ਼ ਡਾਕਟਰ ਸੀ ਜਿਹੜਾ ਵੇਲੇ ਤੇ ਰਣਜੀਤ ਸਿੰਘ ਦਾ ਇਲਾਜ ਕਰਨ ਆਉਂਦਾ ਸੀ, ਡਾਕਟਰ ਮੋਰੇ। ਉਹਨੇ ਵੀ ਵਿੱਚ ਕਈ ਵਾਰੀ ਪਿਆ, ਫਿਰ ਉਹਨੇ ਵਿਚਾਲੇ ਪੈ ਕੇ ਸਮਝੌਤਾ ਕਰਾਇਆ ਤੇ ਜਿਹੜਾ ਬਧਾਣੀ ਸੀਗਾ ਉਹਦੇ ਤੇ ਰਣਜੀਤ ਸਿੰਘ ਦਾ ਅਧਿਕਾਰ ਜਿਹੜਾ ਸੀ ਉਹਨੂੰ ਅਸੈਪਟ ਕਰ ਲਿਆ ਗਿਆ। ਮੇਰੇ ਕਹਿਣ ਦਾ ਮਤਲਬ ਆ ਵਿੱਚ ਛੋਟੇ ਕਈ ਇਹੋ ਜਿਹੇ ਕਲੇਸ਼ ਸੀਗੇ ਜਿਹੜੇ 1822 ਤੋਂ ਬਾਅਦ ਤਲਖੀ ਤੱਕ ਦਾ ਰੂਪ ਲੈ ਕੇ ਜਾਂਦੇ ਰਹੇ। ਉਹਨਾਂ 'ਚ ਇੱਕ ਰੌਲਾ ਸੀ ਬਧਾਣੀ ਦੇ ਸਵਾਲ ਦਾ। ਉਸ ਤੋਂ ਬਾਅਦ ਅੱਗੇ ਆ ਜਾਓ, ਅਗਲਾ ਸੀਗਾ ਪ੍ਰੋਬਲਮ ਆਫ ਆਹਲੂਵਾਲੀਆ ਟੈਰੀਟਰੀਜ਼। ਫਤਿਹ ਸਿੰਘ ਆਹਲੂਵਾਲੀਆ ਰਣਜੀਤ ਸਿੰਘ ਦਾ ਚੰਗਾ ਮਿੱਤਰ ਸੀ, ਸਭ ਜਾਣਦੇ ਆ, ਪਰ ਵਕਤ ਦੇ ਨਾਲ ਇਹਨਾਂ ਦੋਵਾਂ 'ਚ ਕੰਮ ਖਰਾਬ ਹੋ ਗਿਆ। ਮਤਲਬ ਕਿ ਇਹਨਾਂ ਦੋਵਾਂ ਦੇ ਵਿੱਚ ਨਾ 1825 'ਚ ਇਹਨਾਂ ਦੋਵਾਂ 'ਚ ਮਿਸਅੰਡਰਸਟੈਂਡਿੰਗ ਵੱਧ ਗਈਆਂ ਤੇ ਜਿਹੜਾ ਫਤਿਹ ਸਿੰਘ ਸੀਗਾ ਉਹ ਆਪਣੇ ਪਰਿਵਾਰ ਸਮੇਤ ਸਤਲੁਜ ਤੋਂ ਦੱਖਣ ਵਾਲੇ ਪਾਸੇ ਆ ਗਿਆ, ਜਿਹੜੀ ਉਹਦੀ ਟੈਰੀਟਰੀ ਸੀਗੀ। ਉੱਥੇ ਆ ਕੇ ਉਹਨੇ ਰਹਿਣਾ ਸ਼ੁਰੂ ਕਰਤਾ ਤੇ ਅੰਗਰੇਜ਼ਾਂ ਦੀ ਮਦਦ ਦੇ ਨਾਲ ਸੁਰੱਖਿਆ ਲਈ। ਖੈਰ ਉਹਨੇ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਅੰਗਰੇਜ਼ਾਂ ਨੂੰ ਦੇਤੀ ਕਿ ਬਈ ਮੇਰੇ ਤੇ ਕੋਈ ਨੁਕਸਾਨ ਨਾ ਹੋਵੇ। ਤੇ ਜਦੋਂ 1827 'ਚ ਫਤਿਹ ਸਿੰਘ ਦੇ ਤੇ ਰਣਜੀਤ ਸਿੰਘ ਦੇ ਸੰਬੰਧ ਦੁਬਾਰਾ ਫਿਰ ਠੀਕ ਹੋਏ ਤਾਂ ਉਸ ਤੋਂ ਬਾਅਦ ਫਤਿਹ ਸਿੰਘ ਦੁਬਾਰਾ ਰਣਜੀਤ ਸਿੰਘ ਕੋਲ ਚਲੇ ਗਿਆ, ਪਰ ਅੰਗਰੇਜ਼ਾਂ ਨੇ ਉਹਦੀ ਟੈਰੀਟਰੀ ਦੇਣ ਤੋਂ ਨਾ ਕਰਤੀ ਕਿ ਇਹ ਤਾਂ ਸੁਰੱਖਿਆ ਦੀ ਕੀਮਤ ਦੇ ਵਜੋਂ ਟੈਰੀਟਰੀ ਜਿਹੜੀ ਆ ਸਾਨੂੰ ਸਰੈਂਡਰ ਕੀਤੀ ਗਈ ਹੈ। ਉਸ ਵੇਲੇ ਵੀ ਦੋਵਾਂ ਦੇ ਰਿਲੇਸ਼ਨ ਜਿਹੜੇ ਆਪਸ 'ਚ ਬਹੁਤ ਤਲਖੀ ਤੇ ਚਲੇ ਗਏ, ਪਰ ਉਹ ਟੈਰੀਟਰੀ ਛੱਡਣ ਤੋਂ ਅੰਗਰੇਜ਼ਾਂ ਨੇ ਨਾ ਕਰਤੀ। ਮਤਲਬ ਆਹਲੂਵਾਲੀਆਂ ਦੀ ਟੈਰੀਟਰੀ ਜਿਹੜੀ ਸੀ ਉਹ ਵੀ ਦੋਵਾਂ ਦੇ ਵਿੱਚ ਜਿਹੜੀ ਆ ਉਹ ਮਤਲਬ ਕਿ ਜਿਹੜੀ ਆ ਤਲਖੀ ਦਾ ਕਾਰਨ ਰਹੀ। ਬਧਾਣੀ ਦਾ ਇਲਾਕਾ ਤਲਖੀ ਦਾ ਕਾਰਨ ਰਿਹਾ। ਫਿਰ 1824 ਤੋਂ ਲੈ ਕੇ 1830 ਤੱਕ ਰਿਲੇਸ਼ਨ ਜਿਹੜੇ ਆ
ਉਹ ਦੁਬਾਰਾ ਫਿਰ ਠੀਕ ਹੋਣੇ ਸ਼ੁਰੂ ਹੋਏ, ਕਿਉਂਕਿ ਹੁਣ ਜਿਹੜਾ ਸੀਗਾ ਕੈਪਟਨ ਮੁਰੇ, ਠੀਕ ਆ, ਇਹ ਡਾਕਟਰ ਮੁਰੇ ਸੀਗਾ, ਇਹ ਇੰਡੀਆ 'ਚ ਆਲਰੇਡੀ ਪਹਿਲਾਂ ਵੀ ਸੀਗਾ, ਪਰ ਪਹਿਲਾਂ ਉਹ ਪੂਰਾ ਕੰਪਲੀਟ ਪਾਵਰ 'ਚ ਨਹੀਂ ਸੀਗਾ, ਪੋਲੀਟੀਕਲ ਏਜੰਟ ਨਹੀਂ ਸੀਗਾ, ਛੋਟੀ ਪੋਸਟ ਤੇ ਸੀਗਾ। ਰਣਜੀਤ ਸਿੰਘ ਨੂੰ ਚੰਗਾ ਜਾਣਦਾ ਸੀ। ਅੰਗਰੇਜ਼ਾਂ ਨੂੰ ਵੀ ਜਦੋਂ ਮਹਿਸੂਸ ਹੋਇਆ ਨਾ 1823 ਚ ਕਿ ਤਲਖੀ ਵੱਧ ਰਹੀ ਆ, ਕੰਮ ਖਰਾਬ ਹੋ ਰਿਹਾ ਹੈ, ਤਾਂ ਜਿਹੜਾ ਬੰਦਾ ਰਣਜੀਤ ਸਿੰਘ ਦੇ ਨਾਲ ਚੰਗੀ ਆ ਨੈਗੋਸ਼ੀਏਸ਼ਨਸ ਕਰ ਸਕਦਾ, ਜਿਹਦੇ ਨਾਲ ਰਣਜੀਤ ਸਿੰਘ ਦੀ ਚੰਗੀ ਬਣਦੀ ਆ, ਵੇਲੇ ਇੱਕ ਵੇਲੇ ਰਣਜੀਤ ਸਿੰਘ ਦਾ ਇਲਾਜ ਵੀ ਜਿਹੜਾ ਫਿਜ਼ੀਸ਼ੀਅਨ ਕਰਦਾ ਹੈ, ਕਿਉਂ ਨਾ ਉਹਨੂੰ ਹੀ ਪੋਲੀਟੀਕਲ ਏਜੰਟ ਬਣਾ ਦਈਏ। ਸੋ ਉਸੇ ਸਮੇਂ ਹੀ ਲਾਰਡ ਮੁਰੇ ਜਿਹੜਾ ਹੈ ਉਹਨੂੰ ਮਤਲਬ ਕਿ ਪੋਲੀਟੀਕਲ ਏਜੰਟ ਬਣਾ ਕੇ ਦਿੱਤਾ। ਉਹਨੇ ਹੀ ਮਤਲਬ ਕਾਫੀ ਐਫਰਟਸ ਕੀਤੇ ਕਿ ਜਿਹੜੀਆਂ ਸਤਲੁਜ ਤੋਂ ਥੱਲੇ ਵਾਲੀਆਂ ਟੈਰੀਟਰੀਜ਼ ਆ, ਮਾਛੀਵਾੜਾ ਵਗੈਰਾ, ਜਿਨ੍ਹਾਂ ਤੇ ਅੰਗਰੇਜ਼ਾਂ ਨੇ ਧੱਕੇ ਨਾਲ ਰਾਜ ਦਬਾ ਕੀਤਾ ਹੋਇਆ, ਜਿਨ੍ਹਾਂ ਤੇ ਰਣਜੀਤ ਸਿੰਘ ਆਪਣਾ ਦਾਅਵਾ ਮੰਨਦਾ ਹੈ, ਕਿਉਂਕਿ ਉਹ ਟੈਰੀਟਰੀਜ਼ ਉਹਦੇ ਸਾਥੀਆਂ ਦੀਆਂ ਟੈਰੀਟਰੀਜ਼ ਆ। ਬੇਸ਼ੱਕ ਉਹ ਸਾਊਥ ਵਾਲੇ ਪਾਸੇ ਆ, ਬਟ ਸਾਊਥ ਦੀਆਂ ਕੁਝ ਟੈਰੀਟਰੀਜ਼ ਰਣਜੀਤ ਸਿੰਘ ਪਹਿਲਾਂ 1809 ਤੋਂ ਪਹਿਲਾਂ ਹੀ ਆਪਣੇ ਅੰਡਰ ਕਰ ਚੁੱਕਿਆ ਸੀ। ਸੋ ਉਹਦੇ ਕਲੇਮ ਦੇ ਮੁਤਾਬਕ ਆਪਾਂ ਨੂੰ ਇਹ ਟੈਰੀਟਰੀਜ਼ ਉਹਨੂੰ ਦੇ ਦੇਣੀਆਂ ਚਾਹੀਦੀਆਂ। ਸੋ ਡਾਕਟਰ ਮੁਰੇ ਦੇ ਐਫਰਟਸ ਦੇ ਨਾਲ ਸੋ ਇਹ ਸਾਰਾ ਕੁਝ ਹੋਇਆ। ਈਵਨ ਕਿ ਉਸ ਵੇਲੇ ਦਾ ਜਿਹੜਾ ਗਵਰਨਰ ਜਨਰਲ ਸੀਗਾ ਉਹ ਵੀ ਰਣਜੀਤ ਸਿੰਘ ਦੇ ਕਾਫੀ ਫੇਵਰ 'ਚ ਸੀਗਾ। 1823 ਚ ਭਾਰਤ 'ਚ ਗਵਰਨਰ ਜਨਰਲ ਬਣ ਕੇ ਆਇਆ ਸੀ ਲਾਰਡ ਐਮਹਰਸਟ। ਕੀ ਨਾਮ ਸੀਗਾ? ਐਮਹਰਸਟ। 1823 ਤੋਂ ਲੈ ਕੇ 1828 ਤੱਕ। ਵੈਸੇ ਦੇਖੋ ਇਹ ਗਵਰਨਰ ਜਨਰਲ ਯੂਦ ਕਰਨੇ ਤਾਂ ਔਖੇ ਆ, ਹੌਲੀ ਹੌਲੀ ਹੀ ਯਾਦ ਹੋਣਗੇ। ਜਿਵੇਂ 1807 ਤੋਂ 1813 ਤੱਕ ਕੌਣ ਰਿਹਾ? ਮਿੰਟੋ। 1813 ਤੋਂ ਲੈ ਕੇ 1818 ਤੱਕ ਜਿਹੜਾ ਗਵਰਨਰ 1813 ਤੋਂ 1823 ਤੱਕ ਲਾਰਡ ਹੈਡਿੰਗੇਟ ਟੂ ਗਵਰਨਰ ਜਨਰਲ ਰਿਹਾ ਹੈ। 1823 ਤੋਂ ਲੈ ਕੇ 1828 ਤੱਕ ਲਾਰਡ ਐਮਹਰਸਟ ਗਵਰਨਰ ਜਨਰਲ ਰਿਹਾ ਹੈ। 1828 ਤੋਂ ਲੈ ਕੇ 1835 ਤੱਕ ਭਾਰਤ 'ਚ ਗਵਰਨਰ ਜਨਰਲ ਭਾਵ ਪ੍ਰਧਾਨ ਮੰਤਰੀ ਵਿਲੀਅਮ ਬੈਂਟਿਕ ਰਿਹਾ ਹੈ। ਉਹ ਕੀ ਨਾਮ ਸੀ ਉਹਦਾ? ਵਿਲੀਅਮ ਬੈਂਟਿਕ। ਇਹ ਬਹੁਤ ਇੰਪੋਰਟੈਂਟ ਆ। 1835 ਤੱਕ। ਤੋਂ 23 ਤੋਂ ਲੈ ਕੇ 28 ਤੱਕ ਜਿਹੜਾ ਉਹ ਸੀਗਾ ਐਮਹਰਸਟ, ਉਹ ਤਾਂ ਇੰਨਾ ਚੰਗਾ ਸੀਗਾ, ਜਾਂ ਉਹਦੇ ਨਾਲ ਰਣਜੀਤ ਸਿੰਘ ਦੇ ਸੰਬੰਧ ਇੰਨੇ ਚੰਗੇ ਸੀਗੇ ਕਿ ਉਹਨੇ ਹੀ ਡਾਕਟਰ ਮੁਰੇ ਨੂੰ ਰਣਜੀਤ ਸਿੰਘ ਦਾ ਫਿਜ਼ੀਸ਼ੀਅਨ ਬਣਾ ਕੇ ਭੇਜਿਆ, ਉਹਨੇ ਹੀ ਉਹਨੂੰ ਪੋਲੀਟੀਕਲ ਏਜੰਟ ਬਣਾ ਕੇ ਭੇਜਿਆ। ਇਸ ਸਮੇਂ ਦੇ ਵਿੱਚ ਜਿਹੜੇ ਰਿਸ਼ਤੇ ਸੀਗੇ ਉਹਨੇ ਚਿਰ ਰਿਸ਼ਤੇ ਸਹੀ ਰਹੇ। 1828 ਦੇ ਵਿੱਚ ਜਦੋਂ ਗਵਰਨਰ ਜਨਰਲ ਬਦਲਿਆ ਨਾ, ਵਿਲੀਅਮ ਬੈਂਟਿਕ ਆਇਆ, ਉਹ ਥੋੜਾ ਜਿਹਾ ਚਲਾਕ ਗਵਰਨਰ ਜਨਰਲ ਸੀ। ਉਹਦੇ ਦਿਮਾਗ 'ਚ ਇੱਕੋ ਗੱਲ ਸੀ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਰੈਵਨਿਊ ਕਿਵੇਂ ਵਧਾਇਆ ਜਾਵੇ, ਕਿਵੇਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿਹੜੀ ਆ ਉਹਨੂੰ ਲਾਭ 'ਚ ਲੈ ਕੇ ਜਾਇਆ ਜਾਵੇ। ਸੋ ਉਹਦੀ ਸਾਰੀ ਸੋਚ ਹੀ ਬਸ ਇੱਥੇ ਹੀ ਖੜੀ ਸੀ, ਪ੍ਰੋਫਿਟ ਪ੍ਰੋਫਿਟ ਪ੍ਰੋਫਿਟ। ਸੋ ਉਹ ਇਸੇ ਮਾਨਸਿਕਤਾ ਦੇ ਨਾਲ ਆਇਆ। ਉਹਦੇ ਤੇ ਤਾਂ ਯਾਰ ਇੰਨੇ ਆਰੋਪ ਲੱਗਦੇ ਆ ਕਿ ਕਹਿੰਦੇ ਆ ਕਿ ਉਹ ਤਾਂ ਤਾਜ ਮਹਿਲ ਤੜਵਾ ਕੇ ਉਹਦਾ ਮਾਰਬਲ ਵੇਚਣ ਲੱਗਾ ਸੀਗਾ। ਹੁਣ ਪਤਾ ਨਹੀਂ ਉਹ ਸੱਚ ਆ ਕਿ ਨਹੀਂ, ਠੀਕ ਆ, ਪਰ ਇਹ ਉਹੀ ਵਿਲੀਅਮ ਬੈਂਟਿਕ ਆ ਜਿਹਨੇ 1829 ਦੇ ਵਿੱਚ ਬੰਗਾਲ ਦੇ ਵਿੱਚ ਸਤੀ ਬੈਨ ਕਰਾਈ ਸੀਗੀ, ਠੀਕ ਆ। ਪਰ ਹਾਂ, ਇਹਦੇ ਨਾਮ ਤੇ ਇਹ ਜ਼ਰੂਰ ਇਹ ਫੈਕਟਰਸ ਜਿਹੜੇ ਆ ਉਹ ਇਹਦੇ ਨਾਲ ਜੁੜਦੇ ਆ। ਖੈਰ, ਉਹ ਜਦੋਂ ਗਵਰਨਰ ਜਨਰਲ ਬਣ ਕੇ ਆਇਆ ਤਾਂ ਉਸ ਵੇਲੇ ਸੰਬੰਧ ਫੇਰ ਕਿਤੇ ਨਾ ਕਿਤੇ ਕਾਰਨ ਖਰਾਬ ਹੋਣੇ ਸ਼ੁਰੂ ਹੋ ਗਏ। ਸੋ ਮੰਨਿਆ ਜਾਂਦਾ ਕਿ ਰਣਜੀਤ ਇੱਕ ਕਾਰਨ ਇਹ ਵੀ ਬਣਦਾ ਹੈ ਸੰਬੰਧਾਂ ਦੇ ਖਰਾਬ ਹੋਣ ਦਾ ਕਿ ਵਿਲੀਅਮ ਬੈਂਟਿਕ ਦੀ ਚਲਾਕੀ, ਠੀਕ ਆ, ਉਹ ਕਿਤੇ ਨਾ ਕਿਤੇ। ਸੋ ਆ ਇੱਕ ਦੌਰ ਆ ਜਦੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਰਣਜੀਤ ਸਿੰਘ ਤੇ ਉਹਦੇ ਵਿੱਚ ਜਿਹੜੇ ਸੰਬੰਧ ਆ ਉਹਨਾਂ ਦੇ ਖਰਾਬ ਹੋਣ ਦਾ ਦੌਰ ਇਹ ਸ਼ੁਰੂ ਹੋਇਆ ਵਿਲੀਅਮ ਬੈਂਟਿਕ ਦੇ ਗਵਰਨਰ ਜਨਰਲ ਬਣਨ ਤੋਂ ਬਾਅਦ। ਪਰ ਕੀ ਵਿਲੀਅਮ ਬੈਂਟਿਕ ਦਾ ਗਵਰਨਰ ਜਨਰਲ ਬਣਨਾ ਹੀ ਕਾਰਨ ਸੀ? ਨਹੀਂ। ਜਿੰਨੇ ਵੀ ਕਾਰਨ ਆਪਾਂ ਉਹਨਾਂ ਨੂੰ ਡਿਸਕਸ ਕਰਦੇ ਆ। ਆ ਇੰਡੀਆ ਹੈ, ਆ ਉਸ ਵੇਲੇ ਪੰਜਾਬ ਆ, ਪੰਜਾਬ ਦਾ ਆਹ ਵਾਲਾ ਏਰੀਆ ਸਿੰਧ ਦਾ ਇਲਾਕਾ ਹੈ, ਆ ਸਿੰਧ ਦਾ ਇਲਾਕਾ ਹੋ ਗਿਆ, ਆ ਸਾਰਾ ਤਕਰੀਬਨ ਪੰਜਾਬ ਹੋ ਗਿਆ, ਆ ਸਤਲੁਜ ਹੋ ਗਿਆ, ਸਤਲੁਜ ਤੋਂ ਇੱਥੇ ਮਾਲਵਾ ਹੋ ਗਿਆ, ਆ ਸਾਰੇ ਦਾ ਸਾਰਾ ਅੰਗਰੇਜ਼ਾਂ ਦਾ ਇਲਾਕਾ ਹੋ ਗਿਆ। ਸਿੰਧ ਬਫਰ ਸਟੇਟ ਸੀ ਪੰਜਾਬ ਤੇ ਬ੍ਰਿਟਿਸ਼ ਦੇ ਵਿੱਚ, ਮੰਨਦੇ ਹੋ ਗੱਲ? ਸੋ ਇੱਕ ਰੌਲਾ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਹੋਇਆ, ਕਿਹਨੂੰ ਲੈ ਕੇ? ਸਿੰਧ ਨੂੰ ਲੈ ਕੇ। ਅੰਗਰੇਜ਼ ਸਿੰਧ ਦੇ ਵਿੱਚ ਚਾਹੁੰਦੇ ਸੀ ਆਪ ਦਾ ਕਬਜ਼ਾ, ਕਿਉਂਕਿ ਅੰਗਰੇਜ਼ ਮੰਨਦੇ ਸੀ ਕਿ ਜੇ ਕਿਤੇ ਸਿੰਧ ਸਾਡੇ ਕਬਜ਼ੇ 'ਚ ਆ ਜੇ, ਅੰਗਰੇਜ਼ ਮੰਨਦੇ ਸੀ ਕਿ ਜੇ ਸਿੰਧ ਸਾਡੇ ਕਬਜ਼ੇ 'ਚ ਆ ਗਏ, ਅਸੀਂ ਸਿੰਧ ਦੇ ਬਾਹਰੋਂ ਬਾਹਰ ਅਫਗਾਨਿਸਤਾਨ ਵਾਲਾ ਰੂਟ ਕੱਢ ਸਕਦੇ ਹਾਂ ਪੰਜਾਬ ਨੂੰ ਬਾਈਪਾਸ ਕਰਕੇ, ਜੇ ਸਿੰਧ ਸਾਡੇ ਕਬਜ਼ੇ 'ਚ ਆ ਜਾਂਦਾ ਹੈ। ਕਿਤੇ ਨਾ ਕਿਤੇ ਅੰਗਰੇਜ਼ ਸਿੰਧ ਦਾ ਇਲਾਕਾ ਅਰਬ ਸਾਗਰ ਨਾਲ ਵੀ ਲੱਗਦਾ ਸੀ। ਸੋ ਇੱਕ ਅੰਗਰੇਜ਼ ਸਿੰਧ ਦੇ ਇਲਾਕੇ 'ਚ ਇੱਕ ਬੜੀ ਮਸ਼ਹੂਰ ਬੰਦਰਗਾਹ ਹੈ ਕਰਾਚੀ, ਬੜਾ ਮਸ਼ਹੂਰ ਸ਼ਹਿਰ ਆ ਕਰਾਚੀ, ਉਹ ਡਿਵੈਲਪਮੈਂਟ ਦਾ ਬਹੁਤ ਵੱਡਾ ਆਧਾਰ ਬਣ ਸਕਦਾ ਸੀ ਅੰਗਰੇਜ਼ਾਂ ਵਾਸਤੇ ਜੇ ਸਿੰਧ ਇਹਨਾਂ ਦੇ ਕਬਜ਼ੇ 'ਚ ਆ ਗਿਆ। ਸਿੰਧ ਦੇ ਲੋਕ ਜਿਹੜੇ ਸੀ ਉਹ ਅਮੀਰ ਸੀਗੇ। ਉੱਥੇ ਬੇਸਿਕਲੀ ਮੀਰਪੁਰ
ਖੈਰਪੁਰ ਤੇ ਹੈਦਰਾਬਾਦ, ਆ 3 ਰਿਆਸਤਾਂ ਸੀ। ਅੱਜ ਵੀ ਪਾਕਿਸਤਾਨ ਦੇ ਵਿੱਚ ਹੈਦਰਾਬਾਦ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਵਿੱਚ ਆ। ਮੈਂ ਸਿੰਧ ਵਾਲਾ ਹੈਦਰਾਬਾਦ ਕਹਿ ਰਿਹਾ, ਨਾ ਕਿ ਇੰਡੀਆ ਵਾਲਾ ਹੈਦਰਾਬਾਦ। ਸਿੰਧ, ਮੀਰਪੁਰ ਤੇ ਖੈਰਪੁਰ। ਸੋ ਇੱਥੇ ਕੁਝ ਟਰਾਈਬਸ ਸੀਗੀਆਂ ਜਿਹੜੀਆਂ ਉੱਥੇ ਰੂਲ ਕਰਦੀਆਂ ਸੀ। 1830 ਚ ਰਣਜੀਤ ਸਿੰਘ ਨੇ ਸੋਚਿਆ ਕਿ ਸਿੰਧ ਕਬਜ਼ੇ 'ਚ ਕਰ ਲਈਏ, ਦੂਜੇ ਪਾਸੇ ਵਿਲੀਅਮ ਬੈਂਟਿਕ ਨੇ ਸੋਚਿਆ ਕਿ ਸਿੰਧ ਕਬਜ਼ੇ 'ਚ ਕਰ ਲਈਏ। ਸੋ ਰਣਜੀਤ ਸਿੰਘ ਦੇ ਨਾਲ ਫਿਰ ਇੱਕ ਚਲਾਕੀ ਖੇਡੀ। ਵਿਲੀਅਮ ਬੈਂਟਿਕ ਰਣਜੀਤ ਸਿੰਘ ਦੇ ਨਾਲ ਨੂੰ ਮਿਲਣ ਵਾਸਤੇ, ਉਹੀ ਐਪਰੀਸ਼ੀਏਸ਼ਨ ਮਤਲਬ ਕਿ ਕਹਿ ਲਓ ਕਿ ਹੋਰ ਬਈ ਕੀ ਹਾਲ ਆ, ਬਿਜ਼ੀ ਕਰਨ ਵਾਸਤੇ ਸਪੈਸ਼ਲ ਰੋਪੜ ਆਇਆ, ਰੂਪਨਗਰ ਆਇਆ। ਉੱਥੇ ਬੈਠ ਕੇ 1831 ਚ ਰਣਜੀਤ ਸਿੰਘ ਨੂੰ ਪਤਾ ਲੱਗਿਆ ਕਿ ਗਵਰਨਰ ਜਨਰਲ ਵਿਲੀਅਮ ਬੈਂਟਿਕ ਆ ਰਿਹਾ ਹੈ। ਜਨਾਬ ਨੇ ਸਾਰੇ ਦਾ ਸਾਰਾ ਜ਼ੋਰ ਹੀ ਰੋਪੜ ਨੂੰ ਸਜਾਉਣ ਚ ਲਾਤਾ ਤੇ ਵਿਲੀਅਮ ਬੈਂਟਿਕ ਨੇ ਆਪ ਆ ਕੇ ਗਿਆ, ਕਹਿੰਦਾ ਜਿਵੇਂ ਦੇ ਸਾਡੇ ਪੱਕੇ ਮਹਿਲ ਆ ਉਵੇਂ ਦਾ ਤੂੰ ਟੈਂਪਰੇਰੀ ਆਪਣੇ ਮਿਲਣ ਲਈ ਤਿਆਰ ਕੀਤਾ ਹੈ ਬਰਗਦ ਦੇ ਰੁੱਖ ਥੱਲੇ, ਕਿ ਤੂੰ ਐਡਾ ਤਗੜਾ ਮਾਹੌਲ ਬਣਾਤਾ। ਖੈਰ ਚਲੋ ਉਹ ਇੱਕ ਜੈਸਚਰ ਹੁੰਦਾ ਜੋ ਸਾਡੇ ਪੰਜਾਬੀਆਂ 'ਚ ਕਿਸੇ ਦਾ ਵੈਲਕਮ ਕਰਨ ਦਾ। ਪਰ ਇਸੇ ਦੌਰਾਨ ਹੀ ਉਹਨੇ ਇੱਕ ਹੋਰ ਬਹੁਤ ਚਲਾਕੀ ਨਾਲ ਹਰਕਤ ਕੀਤੀ। ਆਪਣਾ ਇੱਕ ਚੇਲਾ ਸੀਗਾ, ਉਹਦਾ ਨਾਮ ਸੀਗਾ ਰਣਜੀਤ ਸਿੰਘ ਨੂੰ ਤਾਂ ਉਹ ਆਪ 26 ਅਕਤੂਬਰ 1831 ਨੂੰ ਰੋਪੜ ਮਿਲਿਆ। ਇੱਕ ਉਹਦਾ ਡਿਪਲੋਮੈਟ ਸੀਗਾ ਕਰਨਲ ਪੋਟਿੰਗਰ, ਉਹਨੂੰ ਸਿੰਧ ਭੇਜਤਾ ਸਿੰਧ ਦੇ ਅਮੀਰਾਂ ਨਾਲ ਨੈਗੋਸ਼ੀਏਟ ਕਰਨ ਵਾਸਤੇ। ਨੈਗੋਸ਼ੀਏਸ਼ਨ ਕਿਹੜੀ? ਕਮਰਸ਼ੀਅਲ ਟ੍ਰੀਟੀ। ਇਹ ਇੱਥੇ ਅੰਗਰੇਜ਼ਾਂ ਨੂੰ ਛੱਡ ਕੇ ਹੋਰ ਕਿਸੇ ਨੂੰ ਵੀ ਵਪਾਰਕ ਹੱਕ ਨਾ ਦਿੱਤੇ ਜਾਣ। ਮਤਲਬ ਕੱਲੇ ਅੰਗਰੇਜ਼ਾਂ ਨੂੰ ਤੁਸੀਂ ਇੱਥੇ ਟ੍ਰੇਡਿੰਗ ਰਾਈਟਸ ਦੇ ਦਿਓ ਤੇ ਉਹਦੇ ਬਦਲੇ ਅਸੀਂ ਤੁਹਾਨੂੰ ਪੂਰੇ ਦਾ ਪੂਰਾ ਵਪਾਰ ਤੁਹਾਨੂੰ ਅਸੀਂ ਲੈ ਕੇ ਦੇਵਾਂਗੇ, ਤੁਹਾਨੂੰ ਅਸੀਂ ਫਲਰਿਸ਼ ਕਰਾਂਗੇ। ਸੋ ਅਮੀਰਜ਼ ਨੂੰ ਇੱਕ ਲਾਲਚ ਦੇਤਾ। ਵੈਸੇ ਅਮੀਰ ਇੰਨੇ ਤਗੜੇ ਨਹੀਂ ਸੀਗੇ ਕਿ ਉਹ ਜੇ ਅੰਗਰੇਜ਼ਾਂ ਦੀ ਗੱਲ ਠੁਕਰਾ ਦਿੰਦੇ ਤੇ ਉਹ ਅੰਗਰੇਜ਼ਾਂ ਨਾਲ ਲੜ ਸਕਦੇ ਸੀ। ਪਰ ਉਹਨਾਂ ਨੂੰ ਇੱਕ ਗੱਲ ਪਤਾ ਸੀ ਅਮੀਰਾਂ ਨੂੰ ਕਿ ਅੰਗਰੇਜ਼ ਸਾਡੇ ਨਾਲ ਲੜਨਗੇ ਨਹੀਂ, ਜੇ ਅੰਗਰੇਜ਼ ਸਾਡੇ ਨਾਲ ਲੜਨ ਆਉਣਗੇ ਦੂਜੇ ਪਾਸੇ ਰਣਜੀਤ ਸਿੰਘ ਸਾਨੂੰ ਬਚਾਉਣ ਆ ਜਾਊਗਾ। ਸੋ ਅਮੀਰ ਆਪਣੇ ਆਪ ਨੂੰ ਇੱਕ ਬਫਰ ਸਟੇਟ ਮੰਨਦੇ ਸੀਗੇ ਅਮੀਰ, ਠੀਕ ਆ, ਜਿਹੜੇ ਉੱਥੋਂ ਦੇ ਸਿੰਧ ਦੇ ਸੀਗੇ। ਪਰ ਉਹਨਾਂ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਨਾ ਬੜੀ ਚਲਾਕ ਉਹਦੇ 'ਚ ਆ ਗਏ, ਕਾਲ 'ਚ ਆ ਗਏ ਤੇ ਉਹਨਾਂ ਨੇ ਇੱਕ ਕਮਰਸ਼ੀਅਲ ਟ੍ਰੀਟੀ ਅੰਗਰੇਜ਼ਾਂ ਨਾਲ ਸਾਈਨ ਕਰ ਲਈ। ਸੋ ਇਹਦੇ ਨਾਲ ਕੀ ਹੋਇਆ, ਅੰਗਰੇਜ਼ਾਂ ਨੂੰ ਸਿੰਧ ਜਾਣ ਦਾ ਇੱਕ ਇਨਲੈਟ ਮਿਲ ਗਿਆ। ਸੋ ਇਹ ਮੰਨਿਆ ਜਾਂਦਾ ਹੈ ਕਿ ਰਣਜੀਤ ਸਿੰਘ ਦੀ ਇੱਕ ਬਹੁਤ ਵੱਡੀ ਡਿਪਲੋਮੈਟਿਕ ਹਾਰ ਸੀ ਜਿਹਨੂੰ ਰਣਜੀਤ ਸਿੰਘ ਨਹੀਂ ਸਮਝ ਸਕਿਆ। ਇਸ ਤੋਂ ਬਾਅਦ ਸਿੰਧ ਦੇ ਵਿੱਚ ਨਾਲ ਹੋਇਆ ਸਮਝੌਤਾ ਰਣਜੀਤ ਸਿੰਘ ਨੂੰ ਰੜਕਦਾ ਰਿਹਾ ਕਿ ਇਹ ਸਮਝੌਤਾ ਮੈਨੂੰ ਵਿਸ਼ਵਾਸ 'ਚ ਲੈ ਕੇ ਨਹੀਂ ਕੀਤਾ ਗਿਆ। ਸੋ ਸਿੰਧ ਦਾ ਕੁਐਸਚਨ, ਉਹ ਪਹਿਲਾ ਕੁਐਸਚਨ ਜਿਹੜਾ 1831 ਤੋਂ ਲੈ ਕੇ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ ਤਲਖੀ ਦਾ ਮੁੱਖ ਕਾਰਨ ਬਣਿਆ। ਸਮਝ ਆ ਗਈ ਗੱਲ? ਦੂਸਰਾ ਪੁਆਇੰਟ ਜਿਹੜਾ ਇਹਨਾਂ ਦੋਵਾਂ ਦੇ ਵਿੱਚ ਤਲਖੀ ਦਾ ਕਾਰਨ ਬਣਿਆ ਉਹ ਸੀਗਾ ਸ਼ਿਕਾਰਪੁਰ ਦਾ ਸਵਾਲ। ਬੇਸਿਕਲੀ ਸ਼ਿਕਾਰਪੁਰ ਵੀ ਸਿੰਧ ਪ੍ਰੋਵਿੰਸ ਦੇ ਬਾਰਡਰ ਤੇ ਸੀਗਾ। ਸ਼ਿਕਾਰਪੁਰ ਦੇ ਲੋਕਾਂ ਨੂੰ ਵੀ ਅੰਗਰੇਜ਼ਾਂ ਨੇ ਇੰਸ਼ੋਰ ਕੀਤਾ ਸੀ ਕਿ ਰਣਜੀਤ ਸਿੰਘ ਤੁਹਾਡੇ ਤੇ ਕਦੇ ਕਬਜ਼ਾ ਨਹੀਂ ਕਰੂਗਾ। ਰਣਜੀਤ ਸਿੰਘ ਨੇ ਇੰਸ਼ੋਰ ਕੀਤਾ ਸੀ ਕਿ ਬਈ ਅੰਗਰੇਜ਼ ਨਹੀਂ ਕਰਨਗੇ। ਪਰ ਅਸਲ ਦੇ ਵਿੱਚ ਕੀ ਸੀਗਾ, ਸਿੰਧ ਦੇ ਲੋਕਾਂ ਜਿਹੜੇ ਅਮੀਰ ਸੀਗੇ ਉਹਨਾਂ ਦੇ ਨਾਲ ਹੁਣ ਅੰਗਰੇਜ਼ਾਂ ਦਾ ਇੱਕ ਨੈਕਸਸ ਜਿਹਾ ਬਣ ਗਿਆ। ਇਹਨਾਂ ਨੇ ਸ਼ਿਕਾਰਪੁਰ ਦੇ ਲੋਕਾਂ ਨੂੰ ਪ੍ਰਵੋਕ ਕਰਨਾ ਸ਼ੁਰੂ ਕਰਤਾ, ਉਤੇਜਿਤ ਕਰਨਾ ਸ਼ੁਰੂ ਕਰਤਾ। ਅਸਲ 'ਚ ਉੱਥੇ ਇੱਕ ਟਰਾਈਬ ਸੀਗੀ ਮਜ਼ਾਰੀ ਟਰਾਈਬ, ਸਿੰਧ ਦੀ ਬੜੀ ਮਸ਼ਹੂਰ ਟਰਾਈਬ ਆ। ਇਹ ਜ਼ਿਆਦਾਤਰ ਨਾ ਲੁੱਟਾਂ ਖੋਹਾਂ ਕਰਦੇ ਸੀ ਲੋਕ। ਸੋ ਇਹ ਪੰਜਾਬ ਦੇ ਵਿੱਚ ਵਾਰ-ਵਾਰ ਲੁੱਟਾਂ ਖੋਹਾਂ ਕਰਕੇ ਉੱਥੇ ਚਲੇ ਜਾਂਦੇ ਸੀ ਤੇ ਪੰਜਾਬ ਪੁਲਿਸ ਇਹਨਾਂ ਤੇ ਐਕਸ਼ਨ ਨਹੀਂ ਸੀ ਲੈ ਸਕਦੀ ਕਿਉਂਕਿ ਇਹ ਵਾਪਸ ਸ਼ਿਕਾਰਪੁਰ ਚਲ ਜਾਂਦੇ ਸੀ। ਉਹ ਸਿੰਧ ਦੇ ਪ੍ਰਭਾਵ 'ਚ ਆਉਂਦਾ ਸੀਗਾ, ਉੱਥੇ ਰਣਜੀਤ ਸਿੰਘ ਦਾ ਰੂਲ ਨਹੀਂ ਸੀ ਚੱਲਦਾ। ਰਣਜੀਤ ਸਿੰਘ ਮਜ਼ਾਰੀ ਟਰਾਈਬ ਨੂੰ ਸਬਕ ਸਿਖਾਉਣਾ ਚਾਹੁੰਦੇ ਸੀਗੇ, ਇਸ ਕਰਕੇ ਉਹ ਸ਼ਿਕਾਰਪੁਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤਾਂ ਕਿ ਉਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਵੇ। ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਸਿੱਧੀ ਤਲਖੀ ਕਰਤੀ ਕਿ ਜੇ ਸ਼ਿਕਾਰਪੁਰ ਤੇ ਹਮਲਾ ਹੋਇਆ ਤਾਂ ਇਹ ਸਿੰਧ ਤੇ ਹਮਲਾ ਸਮਝਿਆ ਜਾਊਗਾ ਤੇ ਫਿਰ ਇਹ ਆਪਣੇ ਸਬੰਧਾਂ ਨੂੰ ਐਕਸਟ੍ਰੀਮ ਲੈਵਲ ਤੇ ਖਰਾਬ ਕਰ ਦੂਗਾ। ਰਣਜੀਤ ਸਿੰਘ ਨੂੰ ਮਜਬੂਰ ਕੀਤਾ ਗਿਆ ਕਿ ਤੂੰ ਸ਼ਿਕਾਰਪੁਰ ਦੇ ਲੋਕਾਂ ਤੇ ਕੋਈ ਐਕਸ਼ਨ ਨਹੀਂ ਲਏਗਾ। ਈਵਨ ਕਿ ਉਹਨਾਂ ਲੋਕਾਂ ਨੂੰ ਪ੍ਰਵੋਕ ਕੀਤਾ ਜਾਂਦਾ ਸੀ ਕਿ ਤੁਸੀਂ ਵੱਧ ਤੋਂ ਵੱਧ ਪੰਜਾਬ 'ਚ ਅਨਾਰਕੀ ਪੈਦਾ ਕਰੋ। ਸੋ ਸ਼ਿਕਾਰਪੁਰ ਦਾ ਇਹ ਜਿਹੜਾ ਡਿਸਪਿਊਟ ਸੀਗਾ, ਕਿਉਂਕਿ ਸ਼ਿਕਾਰਪੁਰ ਦੇ ਲੋਕਾਂ ਨੂੰ ਸ਼ਹਿ ਵੀ ਅੰਗਰੇਜ਼ ਤੇ ਅਮੀਰ ਹੀ ਦੇ ਰਹੇ ਸੀਗੇ ਤਾਂ ਕਿ ਵੱਧ ਤੋਂ ਵੱਧ ਡਿਸਟਰਬੈਂਸ ਪੰਜਾਬ 'ਚ ਪੈਦਾ ਕੀਤੀ ਜਾ ਸਕੇ। ਸ਼ਿਕਾਰਪੁਰ ਦਾ ਸਵਾਲ ਇਹ ਅਗਲਾ ਗੰਭੀਰ ਮਸਲਾ ਸੀ ਜੋ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ ਉੱਭਰ ਕੇ ਬਾਹਰ ਆਇਆ। ਇਸ ਤੋਂ ਬਾਅਦ ਫਿਰੋਜ਼ਪੁਰ ਦਾ ਸਵਾਲ। ਬੇਸਿਕਲੀ ਜਿਹੜਾ ਫਿਰੋਜ਼ਪੁਰ ਦਾ ਸਵਾਲ ਸੀਗਾ ਉਹ ਇਹ ਸੀ ਕਿ ਫਿਰੋਜ਼ਪੁਰ ਬਿਲਕੁਲ ਇੱਕ ਨਿਊਟਰਲ ਇਲਾਕਾ ਸੀਗਾ, ਠੀਕ ਆ, ਸਤਲੁਜ ਦੇ ਕੰਢੇ ਤੇ ਸੀਗਾ। ਸੋ ਕਦੀ ਵੀ ਕਿਸੇ ਨੇ ਉੱਥੇ ਛਾਉਣੀ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। 1835 ਚ ਅੰਗਰੇਜ਼ਾਂ ਨੇ ਧੱਕੇ ਨਾਲ ਉਹਨੂੰ ਛਾਉਣੀ 'ਚ ਤਬਦੀਲ ਕੀਤਾ, ਕਬਜ਼ਾ ਕੀਤਾ ਤੇ ਨਾਲ ਦੀ ਨਾਲ ਉੱਥੇ ਇੱਕ ਕੈਂਟ ਬਣਾਉਣਾ ਸ਼ੁਰੂ ਕਰਤਾ। ਅੱਜ ਵੀ ਫਿਰੋਜ਼ਪੁਰ ਦਾ ਕੈਂਟ ਇੰਡੀਆ ਦੇ ਪੰਜਾਬ ਦੇ ਮੰਨੇ ਪਰਮੰਨੇ ਕੈਂਟ ਏਰੀਆ 'ਚੋਂ ਇੱਕ ਆ। ਸੋ
ਫਿਰੋਜ਼ਪੁਰ ਦੇ ਵਿੱਚ ਕੈਂਟ ਬਣਾਉਣਾ ਮਤਲਬ ਸਾਫ਼ ਆ। ਜੇ ਸਪੋਜ਼ ਕਰੋ ਅੱਜ ਬ੍ਰਿਟਿਸ਼ ਅਸਕਾਈ ਚੀਨ ਦੇ ਵਿੱਚ ਸੌਰੀ ਚਾਈਨੀਜ਼ ਅਸਕਾਈ ਚੀਨ ਦੇ ਵਿੱਚ ਆਪਣੀ ਕੋਈ ਛਾਉਣੀ ਬਣਾਉਣੀ ਸ਼ੁਰੂ ਕਰ ਦੇਣ, ਜਾਂ ਉੱਥੇ ਮੀਨਸ ਕਿ ਅਰੁਣਾਚਲ ਦੇ ਬਾਰਡਰ ਤੇ ਆਪਣੇ ਵਾਲੀ ਸਾਈਡ ਹੀ ਕੋਈ ਛਾਉਣੀ ਬਣਾਉਣੀ ਸ਼ੁਰੂ ਕਰ ਦੇਣ, ਓਬਵੀਅਸਲੀ ਗੱਲ ਆ ਇੰਡੀਆ ਨੂੰ ਲੱਗੂਗਾ ਕਿ ਸਾਨੂੰ ਇਨਸਰਕਲ ਕਰਨ ਦੀ। ਹੋਰ ਛੱਡੋ ਯਾਰ, ਚਾਈਨਾ ਵਾਲਿਆਂ ਨੇ ਸ਼੍ਰੀਲੰਕਾ ਦੀ ਹੰਬਨਟੋਟਾ ਪੋਰਟ ਲੈ ਲਈ ਕਿਰਾਏ ਤੇ, ਇੱਧਰ ਗਵਾਦਰ ਪੋਰਟ ਲੈ ਲਈ, ਇੱਧਰ ਚਿਟਾਗੋਂਗ ਬੰਗਲਾਦੇਸ਼ ਦੀ ਚਿਟਾਗੋਂਗ ਬੰਦਰਗਾਹ ਜਿਹੜੀ ਸੀ ਉਹ ਕਿਰਾਏ ਤੇ ਲੈ ਲਈ। ਇੰਡੀਆ ਨੂੰ ਕਿਉਂ ਨਹੀਂ ਲੱਗ ਰਿਹਾ ਕਿ ਇਹ ਸਾਨੂੰ ਇਨਸਰਕਲ ਕਰਨ ਦੀ ਕੋਸ਼ਿਸ਼ ਕਰ ਰਹੇ ਆ? ਇਟ ਮੀਨਸ ਬਾਰਡਰ ਤੇ ਤੁਸੀਂ ਇੱਕ ਛਾਉਣੀ ਬਣਾ ਰਹੇ ਹੋ, ਕੈਂਟ ਡਿਵੈਲਪ ਕਰ ਰਹੇ ਹੋ, ਕੰਟੋਨਮੈਂਟ ਡਿਵੈਲਪ ਕਰ ਰਹੇ ਹੋ। ਸਿੱਧੇ ਰੂਪ 'ਚ ਪਤਾ ਲੱਗ ਰਿਹਾ ਕਿ ਤੁਸੀਂ ਕਿਤੇ ਨਾ ਕਿਤੇ ਪੰਜਾਬ ਨੂੰ ਇਨਸਰਕਲ, ਉਹ ਵੀ ਉਦੋਂ ਜਦੋਂ ਤੁਹਾਡੇ ਰਿਲੇਸ਼ਨ ਆਪਸ 'ਚ ਤਲਖੀ ਦੇ ਸਿਰੇ ਤੇ ਪਹੁੰਚੇ ਹੋਣ। ਸੋ ਕੁੱਲ ਮਿਲਾ ਕੇ ਫਿਰੋਜ਼ਪੁਰ ਦੇ ਵਿੱਚ ਹੋਈ ਜੋ ਗੜਬੜੀ ਸੀਗੀ, ਇਹ ਵੀ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ ਤਲਖੀ ਦਾ ਕਾਰਨ ਬਣੀ। ਇਸੇ ਦੌਰਾਨ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ ਇੱਕ ਸੰਧੀ ਹੁੰਦੀ ਆ 1837 ਦੇ ਵਿੱਚ, ਟ੍ਰਾਈ ਪਾਰਟੀ ਸੰਧੀ ਜਿਹਨੂੰ ਆਪਾਂ ਕਹਿੰਦੇ ਆ। ਬੇਸਿਕਲੀ ਇਹ ਸੰਧੀ ਕੀ ਸੀ? ਇਹ ਸੰਧੀ ਕਿਤੇ ਨਾ ਕਿਤੇ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ ਥੋੜਾ ਜਿਹਾ ਰਿਲੇਸ਼ਨਸ ਨੂੰ ਠੀਕ ਕਰਦੀ ਆ, ਪਰ ਅਸਲ 'ਚ ਇਹ ਵੀ ਸੰਧੀ ਰਿਲੇਸ਼ਨਸ ਨੂੰ ਠੀਕ ਨਹੀਂ ਕਰਦੀ। ਉਹਦੀ ਵਜ੍ਹਾ ਕੀ ਸੀਗੀ? ਉਹਦਾ ਕਾਰਨ ਇਹ ਸੀਗਾ ਕਿ ਰਣਜੀਤ ਸਿੰਘ ਇਸ ਸੰਧੀ ਨੂੰ ਕਰਨ ਵਾਸਤੇ ਖੁਸ਼ ਨਹੀਂ ਸੀਗਾ। ਰਣਜੀਤ ਸਿੰਘ ਨੂੰ ਮਜਬੂਰ ਹੋ ਕੇ ਸੰਧੀ ਕਰਵਾਈ ਗਈ। ਹੁਣ ਇਹ ਸੰਧੀ ਕੀ ਹੈ? ਅੰਗਰੇਜ਼ਾਂ ਕੋਲ ਇੱਕ ਸਿਚੁਏਸ਼ਨ ਸੀਗੀ ਕਿ ਅਫਗਾਨਿਸਤਾਨ ਆ ਇੰਡੀਆ ਹੋ ਗਿਆ, ਅਫਗਾਨਿਸਤਾਨ ਹੋ ਗਿਆ, ਆਹ ਇੰਡੀਆ ਹੋ ਗਿਆ, ਅਫਗਾਨਿਸਤਾਨ ਤੋਂ ਉੱਪਰ ਰਸ਼ੀਆ ਹੈ। ਜਿਵੇਂ 1808-9 ਦੇ ਵਿੱਚ ਇੱਕ ਖਤਰਾ ਨਹੀਂ ਸੀ ਕਿ ਰਸ਼ੀਆ ਤੋਂ ਅਫਗਾਨਿਸਤਾਨ ਤੇ ਹਮਲਾ ਹੋ ਸਕਦਾ ਹੈ, ਉਵੇਂ ਦਾ ਹੀ ਇੱਕ ਖਤਰਾ 1835 ਤੋਂ ਬਾਅਦ ਫੇਰ ਉੱਭਰਿਆ, ਜਦੋਂ ਨਵਾਂ ਜ਼ਾਰ ਰਾਜਾ ਜਿਹੜਾ ਸੀ ਜ਼ਾਰ ਨਿਕੋਲਸ II, ਉਹ ਅਗਰੈਸਿਵ ਹੋਇਆ ਹਮਲੇ ਨੂੰ ਲੈ ਕੇ। ਤਾਂ ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਲੱਗਿਆ ਕਿ ਜੇ ਰਸ਼ੀਆ ਅਫਗਾਨਿਸਤਾਨ ਪਹੁੰਚ ਗਿਆ ਤਾਂ ਉਸ ਤੋਂ ਬਾਅਦ ਇੰਡੀਆ ਆਉਣਾ ਕੋਈ ਔਖਾ ਨਹੀਂ। ਇਸ ਕਰਕੇ ਕਿਉਂ ਨਾ ਸਿੱਧੇ ਤੌਰ ਤੇ ਦੋਸਤ ਮੁਹੰਮਦ ਖਾਨ ਜਿਹੜਾ ਉਸ ਟਾਈਮ ਅਫਗਾਨਿਸਤਾਨ ਦਾ ਰੂਲਰ ਆ, ਉਹਦੇ ਨਾਲ ਗੱਲ ਕੀਤੀ ਜਾਵੇ। ਕਹਿੰਦਾ ਅੰਗਰੇਜ਼ਾਂ ਨੇ ਆਪਣਾ ਇੱਕ ਆਫੀਸਰ ਅਲੈਗਜ਼ੈਂਡਰ ਬਰਨਜ਼ ਜਿਹੜਾ ਸੀਗਾ ਉਹਨੂੰ ਕਾਬਲ ਭੇਜਿਆ ਦੋਸਤ ਮੁਹੰਮਦ ਖਾਨ ਦੇ ਨਾਲ, ਮਤਲਬ ਨੈਗੋਸ਼ੀਏਸ਼ਨਸ ਕਰਨ ਵਾਸਤੇ। ਦੋਸਤ ਮੁਹੰਮਦ ਖਾਨ ਨੇ ਕਿਹਾ ਕਿ ਠੀਕ ਆ, ਮੈਂ ਤੁਹਾਡੇ ਨਾਲ ਨੈਗੋਸ਼ੀਏਸ਼ਨ ਕਰ ਲੂੰਗਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਜਿਵੇਂ ਤੁਸੀਂ ਕਹੋਗੇ, ਤੁਸੀਂ ਆਪਣੇ ਬ੍ਰਿਟਿਸ਼ ਆਫੀਸਰਸ ਆਪਣੀ ਸੁਰੱਖਿਆ ਵੀ ਲਾਉਣੀ ਇੱਥੇ ਲਵਾ ਲੂੰਗਾ ਮੈਂ, ਆਪਾਂ ਪੱਕੇ ਤੌਰ ਤੇ ਅਫਗਾਨਿਸਤਾਨ ਤੇ ਰਸ਼ੀਆ ਦਾ ਬਾਰਡਰ ਸਿਕਿਉਰ ਕਰ ਲਾਂਗੇ, ਪਰ ਮੈਨੂੰ ਪਸ਼ਾਵਰ ਦਵਾ ਦਿਓ, ਠੀਕ ਆ, ਤੇ ਜਮਰੌਦ ਦਾ ਕਿਲਾ ਮੈਨੂੰ ਦਵਾ ਦਿਓ। ਹੁਣ ਰਣਜੀਤ ਸਿੰਘ ਇੱਕ ਪਾਸੇ ਰਣਜੀਤ ਸਿੰਘ ਆ, ਅੰਗਰੇਜ਼ਾਂ ਨੂੰ ਸੀ ਕਿ ਅਸੀਂ 1806 ਤੇ 9 ਚ ਰਣਜੀਤ ਸਿੰਘ ਨਾਲ ਦੋਸਤੀ ਦੀ ਸੰਧੀ ਕੀਤੀ ਹੋਈ ਹੈ, ਤੇ ਪਸ਼ਾਵਰ ਕਿੱਥੋਂ ਦਵਾਉਣਾ ਸੀਗਾ? ਰਣਜੀਤ ਸਿੰਘ ਤੋਂ। ਤੇ ਰਣਜੀਤ ਸਿੰਘ ਨਾਲ ਜਦੋਂ ਗੱਲ ਤੁਰੀ, ਰਣਜੀਤ ਸਿੰਘ ਤਾਂ ਕਦੀ ਮੰਨ ਹੀ ਨਹੀਂ ਸਕੂਗਾ ਕਦੀ, ਕਿਉਂਕਿ ਰਣਜੀਤ ਸਿੰਘ ਵਾਸਤੇ ਤਾਂ ਦੋਸਤ ਮੁਹੰਮਦ ਖਾਨ ਇੱਕ ਬਹੁਤ ਵੱਡੀ ਦੁਸ਼ਮਣ ਸੀਗਾ। ਉਹਦਾ ਭਰਾਵਾਂ ਵਰਗਾ ਦੋਸਤ ਹਰੀ ਸਿੰਘ ਨਲਵਾ 1837 ਚ ਹੀ ਪਸ਼ਾਵਰ ਦੇ ਬਾਹਰਲੇ ਪਾਸੇ ਜਮਰੌਦ ਦੇ ਕਿਲੇ ਨੂੰ ਬਚਾਉਂਦਾ ਸ਼ਹੀਦ ਹੋ ਗਿਆ। ਰਣਜੀਤ ਸਿੰਘ ਨੇ ਤਾਂ ਉਹਨੂੰ ਮਾਰ ਦੇਣਾ ਸੀਗਾ। ਇਸੇ ਸਮੇਂ ਦੇ ਦੌਰਾਨ ਫਿਰ ਅੰਗਰੇਜ਼ਾਂ ਨੇ ਕਿਹਾ ਕਿ ਫਿਰ ਦੋਸਤ ਮੁਹੰਮਦ ਖਾਨ ਵਾਲਾ ਕੰਮ ਤੇ ਬਣਨਾ ਨਹੀਂ। ਅਲੈਗਜ਼ੈਂਡਰ ਬਰਨਜ਼ ਨੇ ਕਿਹਾ ਕਿ ਬਈ ਜੇ ਆਪਾਂ ਪਸ਼ਾਵਰ ਰਣਜੀਤ ਸਿੰਘ ਤੋਂ ਖੋ ਕੇ ਉਹਨੂੰ ਦਿੰਦੇ ਆ, ਤਾਂ ਹੱਥ ਮਿਲਾਉਣ ਨੂੰ ਤਿਆਰ ਆ, ਆਪਾਂ ਨੂੰ ਅਫਗਾਨਿਸਤਾਨ 'ਚ ਕੋਈ ਹੋਰ ਬੰਦਾ ਫਿੱਟ ਕਰਨਾ ਪੈਣਾ ਹੈ ਇਹਨੂੰ ਹਰਾ ਕੇ ਦੋਸਤ ਮੁਹੰਮਦ ਖਾਨ ਨੂੰ। ਰਣਜੀਤ ਸਿੰਘ ਇਸ ਵੇਲੇ ਕਿਸੇ ਵੀ ਤਰੀਕੇ ਨਾਲ ਲੜਨ ਦੇ ਮੂਡ 'ਚ ਨਹੀਂ ਸੀਗਾ, ਬਿਕੋਜ਼ ਉਹ ਚਾਹੁੰਦਾ ਸੀ, ਕਿਉਂਕਿ ਰਣਜੀਤ ਸਿੰਘ ਇਸ ਵੇਲੇ ਬਿਮਾਰ ਵੀ ਸੀਗਾ, ਠੀਕ ਆ, ਬਿਮਾਰ ਹੋਇਆ ਸੀਗਾ, ਤੇ ਇੱਕ ਹੈਪਟਿੰਗਰ ਨਾਮ ਦਾ ਡਾਕਟਰ ਹੁਣ ਰਣਜੀਤ ਸਿੰਘ ਦਾ ਇਲਾਜ ਵੀ ਕਰ ਰਿਹਾ ਸੀ ਉਹਨਾਂ ਵੇਲਿਆਂ ਦੇ ਵਿੱਚ। ਡਾਕਟਰ ਮੂਰੇ ਤਾਂ ਪਹਿਲਾਂ ਆਉਂਦਾ ਸੀ 1830 ਤੱਕ, ਹੁਣ ਇੱਕ ਨਵਾਂ ਡਾਕਟਰ ਉਹ ਇਲਾਜ ਕਰ ਰਿਹਾ ਸੀਗਾ। ਖੈਰ ਰਣਜੀਤ ਸਿੰਘ ਕਾਫੀ ਬਿਮਾਰ ਸੀਗਾ, ਰਣਜੀਤ ਸਿੰਘ ਕਿਤੇ ਵੀ ਇਸ ਟ੍ਰੀਟੀ 'ਚ ਆਉਣਾ ਨਹੀਂ ਸੀ ਚਾਹੁੰਦਾ, ਠੀਕ ਆ। ਸੋ ਹੋਇਆ ਇੱਦਾਂ ਕਿ ਅੰਗਰੇਜ਼ਾਂ ਨੇ ਫਿਰ ਰਣਜੀਤ ਸਿੰਘ ਨੂੰ ਆਫਰ ਦਿੱਤਾ। 1828 ਤੋਂ 1835 ਤੱਕ ਗਵਰਨਰ ਜਨਰਲ ਕੌਣ ਰਿਹਾ? ਵਿਲੀਅਮ ਬੈਂਟਿਕ। 35 ਤੋਂ 36 ਇੱਕ ਸਾਲ ਚਾਰਲਸ ਮੈਟਕਲੈਫੇ, 36 ਤੋਂ 42 ਆਕਲੈਂਡ। ਕਿਹੜਾ ਗਵਰਨਰ ਜਨਰਲ ਆ? ਆਕਲੈਂਡ ਨੇ ਹੀ ਅਲੈਗਜ਼ੈਂਡਰ ਬਰਨਜ਼ ਨੂੰ ਕਿੱਥੇ ਭੇਜਿਆ ਸੀਗਾ? ਕਾਬਲ, ਕਿ ਜਾ ਕੇ ਦੋਸਤ ਮੁਹੰਮਦ ਖਾਨ ਨਾਲ ਗੱਲ ਕਰ। ਉਹਨੇ ਹੋਰ ਹੀ ਮੂੰਹ ਅੱਡ ਲਿਆ, ਉਹ ਵਾਪਸ ਆ ਗਿਆ। ਹੁਣ ਰਣਜੀਤ ਸਿੰਘ ਨੂੰ ਕਿਹਾ ਕਿ ਯਾਦ ਆ ਇੱਕ ਬੰਦਾ ਸੀਗਾ ਸੂਜਾ ਸ਼ਾਹ, ਕਹਿੰਦਾ ਜੀ ਯਾਦ ਆ ਮੈਨੂੰ ਚੰਗੀ ਤਰ੍ਹਾਂ, ਕਹਿੰਦਾ ਮੈਨੂੰ ਪਤਾ ਕਿ ਉਹ ਦੋਸਤ ਮੁਹੰਮਦ ਖਾਨ ਦਾ ਪੋਤਾ ਹੈ। ਇੱਕ ਵਾਰੀ ਅਸੀਂ ਉਹਨੂੰ ਕਸ਼ਮੀਰ ਦੀ ਜੇਲ੍ਹ 'ਚੋਂ ਛੁਡਾ ਕੇ ਲਿਆਏ ਸੀ, ਪਹਿਲਾਂ ਉਹਦੀ ਘਰ ਵਾਲੀ ਵਫਾ ਬੇਗਮ ਨੇ ਸਾਨੂੰ ਹੀਰਾ ਨਹੀਂ ਦਿੱਤਾ, ਫਿਰ ਮਸਾਂ ਦਿੱਤਾ, ਫਿਰ ਅਸੀਂ ਉਹਨੂੰ ਛੋਟੀ ਜਿਹੀ ਜਗੀਰ ਦਾ ਕੇ ਬਿਠਾਤਾ ਸੀਗਾ। ਉਸ ਤੋਂ ਬਾਅਦ ਉਹਨੇ 2 ਵਾਰ ਮੇਰੇ ਖਿਲਾਫ ਬਗਾਵਤ ਕਰਤੀ ਆ, ਜਿਹਾਦ ਕਰਤਾ। ਇੱਕ ਵਾਰ ਸੈਯਦ ਬਰੇਵਲੀ ਨਾਲ ਵੀ ਮਿਲ ਗਿਆ ਜਾ ਕੇ, ਫਿਰ ਉਸ ਤੋਂ ਬਾਅਦ ਕੁੱਟ ਕੇ ਭਜਾਇਆ ਉਹਨੂੰ, ਹੁਣ ਪਤਾ ਨਹੀਂ ਕਿੱਥੇ ਆ। ਉਹ ਕਹਿੰਦਾ ਜੀ ਉਹ ਸਾਡੇ ਕੋਲ ਹੀ ਆ,
पर यह आ तेनू ना उहदियां ये सारियां गलतियां माफ़ करनियां पैणगियां। ते रणजीत सिंह किसी भी सूरत 'ਚ ਤਿਆਰ नहीं सी, कहंदा यार वो बंदा ही नहीं किसी काम का। अंग्रेज कहंदे नहीं, ਅਸੀਂ ਅਫਗਾਨਿਸਤਾਨ ਤੇ ਨਾ ਤਾਂ ਅਸੀਂ ਕਬਜ਼ਾ ਕਰ ਸਕਦੇ ਆ, ਨਾ ਤੂੰ। ਕਬਜ਼ਾ ਕਰ ਲਾਂਗੇ, ਕਬਜ਼ਾ ਕਰਕੇ ਉੱਥੇ ਆਪਾਂ ਆਪਣਾ ਬੰਦਾ ਨਹੀਂ ਬਿਠਾ ਸਕਦੇ, ਉੱਥੋਂ ਦੇ ਲੋਕ ਬਗਾਵਤ ਕਰ ਦਿੰਦੇ ਆ, ਉਹਨਾਂ ਨੂੰ ਲੋਕਲ ਰੂਲਰ ਹੀ ਪਸੰਦ ਆ ਕੋਈ। ਤੇ ਸੂਜਾ ਸ਼ਾਹ ਤੋਂ ਤਗੜਾ ਬੰਦਾ ਆਪਣੇ ਲਈ ਕੋਈ ਹੈ ਨਹੀਂ ਜਿਹੜਾ ਆਪਣੇ ਹੱਥ ਦੀ ਕਠਪੁਤਲੀ ਬਣ ਕੇ ਰਵੇ। ਹੁਣ ਤਾਂ ਤੈਨੂੰ ਸਾਡੇ ਨਾਲ ਇੱਕ ਸਮਝੌਤਾ ਕਰਨਾ ਹੀ ਪੈਣਾ ਹੈ। ਤੂੰ ਹੋਏਗਾ, ਅਸੀਂ ਹੋਵਾਂਗੇ ਤੇ ਸੂਜਾ ਸ਼ਾਹ ਹੋਊਗਾ। ਮਿਲ ਕੇ ਦੋਸਤ ਮੁਹੰਮਦ ਖਾਨ ਨੂੰ ਹਰਾਵਾਂਗੇ। ਜੇ ਨਾ ਹੀ ਤੇਰੀ ਦੱਸ ਦੇ ਫਿਰ ਇਕੱਲੇ ਹੀ ਜਾਵਾਂਗੇ ਅਸੀਂ। ਪਰ ਜੇ ਅਸੀਂ ਇਕੱਲੇ ਗਏ ਫਿਰ ਉੱਥੇ ਅਸੀਂ ਦੋਸਤ ਮੁਹੰਮਦ ਖਾਨ ਨੂੰ ਰਿਪਲੇਸ ਕਰਕੇ ਸੂਜਾ ਸ਼ਾਹ ਬਿਠਾਤਾ, ਠੀਕ ਆ, ਫਿਰ ਸਮਝ ਲਾ ਕਿ ਪੰਜਾਬ ਦਾ ਵੀ ਨੁਕਸਾਨ ਹੀ ਆ ਵਿੱਚ, ਠੀਕ ਆ ਨਾ। ਕਿਉਂਕਿ ਫਿਰ ਤੂੰ ਕੱਲ ਨੂੰ ਇਹ ਨਾ ਕਹੀਂ ਕਿ ਉੱਪਰ ਵੀ ਤੇ ਥੱਲੇ ਵੀ ਤੈਨੂੰ ਪੁੱਛੇ ਬਿਨਾਂ ਅਸੀਂ ਤੈਨੂੰ ਇਨਸਰਕਲ ਕਰ ਲਿਆ। ਰਣਜੀਤ ਸਿੰਘ ਤੈਨੂੰ ਇਸ ਦੋਸਤੀ ਦੇ ਵਿੱਚ ਆ ਕੇ ਹੀ ਫਾਇਦਾ ਹੈ। ਤੋ ਹੁਣ ਰਣਜੀਤ ਸਿੰਘ ਨੂੰ ਸਮਝ ਆ ਗਿਆ ਕਿ ਕਿਤੇ ਨਾ ਕਿਤੇ ਮੈਨੂੰ ਘੇਰਿਆ ਜਾ ਰਿਹਾ ਹੈ, ਪਰ ਹੁਣ ਮਜਬੂਰ ਵੀ ਸੀ ਤੇ ਉਹ ਸਿਹਤ ਵੱਲੋਂ ਵੀ ਇੰਨਾ ਨਹੀਂ ਸੀਗਾ। ਸੋ ਮਜਬੂਰ ਹੋ ਕੇ ਰਣਜੀਤ ਸਿੰਘ ਨੇ ਇਸ ਸਮਝੌਤੇ ਤੇ 27 ਜੂਨ 1839 ਨੂੰ ਰਣਜੀਤ ਸਿੰਘ ਨੇ ਸਾਈਨ ਕਰਤੇ, ਜਿਹਦੇ ਤਹਿਤ ਅੰਗਰੇਜ਼ਾਂ ਵੱਲੋਂ ਆਕਲੈਂਡ, ਸਿੱਖ ਕਿੰਗਡਮ, ਸਿੱਖ ਰਾਜ ਵੱਲੋਂ ਰਣਜੀਤ ਸਿੰਘ ਤੇ ਇੱਕ ਅਫਗਾਨ ਰੂਲਰ, ਅਫਗਾਨਾਂ ਵੱਲੋਂ ਸੂਜਾ ਸ਼ਾਹ, ਤਿੰਨੇ ਮਿਲ ਕੇ ਇੱਕ ਸੰਧੀ ਕਰਦੇ ਆ ਜਿਹਨੂੰ ਤ੍ਰੈ ਪਾਰਟੀ ਸੰਧੀ ਕਿਹਾ ਜਾਂਦਾ, ਟਰਾਈ ਪਾਰਟੀ ਸੰਧੀ ਕਿਹਾ ਜਾਂਦਾ। ਸੋ ਇਹ ਸੰਧੀ 27 ਜੂਨ 1839 ਨੂੰ ਹੁੰਦੀ ਹੈ। ਸੌਰੀ, ਇਹ ਸੰਧੀ ਇੱਥੇ ਤਰੀਕ 26 ਜੂਨ 1838 ਨੂੰ ਹੁੰਦੀ ਆ। ਅਗਲੇ ਸਾਲ ਸੰਧੀ ਸਿਰੇ ਚੜ ਸਕਦੀ। ਇਸ ਸੰਧੀ ਦੇ ਮੁਤਾਬਕ ਰਣਜੀਤ ਸਿੰਘ ਹੁਣੀ ਮਤਲਬ ਆਪਣੀ ਸੈਨਾ ਭੇਜ ਪਾਉਂਦੇ। ਅਗਲੀ ਸਾਲ ਸੰਧੀ ਦੀ ਤਰੀਕ ਬੱਚੇ ਹੈਗੀ ਆ 26 ਜੂਨ 1838 ਤੇ ਰਣਜੀਤ ਸਿੰਘ ਦੀ ਡੈਥ ਹੋਈ ਆ 17 ਜੂਨ 1839। ਸੋ ਇਸ ਸੰਧੀ ਦੇ ਮੁਤਾਬਕ ਰਣਜੀਤ ਸਿੰਘ ਜਿਹੜੇ ਆ ਉਹ ਕੁਝ ਕਰ ਪਾਉਂਦੇ, ਉਸ ਤੋਂ ਪਹਿਲਾਂ ਹੀ ਅਚਾਨਕ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਇਸ ਤੋਂ ਬਾਅਦ ਇਹ ਸੰਧੀ ਫਿਰ ਕਿਸੇ ਹੋਰ ਪਾਸੇ ਹੀ ਲਟਕ ਗਈ, ਠੀਕ ਆ। ਹੁਣ ਇਸ ਤੋਂ ਬਾਅਦ ਅੰਗਰੇਜ਼ ਅਫਗਾਨਾਂ ਦੇ ਨਾਲ ਲੜਾਈ ਲੜਨਗੇ ਜ਼ਰੂਰ, ਪਰ ਉਸ ਲੜਾਈ ਨਾਲ ਸਾਨੂੰ ਕੀ ਮਤਲਬ, ਠੀਕ ਆ। ਅਸੀਂ ਤਾਂ ਪੜ੍ਹਨੇ ਸੀ ਐਂਗਲੋ ਅਫਗਾਨ ਰਿਲੇਸ਼ਨਸ, ਸੌਰੀ ਐਂਗਲੋ ਸਿੱਖ ਰਿਲੇਸ਼ਨਸ ਟਿਲ ਡੈਥ ਆਫ ਰਣਜੀਤ ਸਿੰਘ। ਰਣਜੀਤ ਸਿੰਘ ਦੀ ਅਕਾਲ ਚਲਾਣੇ ਦੇ ਸਮੇਂ ਤੱਕ ਅੰਗਰੇਜ਼ਾਂ ਤੇ ਸਿੱਖਾਂ ਦੇ ਵਿੱਚ ਰਿਲੇਸ਼ਨ। ਇਟ ਮੀਨਸ ਜਦੋਂ ਅਸੀਂ ਇੱਕ ਚੈਪਟਰ ਪੜਾਂਗੇ ਐਂਗਲੋ ਸਿੱਖ ਵਾਰ, ਜਾਂ ਮੈਂ ਇਹ ਕਹਾਂ ਐਂਗਲੋ ਸਿੱਖ ਰਿਲੇਸ਼ਨ ਦਾ ਚੌਥਾ ਫੇਜ਼ 1839 ਤੋਂ ਲੈ ਕੇ 1849 ਤੱਕ, ਤਾਂ ਉਹਦੇ ਤੋਂ ਪਹਿਲਾਂ ਜਿਹੜੇ ਆ 3 ਫੇਜ਼ ਦੇਖੇ ਆਪਾਂ, ਠੀਕ ਆ। ਪਹਿਲਾ ਫੇਜ਼, ਦੂਜਾ ਫੇਜ਼, ਤੀਜਾ ਫੇਜ਼। ਪਹਿਲਾ 1809 ਤੱਕ, ਦੂਜਾ 1831 ਤੱਕ, ਤੀਜਾ 1839 ਤੱਕ। ਇਹ ਫੇਜ਼ ਜੇ ਸਾਨੂੰ ਸਮਝ ਆਏ ਆ ਫੇਰ ਹੀ ਜਾ ਕੇ ਆਪਾਂ ਨੂੰ ਗੱਲ ਸਮਝ ਆਊਗੀ ਕਿ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਆਖਰ ਇਦਾਂ ਕਿਉਂ ਹੋਇਆ। ਵੈਸੇ ਤਾਂ ਜਿੰਨੀ ਕੁ ਅੰਗਰੇਜ਼ਾਂ ਦੀ ਚਲਾਕੀ ਆ, ਜੇ ਰਣਜੀਤ ਸਿੰਘ ਵਰਗਾ ਚਲਾਕ ਰਾਜਾ ਨਾ ਹੋਵੇ, ਭੋਲੇ ਜੇ ਰਾਜੇ ਹੋਣ, ਤਾਂ ਤੁਸੀਂ ਤਾਂ ਅੰਡਰਸਟੂਡ ਕਰ ਹੀ ਗਏ ਹੋਵੋਗੇ ਕਿ 10 ਸਾਲ ਵੀ ਮੈਨੂੰ ਲੱਗਦਾ ਅੰਗਰੇਜ਼ਾਂ ਨੇ ਜ਼ਿਆਦਾ ਹੀ ਲਾਤੇ ਪੰਜਾਬ ਨੂੰ ਕਬਜ਼ੇ 'ਚ ਕਰਨ ਲਈ। ਬਿਕੋਜ਼ ਜਿਸ ਤਰੀਕੇ ਨਾਲ ਉਹਨਾਂ ਨੇ ਚਲਾਕੀਆਂ ਸ਼ਰਯੰਤਰ ਕਰੇ, ਤਾਂ ਮੇਰੇ ਹਿਸਾਬ ਨਾਲ 10 ਸਾਲਾਂ ਤੋਂ ਵੀ ਥੋੜੇ ਸਮੇਂ ਦੇ ਵਿੱਚ ਉਹ ਪੰਜਾਬ ਨੂੰ ਆਪਣੇ ਕਬਜ਼ੇ 'ਚ ਕਰ ਸਕਦੇ ਸੀਗੇ, ਠੀਕ ਹੈ। ਸੋ ਇੱਥੋਂ ਸਾਨੂੰ ਇੱਕ ਗੱਲ ਸਮਝ ਆ ਗਈ ਕਿ ਬਈ ਅਸੀਂ ਇਹਨਾਂ ਮਤਲਬ ਕਿ ਜਿਹੜਾ ਇਹ ਕਨਸੈਪਟ ਆ, ਜਿਹੜੇ ਸਾਡੇ ਟੌਪਿਕ ਆ, ਇਹਨੂੰ ਅਸੀਂ ਕਿਵੇਂ ਹੈਂਡਲ ਕਰ ਸਕਦੇ ਹਾਂ, ਠੀਕ ਹੈ। ਦੇਖੋ PCS ਦੇ ਮੇਨਸ ਦੇ ਪੇਪਰ ਦੇ ਵਿੱਚ ਜੇ ਕੋਈ ਮੈਨੂੰ ਕਵੇ ਕਿ ਕੋਈ ਆਫੀਸ਼ੀਅਲ ਕੁਐਸਚਨਸ ਜਿਹੜੇ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰ। ਜੇ ਅਸੀਂ ਪੰਜਾਬ PCS ਦੇ ਵਿੱਚ ਗੱਲ ਕਰੀਏ ਨਾ, ਤੋ ਇਹ ਇੱਥੇ ਖਤਮ ਹੋ ਗਿਆ ਆਪਣਾ ਚੈਪਟਰ। ਮਤਲਬ ਇਹ ਐਂਗਲੋ ਸਿੱਖ ਰਿਲੇਸ਼ਨ ਸੀਗੇ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੱਕ, ਠੀਕ ਆ, ਕਿ ਉਹਨਾਂ ਦੀ ਡੈਥ ਤੱਕ ਜੋ ਅੰਗਰੇਜ਼ਾਂ ਤੇ ਸਿੱਖਾਂ ਦੇ ਵਿੱਚ ਸੰਬੰਧ ਆ।
देखो जे आपां ऑफिशियली ਜਿਹੜੇ ਸਵਾਲ ਅੱਜ ਤੱਕ ਪੰਜਾਬ ਪੀਸੀਐਸ ਦੇ ਮੇਨਸ ਦੇ ਪੇਪਰ ਚ ਆਏ ਹੋਏ ਆ ਪੰਜਾਬ ਹਿਸਟਰੀ ਦੇ 2013 15 18 ਤੇ 20 ਦੇ, ਇੱਕ ਤਾਂ ਪਹਿਲਾ ਕੁਐਸਚਨ ਸਮਝ ਕੇ ਦੇਖੋ ਕਿ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧ ਕਿਵੇਂ ਰਹੇ। ਠੀਕ ਆ, ਕਿਉਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੇ ਲੋਭ ਭਰੀ ਨਿਗਾਹ ਰੱਖੀ। ਇਹ ਸਵਾਲ 200 ਵਰਡਸ ਦੇ ਵਿੱਚ ਆਇਆ ਸੀ ਤੇ 10 ਨੰਬਰ ਦਾ ਸਵਾਲ ਆ। ਠੀਕ ਆ, ਅਗਲਾ ਸਵਾਲ ਚਲੋ ਦੂਸਰਾ ਸਵਾਲ ਭਗਤ ਸਿੰਘ ਨਾਲ ਰਿਲੇਟਡ ਆ, ਇਹ ਨਹੀਂ ਆਪਣਾ। ਤੀਸਰਾ ਸਵਾਲ ਰਣਜੀਤ ਸਿੰਘ ਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਯੋਗਦਾਨ ਦੱਸੋ। ਮੈਨੂੰ ਲੱਗਦਾ ਕਿ ਆਪਾਂ ਬੜੀ ਆਸਾਨੀ ਨਾਲ ਇਹਨੂੰ ਸਮਝ ਸਕਦੇ ਹਾਂ। ਸਵਾਲ ਨੂੰ 10 ਨੰਬਰ ਦਾ ਸਵਾਲ ਸੀ। ਰਣਜੀਤ ਸਿੰਘ ਦੇ ਉਭਾਰ ਤੇ ਪਤਨ ਦੀ ਵਿਆਖਿਆ ਕਰੋ, ਜ਼ਿਕਰ ਕਰੋ ਉਹਦਾ ਕਿ ਕਿਵੇਂ ਉਹਦਾ ਉਭਾਰ ਹੋਇਆ ਤੇ ਕਿਵੇਂ ਪਤਨ ਹੋਇਆ। ਠੀਕ ਹੈ, ਚੌਥਾ ਸਵਾਲ ਜੋ 2020 ਦੇ ਪੰਜਾਬ ਦੇ ਪੀਸੀਐਸ ਦੇ ਪੇਪਰ ਚ ਆਇਆ ਹੈ, ਰਣਜੀਤ ਸਿੰਘ ਦਾ ਮਿਸਲਾਂ ਨੂੰ ਇੱਕ ਸੁਰ ਕਰਨ ਦੇ ਵਿੱਚ ਰਣਜੀਤ ਸਿੰਘ ਦੀ ਭੂਮਿਕਾ ਬਾਰੇ ਦੱਸੋ। ਤੇ ਉਹਨੇ ਰਣਜੀਤ ਸਿੰਘ ਨੇ ਪੰਜਾਬ ਦੇ ਆਮ ਤੇ ਮਿਲਟਰੀ ਪ੍ਰਸ਼ਾਸਨ ਦੇ ਵਿੱਚ ਕੀ ਯੋਗਦਾਨ ਪਾਇਆ। ਮਤਲਬ ਰਣਜੀਤ ਸਿੰਘ ਦਾ ਸਿਵਲ ਤੇ ਮਿਲਟਰੀ ਐਡਮਿਨਿਸਟ੍ਰੇਸ਼ਨ, ਭਾਵ ਸਾਫ ਆ ਕਿ 100 ਸ਼ਬਦਾਂ ਚ ਉੱਪਰਲਾ ਲਿਖਣਾ ਹੈ ਤੇ 100 ਸ਼ਬਦਾਂ ਚ ਥੱਲੜਾ। ਦਿੱਕਤ ਪਤਾ ਕੀ ਹੈ, ਸ਼ਬਦ ਬਹੁਤ ਨੇ ਤੇ ਨਿਬੇੜਨੇ ਸਮਾਂ ਚ ਹੀ ਹੈ। ਸੋ ਇਹਨੂੰ ਕਿਵੇਂ ਕਰਨਾ ਆਪਾਂ, ਕਿਉਂਕਿ 200 ਜੇ ਆ 2 ਸਵਾਲ ਆ ਤਾਂ 200 ਸ਼ਬਦਾਂ ਦਾ ਪੇਪਰ ਸਵਾਲ ਸੀਗਾ ਤੇ 100 ਸ਼ਬਦਾਂ ਚ ਹੀ ਆਪਾਂ ਨਿਕਲਣਾ ਹੈ। ਅੱਜ ਤੱਕ ਇਸ ਤੋਂ ਬਾਹਰ ਪੰਜਾਬ ਪੀਸੀਐਸ ਦੇ ਪੇਪਰ ਚ ਪੰਜਾਬ ਦੇ ਸਵਾਲ ਹੀ ਨਹੀਂ ਆਏ। ਮੇਰੀ ਗੱਲ ਸਮਝ ਗਏ ਨਾ। ਸੋ ਕੁੱਲ ਮਿਲਾ ਕੇ ਪਹਿਲੀ ਗੱਲ ਤਾਂ ਤੁਹਾਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਭਾਵੇਂ ਹੁਣ ਤੁਸੀਂ ਇੱਕ ਗੱਲ ਮੇਰੀ ਗੱਲ ਸਮਝ ਗਏ, ਮੈਂ ਕਿਉਂ ਕਹਿਣਾ ਕਿ ਤੁਸੀਂ ਆਪਣੇ ਹੈਂਡ ਰਿਟਨ ਨੋਟਸ ਬਣਾਓ, ਕਿਉਂਕਿ ਨੋਟਸ ਹੀ ਮੇਨਸ ਦੇ ਸਵਾਲ ਆ। ਭਾਵੇਂ ਪੀਸੀਐਸ ਆ ਭਾਵੇਂ ਆਈਏਐਸ, ਕੋਈ ਫਰਕ ਨਹੀਂਗਾ। ਭਾਵੇਂ ਆਈਏਐਸ ਆ ਭਾਵੇਂ ਪੀਸੀਐਸ ਆ, ਸਿੱਧੇ ਸਵਾਲ ਨੋਟਸ ਦੇ ਰੂਪ ਚ ਹੀ ਆਉਣਗੇ। ਰਣਜੀਤ ਸਿੰਘ ਦਾ ਰਾਈਜ਼ ਵੀ ਇੱਕ ਪਾਸੇ ਨੋਟਸ ਬਣੇ ਹੋਣਗੇ, ਰਣਜੀਤ ਸਿੰਘ ਦੇ ਫਾਲ ਦੇ ਉਥੋਂ ਕਰਕਸ ਕੱਢ ਕੇ ਲਿਖਣਾ ਹੈ। ਮੇਰੀ ਗੱਲ ਸਮਝ ਗਏ ਨਾ। ਤੋ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ ਕਿ ਸਪੋਜ਼ ਕਰੋ ਜੇ ਪੀਸੀਐਸ ਦਾ ਪੇਪਰ ਐਕਸਟ੍ਰੀਮ ਲੈਵਲ ਤੇ ਚਲੇ ਗਿਆ ਤਾਂ ਐਵੇਂ ਦਾ ਸਵਾਲ ਬਣੂਗਾ ਕਿ 1809 ਦੀ ਸੰਧੀ ਦੋਵਾਂ ਵਾਸਤੇ ਹੀ ਫਾਇਦੇ ਦਾ ਸੌਦਾ ਸੀ ਕਿ Treaty of Amritsar 1809 was win-win situation for Ranjit Singh and British East India Company. Justify your statement और critically analyze the statement ਕਿ ਇਹਦੀ ਵਿਆਖਿਆ ਕਰੋ। ਠੀਕ ਹੈ ਨਾ। ਤੋ ਆਲੋਚਨਾਤਮਕ ਵਿਆਖਿਆ ਕਰੋ ਇਹਦੀ। ਆਲੋਚਨਾਤਮਕ ਵਿਆਖਿਆ ਕਿ ਵਾਕਈ ਜੋ ਇਹ ਗੱਲ ਕਹੀ ਆ ਇਹਨੂੰ ਜਾਇਜ਼ ਠਹਿਰਾਓ, ਜਸਟੀਫਾਈ ਕਰੋ ਇਸ ਗੱਲ ਨੂੰ ਬੜੀ ਆਲੋਚਨਾਤਮਕ ਤਰੀਕੇ ਨਾਲ ਇਹਦੇ ਤੱਥਾਂ ਦੇ ਆਧਾਰ ਤੇ। ਜੇ ਉਹਨਾਂ ਨੇ ਜਸਟ ਕਹਿਤਾ ਉਹਦੀਆਂ ਪ੍ਰੋਵੀਜ਼ਨਸ ਦੱਸੋ, ਫਿਰ ਪ੍ਰੋਵੀਜ਼ਨਸ। ਜੇ ਕਹਿਤਾ ਕਿ ਉਹ ਕਿਹੜੇ ਫੈਕਟਰਸ ਨੇ ਜਿਨ੍ਹਾਂ ਕਰਕੇ ਟ੍ਰੀਟੀ ਹੋਈ, ਫਿਰ ਉਹਦੇ ਸ਼ੁਰੂ 1806 ਤੋਂ ਲੈ ਕੇ 9 ਤੱਕ ਦੇ ਕਾਰਨ। ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਸਬੰਧ ਜਿਹੜੇ ਆ 1831 ਤੋਂ ਲੈ ਕੇ 1839 ਤੱਕ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ ਸਬੰਧਾਂ 'ਚ ਆਏ ਨਿਘਾਰ ਦੀ ਵਿਆਖਿਆ ਕਰੋ। ਜੋ ਡਾਊਨਫਾਲ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਸਬੰਧਾਂ 'ਚ ਆਇਆ ਉਹ ਦੱਸੋ। ਫਿਰ ਉਹਦੇ 'ਚ ਲਿਖੋਗੇ ਕੁਐਸਚਨ ਆਫ ਸ਼ੇਖਪੁਰਾ, ਕੁਐਸਚਨ ਆਫ ਸਿੰਧ, ਕੁਐਸਚਨ ਆਫ ਆਲੂਵਾਲੀਆ ਟੈਰੀਟਰੀਜ਼, ਇੱਕ ਅੱਧਾ ਬਦਾਣੀ, ਹਾਂ ਫਿਰੋਜ਼ਪੁਰ। ਸੋ ਆਹ 4-5 ਗੱਲਾਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੋਗੇ। ਜੇ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਸਬੰਧਾਂ 'ਚ ਕੁਛ ਵੀ ਪੁੱਛਿਆ ਗਿਆ ਯਾਰ ਤਾਂ ਕੁੱਲ ਮਿਲਾ ਕੇ ਤੁਹਾਨੂੰ ਆਹੀ ਚੀਜ਼ਾਂ ਪੁੱਛੀਆਂ ਜਾਣਗੀਆਂ। ਠੀਕ ਆ। ਸੋ ਮੈਂ ਇਹਨੂੰ ਮੇਨਸ ਦੇ ਐਂਗਲ ਤੋਂ ਵੀ ਕਵਰ ਕਰਤਾ। ਦੇਖੋ ਆਬਜੈਕਟਿਵ ਟਾਈਪ ਐਂਗਲ ਤੋਂ ਤਾਂ ਸਿੱਧੀ ਜੀ ਗੱਲ ਆ। ਜੇ ਕੋਈ ਕਵੇ ਕਿ ਇਹਦੇ 'ਚ ਕੋਈ ਫੈਕਟਸ ਮਿਸ ਕੀਤੇ ਆਪਾਂ, ਮੈਨੂੰ ਨਹੀਂ ਲੱਗਦਾ ਆਪਾਂ ਪੂਰੇ ਟੌਪਿਕ 'ਚ ਕੋਈ ਫੈਕਟ ਮਿਸ ਕੀਤਾ ਹੋਊਗਾ। ਸੋ ਆਪਣੇ ਆਪ ਦੇ ਵਿੱਚ ਪ੍ਰੀ ਦਾ ਤਾਂ ਡਿਟੇਲਡ ਕੰਟੈਂਟ ਹੈ ਹੀ ਆ, ਨਾਲੇ ਸਭ ਤੋਂ ਵੱਡੀ ਗੱਲ ਇਹ ਆ ਸਟੋਰੀ ਸਮਝ ਆਉਣੀ ਚਾਹੀਦੀ ਹੈ। ਠੀਕ ਆ। ਰਣਜੀਤ ਸਿੰਘ ਦਾ ਪੂਰਾ ਟੌਪਿਕ ਜਿਹਨੂੰ ਪੜ੍ਹਦੇ ਨੂੰ ਆਪਾਂ ਨੂੰ 3 ਲੈਕਚਰ ਹੋ ਚੁੱਕੇ ਆ, ਚੌਥਾ ਲੈਕਚਰ ਅੱਜ ਸੀ। ਫਿਰ ਇਸ ਤੋਂ ਬਾਅਦ ਆਪਾਂ ਅਗਲੇ ਲੈਕਚਰ ਦੇ ਵਿੱਚ ਰਣਜੀਤ ਸਿੰਘ ਦੀ ਨਾਰਥ ਵੈਸਟ ਫਰੰਟੀਅਰ ਪਾਲਿਸੀ ਪੜ੍ਹਨੀ ਹੈ। ਫਿਰ ਉਸ ਤੋਂ ਬਾਅਦ ਆਪਾਂ ਰਣਜੀਤ ਸਿੰਘ ਦਾ ਸਿਵਲ ਤੇ ਮਿਲਟਰੀ ਐਡਮਿਨਿਸਟ੍ਰੇਸ਼ਨ ਪੜ੍ਹਨਾ ਹੈ। ਫਿਰ ਲਾਸਟ 'ਚ ਜਾ ਕੇ ਆਪਾਂ ਐਂਗਲੋ ਸਿੱਖ ਵਾਰਜ਼ ਪੜ੍ਹਨੀ ਹੈ। ਤਾਂ ਆਪਾਂ ਨੂੰ ਪਤਾ ਹੈ ਕਿ 8 ਤੋਂ 9 8 ਲੈਕਚਰ ਬਣਦੇ ਆਪਣੇ ਰਣਜੀਤ ਸਿੰਘ ਦੇ ਟੋਟਲ, ਜਿਹੜੇ ਆਪਾਂ ਤਕਰੀਬਨ 8 ਤੋਂ 9 ਘੰਟੇ ਦਾ ਕੰਟੈਂਟ ਆ ਮਹਾਰਾਜਾ ਰਣਜੀਤ ਸਿੰਘ ਦਾ, ਜਿਹੜਾ ਕਿ ਸਾਨੂੰ ਡਿਟੇਲ 'ਚ ਸਮਝ ਆਉਣੀ ਚਾਹੀਦੀ ਹੈ। ਠੀਕ ਹੈ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਮਿਲਦੇ ਆ ਜੀ।